ਵੱਡੇ ਭਾਈ ਦੀ ਨਾ ਫੁੱਫੀ 'ਚ ਮੋਤੀਆ ਉਤਰ ਆਇਆ। ਇਹ ਤਾਂ ਗੱਲ ਗਲਤ ਹੈ। ਉਹ ਮੂੰਹ 'ਚ ਦੇਣ ਵਾਲਾ ਨਹੀਂ ਜਿਹੜਾ ਬੁਖਾਰ ਚੈੱਕ ਕਰ ਆ ਮੂੰਹ ਅੱਡੇ ਨਾਲ ਦਾ ਉਹਦਾ ਮੂੰਹ ਅੱਛਾ ਇੱਥੇ ਬੈਠਾ ਨੂੰ ਮੈਂ ਦੁਆਣੇ ਕੱਟ ਕੇ ਦੋ ਦਿਆ। ਹੁਣ ਸ਼ੁਕਰ ਅੱਲਾ ਦਾ ਸਵੇਰੇ ਮੈਂ ਉੱਠਦਾ ਵਾਂ, ਠੀਕ ਹੈ ਜੀ। ਉੱਠ ਕੇ ਮੈਂ ਆਰਾਮ ਦੇ ਨਾਲ ਮੋਟਰਸਾਈਕਲ ਬਾਹਰ ਕੱਢਦਾ ਵਾਂ, ਸਲਮ ਮਾਰਦਾ ਵਾਂ, ਸ਼ੀਸ਼ੇ ਉੱਤੇ ਕਰਦਾ ਵਾਂ, ਪੈਡਲ ਤੇਜ਼ ਤੇਜ਼ ਮਾਰਦਾ ਮੈਂ। ਉਸਤਾਦ ਜੀ ਮੇਰੀ ਗੱਲ ਸੁਣ ਲਓ। ਮੈਂ ਅੱਜ ਠੀਕ ਹਾਂ ਉਸਤਾਦ ਜੀ। ਮੈਂ ਹਿਸਾਬ ਲਾਇਆ ਇਹ ਨਾ ਮੇਰੀ ਜਿਹੜੀ ਤਬੀਅਤ ਖਰਾਬ ਹੋਈ ਨਾ ਉਹਦੇ ਚ ਨਾ ਮੈਂ ਮੇਨ ਦੇ ਉਹਦੇ ਤੋਂ ਥੋੜਾ ਥੱਲੇ ਆ ਰਿਹਾ ਸਾਂ। ਮੇਨੀਅਤ ਖਤਰੇ ਚ, ਮੇਰੀ ਮੇਨੀਅਤ ਖਤਰੇ ਚ ਪੈ ਗਈ ਸੀ। ਕੁਛ ਦੁਸ਼ਮਣ ਅਨਾਸਰ ਸ਼ਰ ਪਸੰਦ ਜਿਹੜੇ ਨਾ ਮੇਰੇ ਉਸ ਬਿਮਾਰੀ ਦਾ ਫਾਇਦਾ ਚੁੱਕ ਕੇ ਮੈਨੂੰ ਮੇਨ ਕਰਕੇ ਆਪ ਮੇਨ ਹੋਣ ਦੀ ਥੋੜੀ ਕੋਸ਼ਿਸ਼ ਕਰ ਰਹੇ ਸੀ। ਪੀੜੇ ਖਰਕ ਹੋਣੇ ਉਹਨਾਂ ਦੇ। ਮੈਂ ਡਾਕਟਰ ਨੂੰ ਕਿਹਾ ਕਿ ਮੇਰਾ ਮੇਨ ਖਤਰੇ ਚ ਆ। ਡਾਕਟਰ ਨੇ ਕਿਹਾ ਬਾ ਮੇਨ ਗੱਲ ਹੀ ਇਹ ਹੈ। ਉਹਨੇ ਫਿਰ ਮੈਨੂੰ ਜਿੱਥੇ ਇੱਕ ਟੀਕਾ ਲਾਉਣਾ ਸੀ ਨਾ ਉਹਨੇ ਉਹ ਵੀ ਨਹੀਂ ਲਾਇਆ। ਉਹਨੇ ਕਿਹਾ ਕਿਤੇ ਹੋਰ ਕੋ ਚੱਲ ਜਾ, ਮੈਂ ਨਹੀਂ ਕਰਾਉਣਾ ਤੇਰਾ ਇਲਾਜ। ਜਵਾਬ ਦੇਤਾ ਮੇਨ ਬਜ਼ਾਰ। ਫਿਰ ਮੈਂ ਕਿਹਾ ਹਕੀਮ ਕੋ ਗਿਆ, ਉਹਨੇ ਮੇਰੀ ਨਬਜ਼ ਫੜੀ। ਉਹਨੇ ਨਬਜ਼ ਫੜ ਕੇ ਉਹਨੇ ਸਾਰਾ ਹਿਸਾਬ ਕਿਤਾਬ ਲਾ ਕੇ ਉਹਨੇ ਕਿਹਾ ਉਸਤਾਦ ਜੀ ਤੁਹਾਨੂੰ ਕੋਈ ਰੌਲਾ ਨਹੀਂ ਹੈਗਾ, ਸਿਰਫ ਨਾ ਤੁਸੀਂ ਰੋਟੀ ਛੱਡ ਦਿਓ 1 ਮਹੀਨਾ 1.5 ਮਹੀਨਾ। ਲੈ ਤੇ ਖਾਣਾ ਕੀ ਫਿਰ? ਹੁਣ ਤੇ ਲਓ ਜਿਹਨੇ ਇਹ ਦੱਸਿਆ ਵੀ ਰੋਟੀ ਛੱਡ ਦਿਓ ਉਹਨੇ ਅੱਗੇ ਵੀ ਤਾਂ ਕੋਈ ਕੀਤੀ ਹੋਏਗੀ ਮਸ਼ਵਰਾ ਦਿੱਤਾ ਜੀ। ਉਹਨੇ ਕਿਹਾ ਜੀ ਤੁਸੀਂ ਡਾਈਟ, ਕਿਉਂਕਿ ਕਿਸ ਟਾਈਮ ਤੁਸੀਂ ਵਾਕ ਨਹੀਂ ਕਰਦੇ, ਫਿਰਦੇ ਤੁਰਦੇ ਨਹੀਂ, ਖਾਣਾ ਖਾਂਦੇ ਹੋ ਤੇ ਖਾਣਾ ਖਾ ਕੇ ਬਹਿ ਜਾਣਾ, ਸ਼ੋਅ ਕਰਨ ਬਹਿ ਜਾਣਾ, ਠੀਕ ਆ। ਉਹ ਖਾਣਾ ਜਿਹੜਾ ਅੰਦਰ ਰਹਿੰਦਾ ਨਾ ਉਹ ਜਿਸਮ ਨੂੰ ਐ ਕਰ ਦਿੰਦਾ, ਐ ਕੁੱਚੜ ਮੁੱਚੜ ਜਿਹਾ ਕਰਦਾ। ਹਾਂ ਉਹਨੇ ਕਿਹਾ ਜੀ ਤੁਸੀਂ ਕੀ ਕਰਨਾ ਵਾ ਕਿ ਇਹ 2 ਗਲੀਆਂ ਛੱਡ ਕੇ ਇੱਕ ਬਹੁਤ ਅੱਛਾ ਡਾਕਟਰ ਆ ਉਹਦੇ ਕੋਲ ਜਾਣਾ, ਉਹਨੂੰ ਤੁਸੀਂ ਦੱਸਣਾ ਕਿ ਮੈਨੂੰ ਇਹ ਮਸਲਾ। ਉਹਨੇ ਕਿਹਾ ਹਾਂ ਉਹਨੇ ਕਿਹਾ ਰੋਟੀ ਬਸ ਛੱਡ ਦੇ, ਦਵਾਈ ਤੇਰੀ ਕੋਈ ਨਹੀਂ। ਮੈਂ ਉਹ ਡਾਕਟਰ ਕੋਲ ਗਿਆ, ਉਹਨੇ ਉਸਤਾਦ ਜੀ ਮੈਨੂੰ ਸਾਰਾ ਚੈੱਕ ਚੁੱਕ ਕਰਕੇ ਉਹਨੇ ਕਿਹਾ ਵੀ ਗੱਲ ਇਹ ਆ ਕਿ ਰੌਲਾ ਇਕੱਲੀ ਰੋਟੀ ਦਾ ਨਹੀਂ, ਰੌਲਾ ਇਹ ਹੈ ਕਿ ਨੀਂਦ ਵੀ ਤੂੰ ਪੂਰੀ ਕਰਨੀ। ਠੀਕ ਹੈ ਜੀ। ਮੈਂ ਵਾਪਸ ਗੁੱਸੇ 'ਚ ਹਕੀਮ ਕੋ ਗਿਆ। ਮੈਂ ਕਿਹਾ ਯਾਰ ਤੂੰ ਮੈਨੂੰ ਰੋਟੀ ਦਾ ਦੱਸਦਾ, ਨੀਂਦ ਦਾ ਕਿਉਂ ਨਹੀਂ ਦੱਸਿਆ? ਕਹਿੰਦਾ ਯਾਰ ਉਹਨੇ ਵੀ ਤਾਂ ਖਾਣਾ ਨਾ, ਉਹਦਾ ਵੀ ਤਾਂ ਰਿਜ਼ਕ ਕਰਨਾ। ਠੀਕ ਆ ਜੀ। ਫਿਰ ਮੈਂ ਵਾਪਸ ਉਹਦੇ ਕੋਲ ਗਿਆ। ਉਹਨੇ ਕਿਹਾ ਭੈਣ ਤੁਸੀਂ ਚਾਹੇ ਰਾਤ ਜਾਗੋ, ਚਾਹੇ ਕੋਈ ਮੁਝੇ ਜੰਗਲੀ ਕਹੇ, ਤੇ ਚਾਹੇ ਤੁਸੀਂ ਮਤਲਬ ਸਵੇਰੇ ਸੋਵੋ ਦੁਪਹਿਰ ਨੂੰ ਸੋਵੋ, ਚਲੋ ਮੰਨ ਲਿਆ ਵੀ ਤੁਹਾਡਾ ਕੰਮ ਐਸਾ ਵਾ ਜਾਂ ਇਸ ਤਰ੍ਹਾਂ, ਲੇਕਿਨ ਤੁਸੀਂ ਉੱਠਣਾ ਨੀਂਦ ਪੂਰੀ ਕਰਕੇ। ਹੁਣ ਤੁਸੀਂ ਸੁਬਾਹ 6 ਵਜੇ ਉੱਠੇ ਹੋ, ਸੁੱਤੇ ਹੋ 7 ਵਜੇ, ਤੇ ਤੁਸੀਂ 8 9 10 ਵਜੇ ਉੱਠ ਕੇ ਤੇ ਅੱਖ ਖੁੱਲ ਗਈ ਤੇ ਸ਼ੋਰ ਨਾਲ ਤੇ ਤੁਸੀਂ ਦਫ਼ਤਰ ਆ ਗਏ ਜਾਂ ਤੁਸੀਂ ਕਿਤੇ ਚਲੇ ਗਏ, ਇਹ ਨਹੀਂ ਕਰਨਾ। ਫਿਰ ਸੌਣਾ ਵੀ ਸ਼ਾਮ 4 ਵਜੇ ਤੱਕ। ਤੇਰੇ ਵਾਲਾ ਬਿਲਕੁਲ ਉਹਨੇ ਹਿਸਾਬ ਦੱਸਿਆ ਮੈਨੂੰ। ਉਹਨੇ ਕਿਹਾ ਵੀ ਤੁਸੀਂ ਹਾਂ ਤਾਂ ਹੀ ਲੈ ਅੱਜ ਫਰੀਦ ਹੋ ਜਾ ਸੋਹਣੇ ਆ। ਲੇਕਿਨ ਉਸਤਾਦ ਜੀ ਅੱਛਾ ਉਸ ਤੋਂ ਬਾਅਦ ਮੈਂ ਕਿਹਾ ਜੀ ਹੋਰ ਉਹਨੇ ਕਿਹਾ ਜੀ ਇੱਕ ਆਖਰੀ ਜਿਹੜੀ ਗੱਲ ਇਹ ਆ ਕਿ ਅਗਲੇ ਬਾਜ਼ਾਰ ਦੇ ਵਿੱਚ ਨੁੱਕਰ ਤੇ ਹੋਮਿਓਪੈਥਿਕ ਵਾਲਾ ਉਹਦੇ ਕੋਲ ਜਾਓ। ਯਾਰ ਉਹ ਕਿਹੜੇ ਬਾਜ਼ਾਰ 'ਚ ਵੜ ਗਏ ਭਾਜੀ? ਉਹ ਟ੍ਰੇਲ ਸੀ ਪੂਰੀ ਸਿਲਸਿਲਾ, ਉਹਨਾਂ ਦਾ ਆਪਣਾ WhatsApp ਗਰੁੱਪ ਸੀ ਕਿ ਆ ਭੇਜ ਰਹੇ ਅੱਗੇ ਤੋਂ ਸਮਝ ਆਈ। ਸਿਲਸਿਲਾਵਾਰ 2 ਹੋ ਗਏ। ਤੀਸਰਾ ਮੈਂ ਚਲਾ ਗਿਆ ਭਾਜੀ ਹੋਮਿਓਪੈਥਿਕ ਵਾਲੇ ਕੋਲ। ਹੁਣ ਹੋਮਿਓਪੈਥਿਕ ਵਾਲੇ ਨਾ ਤੇ ਨਬਜ਼ ਦੇਖਦੇ ਆ, ਨਾ ਹੋਮਿਓਪੈਥਿਕ ਵਾਲੇ ਕੋ ਹੁੰਦਾ ਸਤਾਦੋ ਸ਼ਗਿਰਦੋਸਕੋਪ, ਉਹ ਵੀ ਨਹੀਂ ਹੁੰਦਾ ਉਹਨਾਂ ਕੋਲ। ਉਹਨਾਂ ਦਾ ਇੱਕ ਆਪਣਾ ਨਿਜ਼ਾਮ ਆ। ਉਹਨੇ ਮੈਨੂੰ ਪੁੱਛਿਆ ਤੈਨੂੰ ਮੌਸਮ ਕਿਹੜਾ ਅੱਛਾ ਲੱਗਦਾ? ਅੱਛਾ ਸਵਾਲ। ਤੈਨੂੰ ਹੋਮਿਓਪੈਥਿਕ ਵਾਲੇ ਦਾ ਇਲਾਜ ਦਾ ਨਹੀਂ ਪਤਾ? ਬਹੁਤ ਸ਼ੁਗਲੀ ਇਲਾਜ ਹੁੰਦਾ ਜੀ ਉਹਨਾਂ ਦਾ। ਉਹ ਗੱਲ ਪੁੱਛਣਗੇ ਜਿਹਦੇ ਨਾਲ ਤੇਰਾ ਤਲਕ ਹੀ ਕੋਈ ਨਹੀਂ, ਲੇਕਿਨ ਉਹਦਾ ਤਲਕ ਹੁੰਦਾ। ਤੈਨੂੰ ਮੌਸਮ ਕਿਹੜਾ ਪਸੰਦ ਆ? ਮੈਂ ਕਿਹਾ ਜੀ ਮੌਸਮ ਮੈਨੂੰ ਜਿਸ ਮੌਸਮ 'ਚ ਅੱਛੀ ਰੇਟਿੰਗ ਆਉਂਦੀ ਹੋਵੇ। ਤੇ ਅੱਜ ਕੱਲ੍ਹ ਬਹੁਤ ਖਰਾਬ ਜਾ ਰਿਹਾ ਮੌਸਮ, ਇਹ ਪਿੱਛੇ ਜੇ ਠੀਕ ਸੀ। ਠੀਕ ਹੈ ਜੀ। ਉਹਨੇ ਕਿਹਾ ਮੌਸਮ ਅੱਛਾ ਓਕੇ। ਉਸ ਤੋਂ ਬਾਅਦ ਉਹਨੇ ਕਿਹਾ ਤੈਨੂੰ ਕੋਈ ਬੰਦਾ ਇੱਕਦਮ ਗੱਲ ਕਰੇ, ਆਵਾਜ਼ ਮਾਰੇ, ਜਾਂ ਤੂੰ ਬਿਜ਼ੀ ਹੋਵੇਂ, ਤੈਨੂੰ ਕੋਈ ਬੁਲਾਵੇ ਬਾਰ-ਬਾਰ, ਤੈਨੂੰ ਗੁੱਸਾ ਚੜ੍ਹਦਾ, ਜਾਂ ਤੂੰ ਨਾਰਮਲ ਕਹਿੰਦਾ ਕਿ ਯਾਰ ਮੈਂ ਆ ਰਹਾ ਹਾਂ 1 ਮਿੰਟ ਠਹਿਰੋ? ਮੈਂ ਕਹਿੰਦਾ ਜੀ ਮੈਨੂੰ ਗੁੱਸਾ ਚੜ੍ਹਦਾ ਓਕੇ। ਉਹਨੇ ਕਿਹਾ ਸੇਬਾਂ ਦੀ ਤੂੰ ਰੇਹੜੀ 'ਤੇ ਖਲੋਤਾ ਹੋਇਆ, ਇੱਕ ਥੋੜ੍ਹੇ ਥੋੜ੍ਹੇ ਚਿੱਟੇ ਹੁੰਦੇ, ਇੱਕ ਬਿਲਕੁਲ ਲਾਲ ਹੁੰਦੇ, ਇੱਕ ਬਿਲਕੁਲ ਡਾਰਕ ਲਾਲ ਹੁੰਦੇ, ਤੇਰਾ ਕਿਹੜਾ ਦਿਲ ਕਰਦਾ ਮੈਂ ਲਵਾਂ? ਮੈਂ ਕਿਹਾ ਜੀ ਮੇਰਾ ਦਰਮਿਆਨੇ। ਗਲੇ ਨਹੀਂ, ਗਲੇ ਨਹੀਂ, ਹਲਕਾ ਨਾਰਮਲ। ਉਹਨੇ ਨਾਲ ਲਿਖੀ ਗਿਆ ਓਕੇ ਗਲੇ ਸੇਬ ਪਸੰਦ ਹੈ। ਉਹਨੇ ਇੱਦਾਂ ਦੇ ਮੈਨੂੰ ਕਿੰਨੇ ਸਵਾਲ ਪੁੱਛੇ ਕਿ ਤੇਰੇ ਅੱਗੇ 4 ਜੁੱਤੀਆਂ ਪਈਆਂ ਹਨ, ਪਿਸ਼ੌਰੀ ਚੱਪਲ, ਕੈਂਚੀ ਚੱਪਲ, ਭੱਟੋ ਚੱਪਲ,
ਫੱਟੋ ਚੱਪਲ ਵੀ ਗਈ ਉਹ ਉਹ ਗਲੀ ਪਹਿਲੇ ਹੁੰਦੇ ਸੀ ਉਹ ਇੱਥੇ ਫੁੱਲ ਬਣੇ ਹੁੰਦੇ ਸੀ। ਅੱਛਾ ਉਹ ਚੱਪਲ ਸ਼ੂਜ਼ ਖੇੜੀ ਕੁਆਟੀ ਜੋਗਰ ਤੂੰ ਕਿਹੜੀ ਪਾਏਗਾ? ਮੈਂ ਕਿਹਾ ਜੀ ਮੈਂ ਕੈਂਚੀ ਚੱਪਲ ਟੈਪ ਮੈਂ ਸਹੀ ਰਹਿਣਾ। ਉਹਨੇ ਲਿਖ ਲਿਆ ਮਰੀਜ਼ ਕੈਂਚੀ ਚੱਪਲ ਪਹਿਨ ਕਰ ਖੁਸ਼ ਹੋਤਾ ਠੀਕ ਹੈ। ਸਾਰਾ ਕੁਝ ਕਰਕੇ ਉਹਨੇ ਕਿਹਾ ਲਓ ਜੀ ਹੁਣ ਗੱਲ ਇਹ ਆ ਕਿ ਇੱਥੋਂ ਤੁਸੀਂ ਸਿੱਧੇ ਨਿਕਲਣਾ ਇਹ ਪਰਚੀ ਨਾਲ ਲੈ ਜਾਓ ਅੱਗੇ ਬਾਜ਼ਾਰ ਦੀ ਨੁੱਕਰ ਤੇ ਮੇਰੇ ਉਸਤਾਦ ਦੀ ਦੁਕਾਨ ਉਹਨਾਂ ਨੂੰ ਜਾ ਕੇ ਪਰਚੀ ਦੇ ਦੇਣ। ਯਾਰ ਕਿਹੜੀ ਅੰਜਮਨ ਤਾਜਰਾਨੇ ਮਰੀਜ਼ਾਂ 'ਚ ਵੜ ਉਹ ਕਿ ਗਏ ਕੈਂਚੀਆਂ ਲਾਉਣਾ ਇਹ ਮਰੀਜ਼ ਸੈਂਟਰ ਦੀ ਉੱਥੇ ਜਦੋਂ ਮੈਂ ਗਿਆ ਉਹਨਾਂ ਨੇ ਸਾਰੀ ਪਰਚੀ ਪੜ੍ਹੀ। ਉਹਨਾਂ ਨੇ ਕਿਹਾ ਜੀ ਪਿੱਛੇ ਕੀ ਹਿਸਾਬ ਕਿਤਾਬ ਆ ਕਿਹੜੇ ਮੈਂ ਕਿਹਾ ਜੀ ਪਹਿਲਾ ਜਿਹੜਾ ਸਟੇਸ਼ਨ ਆਇਆ ਸੀ ਨਾ ਉੱਥੇ ਮੈਨੂੰ ਉਹਨਾਂ ਨੇ ਕਿਹਾ ਜੀ ਤੁਸੀਂ ਰੋਟੀ ਛੱਡ ਦਿਓ। ਦੂਜੇ ਸਟੇਸ਼ਨ ਵਾਲੇ ਨੇ ਕਿਹਾ ਨੀਂਦ ਪੂਰੀ ਕਰੋ। ਤੀਜੇ ਸਟੇਸ਼ਨ ਵਾਲੇ ਨੇ ਮੈਨੂੰ ਆ ਸਾਰੀ ਪੁੱਛ ਕੇ ਚੌਥਾ ਹੁਣ ਮੈਂ ਤੁਹਾਡੇ ਕੋਲ ਆ ਗਿਆ ਸਮਾਂ ਸੱਟਾ ਟਾਈਪ। ਇਹ ਕਿਸੇ ਡਾਕਟਰਾਂ ਦੀ ਰੈਕ ਸਿਟੀ ਚ ਬਣੇ ਆਹੋ ਇਹ ਡਾਕਟਰਾਂ ਦਾ ਹਾਲ ਰੋਡ ਸੀ। ਡਾਕਟਰਾਂ ਦੀ ਗੱਲਾਂ ਮੰਡੀ ਵੀ ਆਹੋ ਲੇਕਿਨ ਉਸਤਾਦ ਜੀ ਤੁਸੀਂ ਕਿਤੇ ਖਾਬਰ ਸ਼ਹਜ਼ਾਦ ਸਾਹਿਬ ਕੋਲ ਚਲੇ ਜਾਂਦੇ ਉਹ ਇੰਜ ਦੀ ਲੱਤ ਜੋੜਦੇ ਜੇ ਖਬਰ ਜ਼ੀਨ ਕੋਲ ਵੀ ਗਏ ਨੇ ਉੱਥੇ ਆਹੋ ਅੱਛਾ ਜੀ ਉਸ ਤੋਂ ਬਾਅਦ ਜਨਾਬ ਜੀ ਉਹ ਨਾ ਉਸਤਾਦ ਕੋਲ ਚਲੇ ਉਸਤਾਦ ਕੋਲ ਚਲਾ ਗਿਆ। ਉੱਥੇ ਹੀ ਉਹਨਾਂ ਨੇ ਮੈਨੂੰ ਕਿਹਾ ਕਿ ਬੇਟਾ ਬਾਤ ਇਹ ਹੈ ਨਾਲ ਉਮਰ ਵੀ ਵਧੀ ਜਾ ਰਹੀ ਸੀ ਸਾਰਿਆਂ ਦੀ ਵਾਹ ਠੀਕ ਹੈ ਮੇਰੀ ਵੀ ਵਧੀ ਜਾ ਰਹੀ ਸੀ ਕਿਉਂਕਿ ਕਿੰਨੇ ਤੇ ਦਿਨ ਮਹੀਨੇ ਹੋ ਗਏ ਸੀ। ਪਹਿਲਾਂ ਤੇ ਡਾਕਟਰ ਛਿਲੇ ਦਾ ਹੁਣ ਹਾਂ ਜਦੋਂ ਮੈਂ ਉਹਨਾਂ ਕੋਲ ਨਾਦਰੀਨ ਪਹੁੰਚਿਆ ਨਾ ਆਖਰੀ ਡਾਕਟਰ ਕੋ ਉਹਨੇ ਮੈਨੂੰ ਕਿਹਾ ਕਿ ਯਾਰ ਗੱਲ ਇਹ ਹੈ ਕਿ ਜਿਹੜੇ ਤੈਨੂੰ ਪਹਿਲੇ ਡਾਕਟਰ ਨੇ ਕਹਿਣਾ ਕਿ ਤੂੰ ਰੋਟੀ ਛੱਡ ਦੇ ਉਹਨੇ ਤੈਨੂੰ ਦੱਸਿਆ ਕਿ ਰੋਟੀ ਛੱਡ ਕੇ ਖਾਣਾ ਕੀ ਆ? ਮੈਂ ਕਿਹਾ ਨਹੀਂ। ਕਹਿੰਦਾ ਐ ਹੀ ਤੇ ਰੌਲਾ ਵਾ ਐ ਹੀ ਤੇ ਇਸੇ ਤੋਂ ਤਾਂ ਕਹਿੰਦਾ ਕਾਮਯਾਬ ਨਹੀਂ ਹੁੰਦੇ ਅਸਲ ਉਹਨੇ ਮਰਜ਼ ਫੜੀ ਵੀ ਉਹਨੇ ਤੈਨੂੰ ਦਾਦਾ ਰੋਟੀ ਛੱਡ ਦੇ ਇੱਕ ਮਿਸਾਲ ਅੱਗੋਂ ਖਾਣਾ ਕੀ ਆ? ਆਹੋ ਇਹਦੇ ਨੂੰ ਦੱਸਣਾ ਚਾਹੀਦਾ। ਮੈਂ ਕਿਹਾ ਜੀ ਇਹ ਕਹਿੰਦਾ ਜੀ ਤੁਹਾਨੂੰ ਮੈਂ ਦੱਸਾਂਗਾ। ਸਹੀ ਗੱਲ ਹੈ ਸਹੀ ਹੈ। ਮੈਂ ਕਿਹਾ ਕੀ ਬਾਤ ਆ। ਸਹੀ ਅੱਛਾ ਇਸ ਦੌਰਾਨ ਨਾ ਮੈਂ ਥੋੜਾ ਜ਼ਹਿਨੀ ਤੌਰ ਤੇ ਰਿਲੈਕਸ ਹੋਈ ਜਾ ਰਿਹਾ ਕਿ ਮੈਂ ਹੁਣ ਸਹੀ ਹੱਥਾਂ ਦੇ ਵਿੱਚ ਆ। ਠੀਕ ਹੋ ਗਿਆ ਸੱਤ ਜੋ ਅੱਗੇ ਨਾ ਜਾਇਓ ਤੁਹਾਡੀ ਮਿਹਰਬਾਨੀ। ਉਹਨੇ ਨਹੀਂ ਸਹੀ ਹੈ ਯਾਰ ਬਿਲਕੁਲ ਹਾਂਜੀ ਭਾਜਨ ਉਹ ਜਿਹੜਾ ਚੌਥਾ ਸੀ ਨਾ ਉਹਦੇ ਮਤਲਬ ਅੱਡੇ ਦੇ ਨਾਲ ਹੀ ਉਹਦੀ ਚਿੰਗਚੀ ਚੁੰਗਚੀ ਨਿਜ਼ਾਮ ਸੀ। ਉਹਨੇ ਮੈਨੂੰ ਕਿਹਾ ਭਾਜਨ ਸਵੇਰੇ ਉੱਠ ਕੇ ਨਾ ਤੁਸੀਂ ਅੰਡੇ ਦੀ ਸਫੇਦੀ 2-3 ਅੰਡਿਆਂ ਦੀ ਕੱਲੀ ਸਫੇਦੀ ਵਿਦਆਊਟ ਉਹ ਵਿਚਲੀ ਉਹ ਗੋਲੀ ਜਿਹੜੀ ਗੁੱਲੀ ਹਾਂ ਇਹ ਹੋ ਸਕਦਾ ਕਿ 3 ਅੰਡੇ ਪਹਿਲੇ ਕਰ ਲਓ ਤੇ ਇੱਕ ਵਿੱਚ ਉਹ ਮਿਕਸ ਕਰ ਲਓ ਵਰਨਾ ਅਦਰਵਾਈਜ਼ ਉਹ ਵੀ ਛੱਡ ਦਿਓ। ਉਸ ਤੋਂ ਉਹ ਖਾਓ ਤੁਸੀਂ ਠੀਕ ਹੈ ਜੀ। ਸਵੇਰ ਕੋਈ ਤੁਸੀਂ ਸੇਬ ਖਾ ਲਓ ਕੋਈ ਤੁਸੀਂ ਉਸ ਤੋਂ ਬਾਅਦ ਚਾਹ ਪੀ ਲਓ ਬਸ। ਤੇ ਮੈਂ ਕਿਹਾ ਜੀ ਦੁਪਹਿਰ ਨੂੰ ਕਹਿੰਦਾ ਜੀ ਦੁਪਹਿਰ ਨੂੰ ਤੁਸੀਂ ਇੱਥੋਂ ਚਿੰਗਚੀ 'ਚ ਬੈਠੋ ਤੇ ਉਹਨੂੰ ਕਹੋ ਵੀ ਮੈਨੂੰ ਬਾਈਪਾਸ ਲਾ ਦੇ ਨਹੀਂ ਬਾਈਪਾਸ ਨਹੀਂ ਉਹਨੂੰ ਕਹੋ ਮੈਨੂੰ ਮਨੀਰਾਬਾਦ ਲਾ ਦੇ ਮਨੀਰਾਬਾਦ 9 ਨੰਬਰ ਦੀ ਨੁੱਕਰ ਤੇ। ਹਾਂ ਉੱਥੇ ਕੀ ਉੱਥੇ ਜਦੋਂ ਉਤਰੇਗਾ ਤੇ ਸਾਹਮਣੇ ਨੁੱਕਰ ਤੇ ਮੇਰੇ ਬਹਿਨੋਈ ਦੀ ਦੁਕਾਨ। ਇੱਕ ਮਿੰਟ ਠਹਿਰ ਜਾਓ ਤੂੰ ਉੱਥੇ ਉਹਦੀ ਗੱਲ ਹੀ ਸੁਣੀ ਯਾਰ ਮਜ਼ੇ ਦੀ ਗੱਲ ਤੂੰ ਵਿੱਚ ਪੰਚ ਛੱਡ ਮੈਂ ਉਹਨੂੰ ਕਿਹਾ ਜੀ ਕਿ ਦੁਪਹਿਰ ਨੂੰ ਕੀ ਖਾਣਾ? ਕਹਿੰਦਾ ਦੁਪਹਿਰ ਨੂੰ ਤੁਸੀਂ ਚਿੰਗਚੀ 'ਚ ਬਹਿਣਾ ਇੱਥੋਂ ਤੇ ਮਨੀਰਾਬਾਦ ਚਲੇ ਜਾਣਾ। ਮਨੀਰਾਬਾਦ 9 ਨੰਬਰ ਗਲੀ ਦੀ ਨੁੱਕਰ ਤੇ ਮੇਰੇ ਬਹਿਨੋਈ ਦੀ ਦੁਕਾਨ ਆ। ਅਗਲਾ ਉਹ ਦੁਪਹਿਰ ਉਹਨਾਂ ਨੂੰ ਬਹੁਤ ਅੱਛਾ ਪਤਾ ਕਿ ਦੁਪਹਿਰ ਨੂੰ ਮੇਦਾ ਕੀ ਕਹਿੰਦਾ। ਤਾਂ ਜੀ ਮੈਂ ਉੱਥੋਂ ਬੈਠਾ ਮੈਂ ਉੱਥੇ ਚਲਾ ਗਿਆ। ਇਸ ਦੌਰਾਨ ਮੇਰਾ ਕੋਈ 17,000 ਰੁਪਇਆ ਲੱਗ ਚੁੱਕਿਆ ਸੀ ਬਣਦਾ ਵੀ ਲੇਕਿਨ ਮੈਂ ਇਸ ਤੋਂ ਖੁਸ਼ ਸੀ ਕਿ ਮੇਰੀ ਬਿਮਾਰੀ ਫੜੀ ਜਾ ਰਹੀ। ਓ ਯਾਰ ਵਾਹ ਵਾਹ ਸਮਝ ਆ ਰਹੀ ਗੱਲ ਦੀ ਤਸ਼ਖੀਸ ਵਾਲ ਗੱਲ ਜਾ ਭਾਜੀ ਜਿਸ ਬਿਮਾਰੀ ਦੀ ਤਸ਼ਖੀਸ ਨਹੀਂ ਹੁੰਦੀ ਹਾਂ ਸਹੀ ਗੱਲ ਉਹ ਜੋ ਮਰਜ਼ੀ ਕਰ ਲਓ ਉਹਦਾ ਇਲਾਜ ਨਹੀਂਗਾ। ਨਹੀਂ ਤੇ ਜਿੰਨੇ ਤੁਸੀਂ ਡਾਕਟਰ ਪੜ੍ਹੇ ਇੱਕ ਇੱਕ ਨਾੜ ਉਹਨਾਂ ਦੇ ਹੱਥੀ ਆਈ ਹੋਣੀ। ਨਾ ਦੇਖ ਨੰਬਰਜ਼ ਵਾਲਾ ਲੈਦਾ ਸੀ ਸਟੈਥੋਸਕੋਪ ਵਾਲਾ ਲੈਦਾ ਸੀ ਪੁੱਛ ਕੇ ਹਿਸਾਬ ਕਿਤਾਬ ਤਬੀਅਤ ਵਾਲਾ ਲੈਦਾ ਇਹ ਲੈਦਾ ਅਸੀਂ ਬੇਵਕੂਫੀ ਕਰਦੇ ਸਾਰੇ ਮਸਲੇ ਇੱਕੋ ਡਾਕਟਰ ਨੂੰ ਦੱਸਣਾ। ਨਹੀਂ ਸਹੀ ਗੱਲ ਇਹ ਡਾਕਟਰ ਜਿੱਥੇ ਵੀ ਜਾਓ ਲੈਦਾ ਲੱਗਾ ਹਾਂ ਅਸੀਂ ਸਮਝ ਲੈਨੇ ਵੀ ਇਹ ਹਰ ਡਾਕਟਰ ਮੌਲਾ ਵਾ ਇਹਨੂੰ ਸਾਰਾ ਕੁਝ ਹੀ ਪਤਾ ਹਰ ਇਲਾਜ ਮੌਲਾ। ਆਹੋ ਤੇ ਇਹ ਉਹ ਨਹੀਂ ਹੁੰਦਾ ਹਰ ਫਰਮੋਲਾ ਹਰ ਡਾਕਟਰ ਤੇ ਨਜ਼ਰ ਹੋਣੀ ਚਾਹੀਦੀ ਹੈ ਕਿ ਇਹ ਹੋਮਿਓਪੈਥਿਕ ਵਾਲੇ ਦਾ ਕੀ ਹਿਸਾਬ ਆ। ਇੱਕ ਬਾਡੀ ਹੈ ਤੁਹਾਡੀ ਉਹਨੂੰ ਮੈਕਸਿਮਮ ਜਾ ਕੇ ਲੈਦਾ ਚੈੱਕ ਕਰਾਓ। ਵੈਰੀ ਗੁੱਡ ਕਿਸੇ ਦੇ ਤੇ ਸਮਝ ਆਏਗੀ ਲੇਕਿਨ ਗੱਲ ਇਹ ਆ ਅੱਛਾ ਡਾਕਟਰ ਉਹ ਹੁੰਦਾ ਜਿਹਦੀ ਜਿੰਨੀ ਸਮਝ ਆਵੇ ਉਨੀ ਦੱਸ ਦੇਵੇ ਬਾਕੀ ਅੱਗੇ ਤੋਰ ਦੇਵੇ। ਸਹੀ ਗੱਲ ਬਿਲਕੁਲ ਟਰਾਈਆਂ ਨਾਲ ਮਰੀਜ਼ ਤੇ ਕਰਦਾ ਰਵੇ। ਇਹਨਾਂ ਨੇ ਫਿਰ ਵਾਹ ਵਾਹ ਇਹਨਾਂ ਨੇ ਡਿਗਰੀਆਂ ਕਿਦਾਂ ਕੀਤੀਆਂ ਹੋਣੀਆਂ ਇਹਨਾਂ ਨੇ? ਉਸਤਾਦ ਜੀ ਇੱਕ ਨੇ ਐਮ ਇੱਕ ਨੇ ਬੀ ਨਹੀਂ ਡਿਗਰੀ ਇੱਕ ਨਾ ਇਹ ਕੈਟਾਗਰੀਆਂ ਹੁੰਦੀਆਂ ਨੇ ਡਾਕਟਰਾਂ ਦੀਆਂ ਜਿੱਦਾਂ ਇੱਕ TNT ਹੁੰਦਾ ਵਾ TNT ਡਾਕਟਰ ਹੁੰਦਾ ENT ਸਰ ਜੀ ਹੈ ENT ਓਏ TNT ਹੁੰਦਾ ਸਤਿਆਨੇ ਰੋਡ ਤੇ ਬੜੀ ਵੱਡੀ ਕਲੋਨੀ। ਹਾਂ ਉਹ ਤੋਂ ਡਾਕਟਰਾਂ ਦੀ ਕਲੋਨੀ ਹੈ TNT। ਨਹੀਂ ਉਸਤਾਦ ਜੀ ENT 에ਅਰ N ਦੇ ਨਾਲ ਨੋਜ਼ ENT ਟੀਥ 에ਅਰ ਨੋਜ਼ ਟੀਥ ਇਹ ਨਹੀਂ ਉਹ ਟੀਥ ਨਹੀਂ ਟੌਂਸਿਸ ਟੌਂਸਿਲਸ
ਤਾਂ ਸਹੀ ਉੱਥੋਂ ਰਾਜ ਫਿਰ ਡਾਕਟਰ ਡਬਲ ਕਰਾ ਰਹੇ ਸੀ ਤੁਸੀਂ, ਮਤਲਬ ਜਿੱਥੋਂ ਨਿਕਲੇ ਸੀ ਇੰਨੇ ਸੁਣ ਲਾ ਨਾ, ਚੌਥੀ ਜਗ੍ਹਾ ਤੇ ਪਹੁੰਚੇ। ਇੱਕ ਡਾਕਟਰ ਆ ਉਹ ਅੱਖਾਂ ਵਾਲਾ ਹੁੰਦਾ, ਇੱਕ ਡਾਕਟਰ ਆ ਮਿਹਦੇ ਦਾ ਸਪੈਸ਼ਲਿਸਟ ਹੁੰਦਾ, ਜਿੱਦਾਂ ਉਹ ਗੁਲਾਮਾਬਾਦ ਵਾਲੇ ਨੇ ਮਿਹਦੇ ਦੇ ਸਪੈਸ਼ਲਿਸਟ ਤੇ ਡਾਕਟਰ। ਅੱਖਾਂ ਵਾਲੇ ਤੇ ਉਸਤਾਦ ਜੀ ਸਾਰੇ ਹੀ ਹੁੰਦੇ, ਅੱਖਾਂ ਤੋਂ ਬਗੈਰ ਵੀ ਕੀ ਹੁੰਦਾ? ਇਹ ਕਿਹੜੀ ਗੱਲ ਕਰਦੇ ਆਪਣਾ ਹਸਾਨ ਤੁਸੀਂ? ਸਿੱਧਾ ਹੀ ਹੈ ਨਾ। ਉਹਨਾਂ ਦੀ ਗੱਲ ਕੰਟੀਨਿਊ ਅੱਛਾ ਨਾ, ਉਹ ਤੂੰ ਦੇਖ ਕੈਸਾ, ਮਤਲਬ ਕਿ ਮੈਂ ਜਿਹੜੀ ਤੋੜ ਰਿਹਾ ਗੱਲਾਂ ਉਹ ਬਿਲਕੁਲ ਬੇਲੋਜਿਕੀ ਕਰਕੇ ਉਹਨੂੰ ਤੋੜ ਰਿਹਾ, ਲੇਕਿਨ ਮੈਂ ਟੁੱਟਣ ਨਹੀਂ ਦੇ ਰਿਹਾ। ਬਹੁਤ ਅੱਛੇ। ਠੀਕ ਆ, ਉਹ ਇਮਲੀ 2 ਹੋਇਆ ਇਸ ਟਾਈਮ। ਅੱਛਾ ਜੀ। ਗੱਲ ਇਹ ਹੈ ਕਿ ਇੱਕ ਹੁੰਦਾ ENT, ਹਾਂਜੀ ENT, E ਮਾਈਨਰ ਐਂਟੀ, E ਮੇਜਰ ਐਂਟੀ, ਉਹ ਤੇ ਸਬਕ ਹੁੰਦਾ। E ਸ਼ਾਰਪ ਐਂਟੀ। ਹਾਂ ਠੀਕ ਹੈ, E ਸ਼ਾਰਪ, E ਮਾਈਨਰ 7th ਐਂਟੀ ਯਾਰ ਕਰਪਸ਼ਨ। ਠੀਕ ਹੈ, ਅੱਧਾ ਜੋ ਸਾਡਾ ਇੰਡਸਟਰੀ ਲਈ ਹੁੰਦਾ। ਕਸਮ ਸੁਣ ਲਓ ਨਾਜ਼ਰੀਨ, ਗੱਲ ਇਹ ਆ, ਤੁਹਾਨੂੰ ਪਤਾ ਲੱਗੇਗਾ ਅੱਜ ਕਿ ਇਲਾਜ ਕਰਾਉਣਾ ਸਾਨੂੰ ਇਹ ਨਹੀਂ ਪਤਾ ਇਲਾਜ ਕਰਾਉਣਾ ਕਿੱਦਾਂ। ਇੱਕ ਮਹੱਲੇ 'ਚ ਡਾਕਟਰ ਆ ਵੀ 75,000 ਬਿਮਾਰੀਆਂ ਨੇ, ਓਏ ਉਹ ਕੀ ਅੱਲਾ ਮਾਫੀ ਦੇਵੇ, ਹਰ ਬਿਮਾਰੀ ਤੇ ਉਹਦਾ ਅਰੂਜ ਹਾਸਲ ਉਹਨੇ, ਜਿੱਥੋਂ ਬੂਰ ਯਾਰ ਬੂਰ ਬੂਰਬਨ, ਹਰ ਬਿਮਾਰੀ ਤੇ ਅਬੂਰ ਹੁੰਦਾ, ਬੂਰ ਨਹੀਂ ਹੁੰਦਾ, ਮੈਂ ਬੂਰ ਕਿਹਾ ਵਾ। ਅਬੂਰ। ਹਾਂਜੀ ਤੇ ਅਸੀਂ ਮਹੱਲੇ 'ਚ ਇੱਕੋ ਡਾਕਟਰ, ਆਹੋ ਤੇ ਨਾਂ ਵੀ ਉਹਦਾ ਹੁੰਦਾ ਵਾ ਡਾਕਟਰ ਦਾ ਸ਼ੌਕਾ, ਅੱਛਾ ਡਾਕਟਰ ਬਿੱਲਾ, ਡਾਕਟਰ ਜੈਮਤ। ਨਹੀਂ ਜੈਮਤ ਨਹੀਂ, ਜਿਹੜੇ ਸਹੀ ਨਾਂ ਬੇਸਿਕਲੀ ਉਹ ਕੰਪਾਊਂਡਰ ਹੁੰਦੇ ਨੇ ਕਿਸੇ ਅੱਛੇ ਡਾਕਟਰ ਦੇ। ਤੇ ਉਸ ਤੋਂ ਬਾਅਦ ਮਹੱਲੇ 'ਚ ਨੁੱਕਰ ਤੇ ਦੁਕਾਨ, ਹੁਣ ਤੇ ਗਵਰਨਮੈਂਟ ਨੇ ਬੜੀ ਸਖਤੀ ਕਰਤੀ ਨਾ, ਉਹ ਡਿਗਰੀਆਂ ਚੈੱਕ ਕਰਦੇ ਨੇ। ਉਹਦੇ ਕੋਲ ਚੱਲਣਾ ਵੀ ਤੇਰੇ ਗੁਰਦੇ 'ਚ ਦਰਦ ਆ, ਤੇ ਉਹਦੇ ਕੋਲ ਤੂੰ ਕਦੀ ਦੇਖ ਲਈ ਅੰਦਰ ਜਿੱਥੇ ਜਾਏਗਾ ਨਾ, ਉੱਥੇ ਜ਼ਿਆਦਾ ਤੋਂ ਜ਼ਿਆਦਾ 14 ਤੋਂ 15 ਸਿਰਫ ਕੈਟਾਗਰੀ ਹੁੰਦੀਆਂ ਦਵਾਈਆਂ ਦੀ। ਮੈਡੀਕਲ ਸਟੋਰ ਤੇ ਜਾਓ ਤੁਸੀਂ, ਕਿੰਨੀਆਂ ਪਈਆਂ ਹੁੰਦੀਆਂ। ਹੁਣ ਉਹ ਜਿਹੜਾ ਮੈਡੀਕਲ ਸਟੋਰ ਤੇ ਕਿੰਨੀਆਂ ਬੜੀਆਂ ਪਈਆਂ ਹੁੰਦੀਆਂ, ਉਹ ਵੀ ਤੇ ਕਿਤਨਾ ਇਨਸਾਨਾਂ ਵਾਸਤੇ ਹੀ ਹੈ ਨਾ। ਲੇਕਿਨ ਉਹ ਜਿਹੜਾ ਮਹੱਲੇ ਵਾਲਾ ਡਾਕਟਰ, ਉਹਦੇ ਕੋਲ ਸਿਰਫ 10-12 ਪਈਆਂ ਹੋਣਗੀਆਂ, ਔਰ ਖੁੱਲੀਆਂ ਗੋਲੀਆਂ ਲੈ ਕੇ ਆਉਂਦੇ ਨੇ ਉਹ ਇੱਥੋਂ ਛਾਲਮੀਓ, ਇੱਥੋਂ ਰੇਲ ਬਾਜ਼ਾਰੋਂ। ਤੋੜ ਕੇ ਹਾਂਜੀ ਨਹੀਂ ਖੁੱਲੀਆਂ ਗੋਲੀਆਂ ਕਿੱਦਾਂ ਯਾਰ? ਮੈਂ ਤੁਹਾਨੂੰ ਦੱਸਦਾ ਯਾਰ, ਆ ਜਿਹੜਾ ਚਨੋਟ ਬਾਜ਼ਾਰ ਨਹੀਂ, ਇਹਦੇ ਅੰਦਰ ਤੂੰ ਖੁੱਲੀਆਂ ਤੋਂ ਮੁਰਾਦ ਇਹ ਨਹੀਂ ਵੀ ਤੋੜੇ ਚੋਂ ਕੱਢ ਕੇ ਇੰਜ ਗਿਣ ਕੇ ਦਿੰਦੇ ਨੇ, ਮਤਲਬ ਵੱਡੇ ਡੱਬਾ ਹੁੰਦਾ ਉਹਦੇ ਚ ਹੁੰਦੀਆਂ। ਹੁਣ ਉਸੇ ਹੀ ਕੰਮ ਦੀ ਇੱਕ ਗੋਲੀ ਮੈਡੀਕਲ ਸਟੋਰ ਤੋਂ 14 ਰੁਪਏ ਦੀ ਇੱਕ ਮਿਲਦੀ ਹੈ, ਜਿਹੜੀ ਕੰਪਨੀ ਦੀ ਬ੍ਰਾਂਡ। ਠੀਕ ਆ ਜੀ, ਉਹ ਹੁਣ ਦੇਖਣਾ ਪੈਨਾਡੋਲ ਆ, ਕਿੰਨੇ ਦੀਆਂ? 5 ਰੁਪਏ ਦੀਆਂ 10, 20 ਰੁਪਏ ਦੀਆਂ 10। ਨਹੀਂ ਭਾਈ ਹੁਣ ਜ਼ਿਆਦਾ ਮਹਿੰਗੀਆਂ। 20 ਰੁਪਏ ਦੀਆਂ ਹੋ ਜਾਣੇ, ਪੱਤਾ ਹੋ 5 ਜਾਏਗਾ। ਰੁਪਏ ਦੀ ਇੱਕ ਹੋ ਗਈ ਹੈ ਯਾਰ 20 ਰੁਪਏ ਦਾ ਪੱਤਾ ਹੋ ਜਾਏਗਾ, ਜਦੋਂ ਪੱਤਾ ਲੈਣਾ ਥੋਕ 'ਚ 20 ਰੁਪਏ ਦਾ ਪੱਤਾ ਮਿਲ ਜਾਏਗਾ। ਇੱਕ ਮਿਸਾਲ ਆ, ਇੰਜ ਉਹਨਾਂ ਨੇ ਨਾ, ਇੰਜ ਉਹ ਡਾਕਟਰਾਂ ਨੇ ਇੰਜ, ਫਿਰ ਤੂੰ ਕਦੀ ਦੇਖੀ ਉਹਨਾਂ ਡਾਕਟਰਾਂ ਨੇ ਨਾ ਕੋਈ ਗਲਵਜ਼ ਹੁੰਦੇ ਨੇ, ਨਾ ਕੋਈ ਗੱਲਬਾਤ ਹੁੰਦੀ, ਇੰਜ ਫੜਦੇ ਨੇ, ਇੰਜ ਹੱਥ ਤੇ ਸਿੱਟਦੇ ਨੇ ਤੇ ਪੁੜੀਆਂ 'ਚ ਪਾਈ ਜਾਂਦੇ ਨੇ ਗਿਣ ਕੇ, ਇੰਜ ਉਸ ਨਾਲ ਹੱਥਾਂ ਨਾਲ। ਹੁਣ ਪਤਾ ਨਹੀਂ ਉਹ ਮੈਡੀਸਨ ਨੂੰ ਤਾਂ ਫੜਨਾ ਨਹੀਂ ਚਾਹੀਦਾ, ਹੱਥ ਲਾਉਣਾ ਨਹੀਂ ਚਾਹੀਦਾ। ਮੈਡੀਸਨ ਤੇ ਜ਼ਿਆਦਾ ਅਗਰ ਤੁਸੀਂ ਉਹ ਖੋਲਦੇ ਹੋ ਨਾ, ਤੇ ਉਹਨੂੰ ਜ਼ਿਆਦਾ ਦੇਰ ਬਾਹਰ ਵੀ ਨਹੀਂ ਰੱਖਣਾ ਚਾਹੀਦਾ, ਬਲਕਿ ਉਹਨੂੰ ਪੱਤੇ ਨੂੰ ਇੰਜ ਖੋਲ ਕੇ। ਹਾਂ ਠੀਕ ਹੈ। ਤੇ ਉਹ ਡਾਕਟਰਾਂ ਦਾ ਹਿਸਾਬ ਦੇਖੀ ਤੂੰ ਹੱਥ ਨਾਲ ਗਿਣ ਰਹੇ ਹੁੰਦੇ, ਜਿਵੇਂ ਹੁਣ ਇਹਨੇ ਸਿੱਟਣਾ ਐ ਕਰਕੇ ਲਾਇਆ ਬਈ, ਤੇ ਇੱਕ ਵੱਡਾ ਕੈਪਸੂਲ ਫੜ ਕੇ ਉਹਨੇ ਕਹਿਣਾ ਕਿਹਨੂੰ ਲਾਵਾਂ, ਉਹਨੇ ਕਹਿਣਾ ਆ ਲਾ ਪੈਂਪੌਨ ਸਟੋਨ ਲਾ। ਉਹ ਇਸ ਟਾਈਪ ਦੇ ਉਹ ਕਰ ਰਹੇ ਹੁੰਦੇ, ਐਂ ਕਰਕੇ ਤੇ ਇੰਜ ਕਰਕੇ, ਉਹ ਨਕਾਂਪੂਰ ਟਾਈਪ ਨਿਜ਼ਾਮ ਕਰ ਰਹੇ ਹੁੰਦੇ। ਅੱਛਾ ਉਸਤਾਦ ਜੀ, ਇੱਕ ਸਿਰਫ ਐਡ ਕਰ ਲਓ ਕਿ ਜਿਹੜੇ ਲੋਕ ਡਾਕਟਰ ਕੰਪਿਊਟਰ ਹੁੰਦੇ ਨੇ ਨਾ, ਉਹਨਾਂ ਨੇ ਦਵਾਈ ਖੋਲਣ ਲਈ ਉਹ ਛਾਪਰ, ਜਿਹੜੇ ਛੋਟੀ ਜਿਹੀ ਛਾਪਰੀ ਜਿਹੀ ਹੁੰਦੀ, ਉਹ ਫੜ ਕੇ ਨਾ, ਉਹ ਸਭ ਤੋਂ ਖਤਰਨਾਕ ਇਹ ਫੂਕ ਮਾਰ ਕੇ ਖੋਲਣਾ। ਇਹ ਇੱਕ ਹੋਰ ਟੌਪਿਕ ਆ ਯਾਰ। ਅੱਛਾ ਜੀ, ਉਹ ਹੁਣ ਉਸ ਡਾਕਟਰ ਕੋ ਜਾ ਕੇ ਦੁਨੀਆ ਜਾਣਦਾ। ਇਸ ਤੋਂ ਮੈਂ ਮੁਖਤਲਿਫ ਡਾਕਟਰਾਂ ਕੋ ਜਾ ਰਿਹਾ, ਮੈਨੂੰ ਵੀ ਪਤਾ ਵਾ ਕਿ ਜਿਹਨੇ ਸਭ ਤੋਂ ਪਹਿਲੇ ਦੱਸਿਆ ਉਹ ਮੈਨੂੰ ਇਹ ਵੀ ਦੱਸੇ। ਉਹਨੂੰ ਮੈਂ ਕਹਾਂ ਵੀ ਤੂੰ ਫੀਸ ਲਈ ਆ, ਤੂੰ ਮੈਨੂੰ ਇਹ ਦੱਸਿਆ ਰੋਟੀ ਨਹੀਂ ਖਾਣੀ, ਤੇ ਮੈਨੂੰ ਦੱਸ ਖਾਣਾ ਕੀ ਆ। ਹਾਂ ਬਿਲਕੁਲ ਹੈਨਾ, ਤੁਹਾਡੀ ਗੱਲ ਤੇ। ਲੇਕਿਨ ਹੋ ਸਕਦਾ ਉਹਨੂੰ ਨਾ ਪਤਾ ਹੋਵੇ, ਮੈਂ ਧੱਕੇ ਨਾ ਪੁੱਛ ਕੇ ਗਲਤ ਐਡਵਾਈਸ ਲੈ ਕੇ ਘਰ ਆ ਜਾਵਾਂ। ਸਮਝ ਆ ਰਹੀ? ਇਸ ਤੋਂ ਮੈਂ ਹੁਣ ਮਨੀਰਾਬਾਦ 9 ਨੰਬਰ ਗਲੀ 'ਚ ਆ ਗਿਆ ਵਾਪਸ। ਅੱਛਾ ਹਾਂ, ਉਹਨੂੰ ਮੈਂ ਕਿਹਾ ਦੁਪਹਿਰ ਨੂੰ ਕੀ ਖਾਣਾ ਵਾ, ਤੂੰ ਮੇਰਾ ਹਾਫਜ਼ਾ ਚੈੱਕ ਕਰ। ਵਾਹ ਤੂੰ ਹੁੰਦਾ ਤੂੰ ਉਹਨੂੰ ਭੁੱਲ ਜਾਣਾ ਸੀ। ਮੈਂ ਉਹਨੂੰ ਕਿਹਾ ਦੁਪਹਿਰ ਨੂੰ ਕੀ ਖਾਣਾ ਵਾ, ਉਹਨੇ ਕਿਹਾ ਦੁਪਹਿਰ ਨੂੰ ਭਾਵੇਂ ਤੁਸੀਂ ਖਸਮਾਂ ਨੂੰ। ਨਹੀਂ ਉਹ ਤੇ ਰੋਟੀ ਤੋਂ ਘੰਟਾ 1.5 ਘੰਟਾ ਬਾਅਦ ਖਾਈਦਾ ਜਦੋਂ ਪੇਟ ਖਾਲੀ ਹੋਵੇ। ਹਾਰ ਸਹੀ ਰਹਦੇ ਵੈਸੇ। ਉਹਨੇ ਕਿਹਾ ਜੀ ਕਿ ਤੁਸੀਂ ਦੁਪਹਿਰ ਨੂੰ ਸੈਲਡ ਬਣਾ ਕੇ, ਸੈਲਡ, ਖੀਰੇ, ਤਰ ਟੈਪ, ਹਲਕਾ ਜਿਹਾ ਪਿਆਜ਼, ਥੋੜੇ ਜਿਹੇ ਵਿੱਚ ਖੂਬਸੂਰਤੀ ਵਾਸਤੇ ਚਿੱਟੇ ਚਨੇ ਕੋ ਥੋੜੇ ਉਬਾਲ ਲਓ, ਇਸ ਟੈਪ ਦਾ ਚੁਕੰਦਰ ਕਾ ਸਿਕੰਦਰ ਉਹ ਪਾ ਲਓ। ਉਸ ਤੋਂ ਬਾਅਦ ਉਹਨੇ ਕਿਹਾ ਵਿੱਚ ਤੁਸੀਂ ਥੋੜਾ ਜਿਹਾ ਹਲਕਾ ਫੁਲਕਾ ਕੋਈ ਸੇਬ ਕੱਟ ਲਓ ਜੀ। ਠੀਕ ਹੈ ਜੀ, ਇੱਕ ਦੋ ਕੇਲੇ ਥੋੜੇ ਜਿਹੇ ਸਿੱਟ ਲਓ। ਆਪਣੀ ਖੁਸ਼ ਇਖਲਾਕੀ ਹੈ ਤੁਹਾਡੀ। ਉਹ ਕੀ ਕਹਿੰਦੇ, ਸਵਾਬ ਦੀ ਨਹੀਂ ਹਸਬੇ ਜ਼ਰੂਰਤ ਹਸਬੇ ਸਲਾਦ, ਉਹ ਤੁਸੀਂ ਪਾ ਲਓ। ਹਸਬੇ ਜ਼ੈਕਾ,
ਜੋ ਤੁਹਾਨੂੰ ਲੱਗੇ, ਲੇਕਿਨ ਕੋਈ ਬਾਦੀ ਚੀਜ਼ ਆਲੂ ਨਹੀਂ ਪਾ ਲੈਣੇ ਉਹ 'ਚ, ਸਮਝ ਆ ਨਾ, ਇਸ ਤਰ੍ਹਾਂ ਦਾ ਕੋਈ ਜਿਹੜੇ ਤੁਹਾਡੇ ਮਨੋਰਾਈਟਸ ਨੂੰ ਖਰਾਬ ਕਰ ਦੇਣ। ਅਪੋਲੋ ਨਹੀਂ ਹਾਰਮੋਨਸ ਨਹੀਂ, ਨਹੀਂ ਜਿਤਮੂਨਸ ਵੀ ਨਹੀਂ, ਹਾਰਮੋਨੀਅਮ ਮੂਨ ਸੀਡੀ ਵਾਲੇ। ਠੀਕ ਹੈ, ਲੇਕਿਨ ਸਿਟੀ ਕਾਰਨਰ ਲਫ਼ਜ਼ ਜਿਹੜਾ ਚਕੰਦਰ ਕਿਹਾ ਨਾ, ਚਕੰਦਰ ਨਹੀਂ ਚੁਕੰਦਰ ਹੁੰਦਾ। ਅੱਛਾ ਜੀ, ਆਹੋ ਉਹ ਯਾਰ ਨਹੀਂ ਹੁੰਦੇ ਜਿਹੜੇ ਚੁਕੰਦਰ ਇਦਾਂ ਦੀਆਂ ਕਾਫੀ ਚੀਜ਼ਾਂ ਹੁੰਦੀਆਂ ਨੇ, ਲਾਲ ਕੱਟ ਕੇ ਨਿਜ਼ਾਮ, ਆਹੋ। ਠੀਕ ਹੈ ਨਾ। ਫਿਰ ਮੌਸਮ ਦੇ ਹਿਸਾਬ ਨਾਲ ਵੀ ਕੋਈ ਚੀਜ਼ਾਂ ਤਰ੍ਹਾਂ ਚੱਲ ਰਹੀਆਂ ਨੇ, ਆਹੋ ਠੀਕ ਹੈ ਨਾ। ਉਸ ਤੋਂ ਬਾਅਦ ਖੀਰੇ ਕੱਟ ਲਓ, ਆਹੋ ਨਹੀਂ ਮੂਲੀ ਨਹੀਂ, ਮੂਲੀ ਠੰਡੀ ਹੁੰਦੀ, ਮੂਲੀ ਜੋੜਾਂ 'ਚ ਬਹਿ ਜਾਂਦੀ। ਤਰ ਹਾਂ ਥੋੜਾ ਜਿਹਾ ਟਮਾਟਰ ਕੋ ਹਲਕਾ ਫੁਲਕਾ, ਪਿਆਜ਼ ਹਲਕਾ ਫੁਲਕਾ, ਇਹ ਨਹੀਂ ਉੱਤੋਂ ਦੇ ਥੋੜਾ ਜਿਹਾ ਨਿੰਬੂ ਸ਼ਿੰਬੂ। ਮਨੀਰਾਬਾਦ ਤੋਂ ਗਾਂ ਤੇ ਨਹੀਂ ਗਏ ਕਿਤੇ? ਸੁਣ ਲਾ ਨਾ, ਹਾਲੇ ਤੇ ਮੇਰਾ ਸਫ਼ਰ ਸ਼ੁਰੂ ਹੋਇਆ, ਮੇਰੀ ਕੋਈ ਬਿਮਾਰੀ ਐਵੇਂ ਫੜੀ ਜਾਣੀ। ਉੱਪਰ ਨਮਕ ਕਾਲਾ ਪਾਣਾ ਕੇ ਦੂਜਾ? ਹਾਂ ਮਸਾਲਾ ਜਿਹਾ ਪਾ ਕੇ, ਉਹ ਵੱਡੇ ਨਹੀਂ ਹੁੰਦੇ ਇੱਕ ਜਿਹੜੇ ਉਹ ਐ ਨਿਚੋੜਦੇ ਹੁੰਦੇ, ਉਹ ਨਿੰਬੂ ਨਿੰਬੂ ਨਹੀਂ ਹੁੰਦੇ, ਖੱਟਾ, ਉਹ ਵੱਡਾ ਜਿਹਾ ਮਾਲਟਾ ਟਾਈਪ। ਇਹਨਾਂ ਨੂੰ ਪੁੱਛੀ ਜਾਓ ਮਨੀਰਾਬਾਦ ਚੋਂ ਨਿਕਲਣ ਨਾ ਦਿਓ। ਅੱਛਾ ਉਹ ਇੰਜ ਕਰਕੇ ਨਾ, ਇੰਜ ਕਰਕੇ ਨਿਚੋੜਨਾ, ਹਾਂ ਰੰਜ ਹਾਂ ਹਾਂ ਇੰਜ ਕਰਕੇ ਪਾ ਕੇ ਦੁਪਹਿਰ ਨੂੰ ਉਹਨੇ ਕਿਹਾ ਜੀ ਤੁਸੀਂ ਉਹ ਖਾਣਾ। ਵੈਰੀ ਗੁੱਡ ਯਾਰ, ਅੱਲਾ ਦੀ ਰਹਿਮਤ ਨਾਲ ਇਲਾਜ ਹੋ ਗਿਆ। ਉਹ ਨਹੀਂ ਯਾਰ, ਉਸ ਤੋਂ ਬਾਅਦ ਮੈਂ ਕਿਹਾ ਜੀ ਅਗਰ ਮੈਨੂੰ 6-7 ਵਜੇ ਭੁੱਖ ਲੱਗਦੀ ਹੈ, ਮਤਲਬ ਦੁਪਹਿਰ ਨੂੰ ਮੈਂ ਖਾ ਲਈ, ਈਵਨਿੰਗ 'ਚ ਮੈਨੂੰ ਥੋੜੀ ਭੁੱਖ ਮਹਿਸੂਸ ਹੋਈ, ਉਹਨੇ ਮੁੰਡੇ ਨੂੰ ਆਵਾਜ਼ ਮਾਰੀ, ਉਹਨੇ ਕਿਹਾ ਸ਼ਹਜ਼ਾਦ, ਉਹਨੇ ਕਿ ਲਿਆ ਕੇ ਦੇ ਅੰਦਰ ਕੁਝ ਖਾਣ ਨੂੰ। ਨਹੀਂ ਉਹਨੇ ਕਿਹਾ ਬਾਈਕ ਕੱਢ, ਇਹਨਾਂ ਨੂੰ ਬਾਲੇ ਦੁਕਾਨ ਤੇ ਛੱਡ ਗਿਆ। ਅੱਗੇ ਫੇਰ ਚਲੇ ਹਲੇ ਲਾਜ ਉਹਨੇ ਕਿਹਾ ਜੀ ਬਾਲਾ ਜਿਹੜੇ ਨੇ ਨਾ, ਅਸਲ ਮੇਰੇ ਉਸਤਾਦ ਮੈਂ ਉਹਨਾਂ ਕੋਲ ਸਿੱਖਿਆ ਹੈ, ਸ਼ਾਮ ਦਾ ਉਹਨਾਂ ਨੂੰ ਪਤਾ ਵਾ ਕਿ ਕੀ ਖਾਣਾ। ਅਸਲ ਉਸਤਾਦ ਉਹ ਆ ਬਾਲਾ, ਉਹਦਾ ਨਾਮ ਹੀ ਨਹੀਂ ਡਾਕਟਰ ਵਾਲਾ ਬਾਲਾ। ਤੇ ਇਦਾਂ ਦਾ ਹੀ ਹੁੰਦਾ ਸੀ, ਇੱਕ ਡਾਕਟਰ ਇਕਬਾਲ ਸੀ ਨਾ, ਅੱਛਾ ਇਕਬਾਲ ਸਾਹਿਬ ਤੇ ਬਾਲਾ ਕਹਿੰਦੇ ਸੀ, ਚਤੀਰੀ ਦਾ ਭਰਾ। ਉਹ ਉਹਨੇ ਮੈਨੂੰ ਟੁੱਟਾ ਜਿਹਾ ਯਾਮਾ ਕੱਢਿਆ, ਫੀਸ ਲਈ ਉਹਨੇ 300 ਰੁਪਇਆ ਮੇਰੇ ਕੋਲ ਕਰ ਲਾ ਗਿਆ, ਉਹਨੇ ਮੈਨੂੰ ਬਾਲੇ ਕੋ ਛੱਡਤਾ। ਬਾਲਾ ਸੀ ਅੱਗੇ ਮਰਜ਼ੀਪੁਰੇ ਦੇ ਕੋਲ, ਉਧਰ ਜਿਹਦੇ ਲੱਗ ਹੋਇਆ ਹੋ ਮਰਜ਼ੀਪੁਰੇ ਦੇ ਮਰਜ਼ੀਪੁਰੇ ਦੇ ਕੋਲ। ਦੇਖਣਾ ਮੈਂ ਇਧਰੋਂ ਸ਼ੁਰੂ ਹੋਇਆ ਨਾ, ਰੂਟ ਨਹੀਂ ਮੈਂ ਛੱਡਣਾ, ਮੈਂ ਬੇਟਾ ਮੁਲਤਾਨ ਤੱਕ ਜਾਣਾ। ਮੁਲਤਾਨ ਤੇ ਇੱਧਰ ਅੱਛਾ ਉਸ ਤੋਂ ਬਾਅਦ ਜਨਾਬ ਜੀ ਉਹਦੇ ਕੋਲ ਚਲਾ ਗਿਆ ਮੈਂ। ਇਹ ਮਰਜ਼ੀਪੁਰਾ ਕਿੱਥੇ ਉਸਤਾਦ? ਯਾਰ ਮਕਬੂਜ਼ਾ ਮਰਜ਼ੀਪੁਰੇ ਦਾ ਨਹੀਂ ਤੈਨੂੰ ਪਤਾ? ਮਰਜ਼ੀ ਆ ਤੇਰੀ, ਤੈਨੂੰ ਮਰਜ਼ੀ ਪਤਾ ਨਹੀਂ। ਇਹ ਜ਼ਬਰਦਸਤੀ ਪੂਰੇ ਤੋਂ ਅਗਲੀ ਸਾਈਡ ਤੇ। ਉਸ ਤੋਂ ਬਾਅਦ ਜਨਾਬ ਜੀ ਮੈਂ ਉਹਨਾਂ ਕੋਲ ਚਲਾ ਗਿਆ ਨਾਜ਼ਰੀਨ। ਮਾਰਫਤ ਦੀਆਂ ਗੱਲਾਂ ਨੇ, ਇਹਦੇ ਚ ਤੁਸੀਂ ਆਪਣੇ ਆਪਣੇ ਹਿਸਾਬ ਦੀ ਗੱਲ ਕੱਢ ਲੈਣੀ ਹੈ। ਇਲਾਜ ਜਵਾਬੇ ਇਲਾਜ, ਇਹ ਤੁਸੀਂ ਦੇਖਣਾ ਹਿਸਾਬ। ਉਸ ਤੋਂ ਬਾਅਦ ਜਨਾਬ ਜੀ ਮੈਂ ਉਹਨਾਂ ਕੋਲ ਗਿਆ, ਉਹਨੂੰ ਮੈਂ ਪਹਿਲੇ ਸਾਰਾ ਦੱਸਿਆ ਜੀ, ਪਹਿਲੇ ਡਾਕਟਰ ਨੇ ਕਿਹਾ ਖਾਣਾ ਕੁਛ ਨਹੀਂ, ਦੂਜੇ ਨੇ ਆ, ਤੀਜੇ ਨੇ ਆ, ਚੌਥੇ ਨੇ ਆ, ਪੰਜੇ, ਹੁਣ ਤੁਸੀਂ ਆ ਜਾਓ। ਉਹਨੇ ਕਿਹਾ ਹਾਂਜੀ ਸ਼ਾਮ ਵਾਲਾ ਕੰਮ ਜਿਹੜਾ ਨਾ, ਸ਼ਾਮ ਨੂੰ ਉਹਨੇ ਕਿਹਾ ਜੀ ਅਗਰ ਤੁਸੀਂ ਭੁੱਖ ਲੱਗੇ ਤੁਹਾਨੂੰ, ਤੁਸੀਂ ਖੀਰੇ ਸਿੰਪਲ ਲੈਣੇ ਨੇ 1-2 शाम को, ठीक है जी। उनकी झाग निकाल के उनको छील के हल्का सा नमक काली मिर्च टाइप के साथ या वैसे ही वो खा लेने। ਇਹ ਬਾਲੇ ਨੇ ਦੱਸਿਆ, ਇਹ ਬਾਲੇ ਨੇ ਦੱਸਿਆ, ਇਹ ਪਿੱਛੋਂ ਮਨੀਰਾਬਾਦ ਤੋਂ ਜਿਹੜਾ ਬਾਲੇ ਬਾਲੇ ਹਾਂਜੀ। ਤੇ ਮੈਂ ਕਿਹਾ ਜੀ ਹੁਣ ਫਾਈਨਲ ਆ ਗਿਆ ਰਾਤ रात होने ਦੀ की ਗੱਲ, ਉਹ ਕਿਉਂਕਿ ਬਾਲੇ ਤੋਂ ਗਾਂ ਜਾਣੀ ਨਹੀਂ ਸੀ। ਬਾਲਾ ਹੀ ਇੱਕ ਦੋ ਚੀਜ਼ਾਂ ਉਹਨੇ ਸਾਰਿਆਂ ਨੂੰ ਦੱਸਦਾ, ਰਾਤ ਤੇ ਸ਼ਾਮ ਦਾ। ਅੱਛਾ ਫਾਈਨਲ ਬੰਦਾ फिर ਮੈਂ ਕਿਹਾ ਭਾਈਜਾਨ ਰਾਤ ਨੂੰ ਉਹਨੇ ਦੁਕਾਨ ਬੰਦ ਕਰਨੀ ਸ਼ੁਰੂ ਕਰਤੀ। ਕਹਿੰਦਾ ਆਓ ਬਾਹਰ, ਉੱਠ ਕੇ ਬਾਹਰ ਆ ਗਿਆ। ਹਾਂ ਕਹਿੰਦਾ ਚੀਜ਼ਾਂ ਅੰਦਰ ਰਹਾਓ। ਮੈਂ ਉਹਦੀਆਂ ਜੜੀ ਬੂਟੀਆਂ ਅੰਦਰ ਰਹਾਈਆਂ, ਉਹਨੇ ਦੁਕਾਨ ਬੰਦ ਕੀਤੀ। ਫੜੇ ਗਏ ਬਾਲਾ ਦੇ ਹਕੀਮ ਹੈ ਹੀ ਨਹੀਂ, ਹੱਥ ਸੁੱਟ। ਬਾਲਾ ਕੀ ਸੀ? ਬਾਲਾ ਡਾਕਟਰ ਸੀ। ਤੁਸੀਂ ਕਿਹਾ ਉਹਨਾਂ ਡਾਕਟਰਾਂ ਦੇ ਨਾਮ ਇਕਬਾਲ ਸੀ? ਨਹੀਂ ਡਾਕਟਰ ਇਕਬਾਲ ਹੀ ਕਹਿੰਦੇ ਨੇ। ਜਿਹੜੇ ਪਿੰਡਾਂ ਵਾਲੇ ਡਾਕਟਰ ਹੁੰਦੇ ਨੇ ਨਾ, ਇਹਨਾਂ ਨੇ ਹੋਮਿਓਪੈਥਿਕ, ਇਹਨਾਂ ਨੇ ਗੋਲੀਆਂ ਵੀ ਰੱਖੀਆਂ ਹੁੰਦੀਆਂ, ਇਹਨਾਂ ਨੇ ਸਾਰਾ ਕੁਝ ਰੱਖਿਆ ਹੁੰਦਾ। ਹੁਕਮਤ ਬੇਟਾ ਮਰਜ਼ੀਪੁਰੇ ਕਿਹੜਾ ਐਡਾ ਮਤਲਬ ਹੁਣ ਤੈਨੂੰ ਲੱਭ ਜਾਵੇ, ਡਾਕਟਰ ਜੌਨਸਨ ਕਲੀਨਿਕ ਉੱਥੇ ਲੱਭ ਜਾਵੇ। ਉਹਨਾਂ ਨੇ ਸਮਾਨ ਲਾਇਆ, ਉਹਨੇ ਮੈਨੂੰ ਕਿਹਾ ਜੀ ਆ ਸਮਾਨ ਅੰਦਰ ਰਹਾ। ਠੀਕ ਹੈ ਜੀ, ਸਾਰਾ ਸਮਾਨ ਅੰਦਰ ਰਹਾਇਆ। ਪੈਪ ਵੀ ਸੀ ਉਹਦੇ ਕੋਲ? ਨਹੀਂ ਉਹ ਸ਼ਟਰ ਸਟ ਆਇਆ ਉਹਦੀ ਦੁਕਾਨ ਦਾ। ਉਹਨੇ ਬੋਰਡ ਚੁੱਕ ਕੇ ਪੁੱਠੇ ਕੀਤੇ। ਠੀਕ ਹੈ ਜੀ, ਉਹਨੇ ਮੈਨੂੰ ਕਹਿੰਦਾ ਆ ਜਾਓ। ਉਹ ਇੰਜ ਕਰਕੇ ਗਲੀ 'ਚ ਮੈਨੂੰ ਲੈ ਕੇ ਵੜ ਗਿਆ। ਗਲੀ 'ਚ ਲੈ ਕੇ ਵੜ ਗਿਆ, 2 ਗਲੀਆਂ ਉਸਤਾਦ ਜੀ ਅੱਗੇ ਗਏ ਆ, ਤੇ ਇੰਜ ਖੱਬੇ ਹੱਥ ਇੱਕ ਬਾਜ਼ਾਰ 'ਚ ਆ ਗਿਆ। ਅੱਛਾ, ਉਹ ਤੋਂ ਤੁਹਾਨੂੰ ਬਿਠਾਤਾ ਵਾਪਸ? ਨਹੀਂ ਬਾਜ਼ਾਰ ਨਾਲ, ਉਹ ਆਪ ਬਾਜ਼ਾਰ। ਆਹੋ ਬਾਜ਼ਾਰ ਤੋਂ ਉਹਨੇ ਭਾਜੀ ਇੱਕ ਮੁੰਡੇ ਨੂੰ ਆਵਾਜ਼ ਮਾਰੀ। ਉਹਨੇ ਕਿਹਾ ਪੁੱਤਰ ਗੱਲ ਸੁਣ, ਕਿੱਥੇ ਰਕਸ਼ਾ ਤੇਰਾ? ਉਹਨੇ ਕਿਹਾ ਜੀ ਉਹ ਖੜਾ। ਉਹਨੇ ਕਿਹਾ ਯਾਰ ਇਹਨੂੰ ਸਾਦਕ ਕੋ ਛੱਡ ਕੇ ਆਉਣਾ, ਡਾਕਟਰ ਸਾਦਕ ਕੋ। ਇਹ ਜਿੰਨਾ ਖੱਜਲ ਹੋ ਰਹੇ ਨਾ, ਲੱਗਦਾ ਬਚਣਾ ਨਹੀਂ ਨਾ। ਅੱਛਾ ਜੀ, ਗੱਲ ਪਤਾ ਹੋ ਕੀ ਰਿਹਾ, ਮੈਨੂੰ ਲੱਗਦਾ ਕੋਈ ਡਾਕੂਮੈਂਟਰੀ ਬਣ ਰਹੀ ਇਹ ਆਪਣੀਆਂ ਹਰਕਤਾਂ ਦੀ ਵਜ੍ਹਾ ਤੋਂ ਬਿਮਾਰ ਹੋਏ ਆ। ਆ ਸ਼ੋ ਹੁਣ ਕੱਲੇ ਭਾਈ ਨੂੰ ਬੈਠ ਕੇ ਕਰ ਲੈਣਾ ਯਾਰ ਅਸੀਂ ਨਾਲ। ਵੈਸੇ ਅਸੀਂ ਹਾਂਜੀ ਬਸ ਭਾਈ ਸਾਨੂੰ ਵੀ ਤਾਂ ਪੋਜ਼ ਦਿਓ ਨਾ, ਪਤਾ ਲੱਗੇ ਵੀ ਡਾਕਟਰ ਦਾ। ਅੱਛਾ ਮੈਂ ਸ਼ੋਅ ਨਹੀਂ ਕਰ ਰਿਹਾ, ਹਾਂਜੀ ਮੈਂ ਆਪ ਬੀਤੀ ਸੁਣਾ ਰਿਹਾ। ਉਹ ਭਾਈ ਆਪ ਬੀਤੀ 8 ਘੰਟੇ ਦੀ ਕੈਮਰੇ ਲਾ ਕੇ ਕੱਲੇ ਬਹਿ ਕੇ ਸੁਣਾ ਲੈਂਦੇ। ਆ ਸੈੱਟ ਤੁਹਾਨੂੰ ਤੇ ਸੈੱਟ ਐਵੇਂ ਮਹਿੰਗਾ ਪੈਣ ਡਿਆ। ਕਿਤੇ ਉੱਥੇ ਬੈਠੇ ਕੈਮਰਾ ਲਾ ਕੇ ਯਾਰ ਨਾਜ਼ਰੀਨ ਮੇਰੀ ਗੱਲ ਸੁਣ ਲਓ,
ਯਾਰ ਜਿੱਥੇ 36 ਡਾਕਟਰ ਆ 3 ਰਹਿ ਗਏ ਪਿੱਛੇ ਸਾਦਕ ਕੋਲ ਜਾਂਦੇ ਯਾਰ। ਚਲੋ ਜੀ ਕਸਮ 3 ਰਹਿ ਗਏ, ਤੈਨੂੰ ਰੱਬ ਖੁਦਾ ਦਾ ਵਾਸਤਾ ਯਾਰ ਮੇਰੀ ਬਿਮਾਰੀ 'ਚ ਨਾ ਬੋਲ। ਇਹਨਾਂ ਦੀ ਮੈਨੂੰ ਦੱਸ ਦਿਓ। ਡਾਕਟਰ ਸਾਦਕ ਉਹਨੇ ਭਾਈ ਮੈਨੂੰ ਰਕਸ਼ੇ 'ਚ ਪਾਇਆ, ਕੋਈ 25 ਮਿੰਟ ਲੱਗੇ, ਓਏ ਹੋਏ, ਉਹ ਬਾਹਰ ਲੈ ਗਿਆ, ਬਾਈਪਾਸ ਤੋਂ ਪਰੇ ਲੈ ਗਿਆ, ਲੈ ਜਾਣਾ ਚਾਹੀਦਾ ਸੀ ਸੁਲਤਾਨ ਨਗਰ ਚਲੇ ਗਏ। ਮੋਟਰਵੇ ਤੋਂ ਵੀ ਅੱਗੇ। ਨਹੀਂ ਬਾਈਪਾਸ ਤੋਂ ਹੋ ਰਹੀ ਹੈ ਸੁਲਤਾਨ ਨਗਰ, ਨਗਰ ਉੱਥੇ ਚਲੇ ਗਏ ਬਾਈਪਾਸ 'ਚ। ਤੇ ਮੈਂ ਬਾਅਦ 'ਚ ਗਿਆ ਨਾ, ਜਦੋਂ ਮੈਂ ਲੇਟ ਨਾਈਟ ਦਾ ਪੁੱਛਿਆ ਕਿ ਅਗਰ ਭੁੱਖ ਲੱਗੇ, ਤੇ ਉਸ ਤੋਂ ਉਹਨੇ ਬੈਠਿਆ, ਉਹਨੇ ਕਿਹਾ ਰਾਤ ਨੂੰ ਉੱਥੇ ਜਾ। ਹੁਣ ਉਹ ਡਾਕਟਰ ਵੀ ਮਤਲਬ ਨਾ ਉੱਥੇ ਲਾ ਕੇ ਮੈਨੂੰ ਆਪ ਨਿਕਲ ਗਿਆ, ਬਾਲਾ ਲਾ ਕੇ ਚਲਾ ਗਿਆ, ਬਾਲਾ ਲਾ ਕੇ ਚਲਾ ਗਿਆ, ਅੱਗੋਂ ਸਾਦਕ ਕੋ ਮੈਂ ਪਹੁੰਚ ਗਿਆ। ਅੱਛਾ ਡਾਕਟਰ ਸਾਦਕ ਕੋ ਮਨੀਰਾ ਬਾਦਲ ਜਿਹੜਾ ਸੀ ਉਹਨੇ ਭੇਜਿਆ, ਉਹਨੇ ਕਿਹਾ ਬਾਲੇ ਕੋਲ ਮਰਜ਼ੀਪੁਰੇ ਵਾਲੇ ਕੋ, ਮਰਜ਼ੀਪੁਰੇ ਵਾਲੇ ਨੇ ਆਪਣੇ ਸ਼ਾਗਿਰਦ ਨੂੰ ਬੁਲਾਇਆ, ਕੰਡਕਟਰ ਜੀ ਨੂੰ। ਨਹੀਂ ਉਹਨੇ ਮੈਨੂੰ ਯਾਰ ਜਿਹੜਾ ਮਰਜ਼ੀਪੁਰੇ ਵਾਲਾ ਸੀ ਨਾ, ਉਹਦੇ ਬਾਹਰ ਰਕਸ਼ੇ ਰੁਕਸ਼ੇ ਚੱਲਦੇ ਸੀ, ਉਹਨੇ ਕਿਹਾ ਸੀ ਤੂੰ ਚਿੰਗਚੀ 'ਚ ਬਹਿ ਜਾ। ਜਦੋਂ ਉਹਨੇ ਮੈਂ ਕਿਹਾ ਕਿ ਦੁਪਹਿਰ ਨੂੰ ਕੀ ਖਾਣਾ, ਉਹਨੇ ਕਿਹਾ ਦੁਪਹਿਰ ਨੂੰ ਤੂੰ ਇੱਥੋਂ ਚਿੰਗਚੀ 'ਚ ਬਹਿ ਜਾ। ਅੱਛਾ ਯਾਦ ਨਹੀਂ? ਭੁੱਲ ਜਾਂਦਾ। ਅੱਛਾ ਤੇ ਫਿਰ ਮਨੀਰਾਬਾਦ ਗਿਆ ਯਾਰ, ਵਾਕਈ ਬੜੀ ਤੁਹਾਡਾ ਗੱਲ ਹੈ ਹਾਫਜ਼ਾ ਜਿਹੜਾ ਹਾਫਜ਼ਾ। ਹਾਂ ਮਨੀਰਾਬਾਦ ਉਹ ਖੈਰ ਮੈਂ ਉਹਦੇ ਕੋਲ ਪਹੁੰਚ ਗਿਆ, ਕਿਹਦੇ ਕੋਲ? ਡਾਕਟਰ ਸਾਦਕ ਕੋ। ਹੁਣ ਉਹ ਡਾਕਟਰ ਸਾਦਕ ਸੀ, ਉਹ ਵੀ ਡਾਕਟਰ ਮਸ਼ਹੂਰ ਡਾਕਟਰ ਹੀ ਸੀ, ਲੇਕਿਨ ਉਹਨੇ ਸਾਰਾ ਕੁਝ ਰੱਖਿਆ ਸੀ ਨਿਜ਼ਾਮ। ਸਾਦਕ ਹੈ ਵੀ ਸੀ ਸਾਜੀ, ਉਹ ਮੱਝਾਂ ਨੂੰ ਮਸਾਲਾ ਵੀ ਦਿੰਦਾ ਸੀ ਬਾਹਰ, ਸਿਆਣੇ ਬੰਦੇ ਨੂੰ। ਸਿਆਣਾ। ਹਾਂਜੀ, ਉਹਦੇ ਕੋਲ ਮੈਂ ਚਲਾ ਗਿਆ, ਉਹਨੂੰ ਮੈਂ ਕਿਹਾ, ਉਹਨੂੰ ਮੈਂ ਸ਼ੁਰੂ ਤੋਂ ਦੱਸਿਆ ਵੀ, ਉਹਨੇ ਕਿਹਾ ਰੋਟੀ ਨਹੀਂ ਖਾਣੀ, ਉਹਨੇ ਕਿਹਾ ਨੀਂਦ ਪੂਰੀ ਕਰ, ਉਹਨੇ ਕਿਹਾ ਆਪਣਾ ਹਾਜ਼ਮਾ ਠੀਕ ਕਰ, ਉਹਨੇ ਕਿਹਾ ਦੁਪਹਿਰ ਨੂੰ ਸਾਰਾ ਕੁਝ। ਉਹਨੇ ਕਿਹਾ ਜੀ ਹੁਣ ਤੈਨੂੰ ਉਹਨੇ ਕੀ ਕਿਹਾ ਆਖਰੀ ਨੇ? ਮੈਂ ਕਿਹਾ ਉਹਨੇ ਮੈਨੂੰ ਕਿਹਾ ਜੀ ਕਿ ਤੂੰ ਸ਼ਾਮ ਨੂੰ ਤੈਨੂੰ ਭੁੱਖ ਲੱਗੇ 2 ਖੀਰੇ ਖਾਣੇ। ਤੇ ਮੈਂ ਉਹਨੂੰ ਪੁੱਛਿਆ ਰਾਤ ਨੂੰ ਤੇ ਉਹਨੇ ਤੁਹਾਡੇ ਕੋਲ ਭੇਜਿਆ, ਠੀਕ ਹੈ ਜੀ। ਉਹਨੇ ਫੋਨ ਕੀਤਾ, ਉਹਨੂੰ PTCL ਫੋਨ ਤੋਂ ਨਾ ਉਹਨੂੰ, ਅੱਛਾ ਬਾਲੇ ਨੂੰ। ਉਹਨੇ ਕਿਹਾ ਬਾਲਿਆ ਤੇਰਾ ਕੋਈ ਪੇਸ਼ੈਂਟ ਹੈ? ਉਹਨੇ ਕਿਹਾ ਹਾਂਜੀ ਹਕੀਮ ਸਾਹਿਬ। ਤੇ ਉਹਨੇ ਕਿਹਾ ਰਾਤ ਨੂੰ ਇਹਨੂੰ ਦੱਸਿਆ ਨਹੀਂ ਤੂੰ? ਕਹਿੰਦਾ ਤੁਸੀਂ ਦੱਸ ਦਿਓ ਕਿ ਰਾਤ ਨੂੰ ਕੋਈ ਚਿਕਨ ਥੋੜਾ ਖਾ ਲਿਆ ਕਰ। ਕਹਿੰਦਾ ਤੂੰ ਆਪੇ ਦੱਸ ਦਿਓ, ਉਹਨੇ ਮੇਰੀ ਫੋਨ ਨਾਲ ਗੱਲ ਕਰਾਈ ਹੈ। ਮੈਂ ਕਿਹਾ ਹਾਂਜੀ ਡਾਕਟਰ ਸਾਹਿਬ। ਮੈਂ ਕਿਹਾ ਹਾਂਜੀ ਬਾਲਾ ਜੀ। ਕਹਿੰਦਾ ਹਾਂਜੀ ਭਾਜੀ, ਤੁਸੀਂ ਨਾ ਰਾਤ ਨੂੰ ਬਾਰਬੀਕਿਊ ਚਿਕਨ 1 ਖਾ ਲਿਆ ਕਰੋ, ਪੀਸ ਲੈ ਕੇ ਕੋ ਖਾ ਲਿਆ, ਜਾਂ ਕੋਈ ਤਲੀ ਚੀਜ਼ ਨਾ ਹੋਵੇ, ਮਤਲਬ ਬਾਰਬੀਕਿਊ ਜਾਂ ਰੋਸਟ ਟਾਈਪ ਕੋਈ ਚੀਜ਼ ਖਾ ਲਈ। ਇੱਕ ਮਿੰਟ, ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਤੁਸੀਂ ਮੈਨੂੰ ਏਡੀ ਦੂਰ ਜੂ ਆਹੀ ਸਵਾਲ ਮੈਂ ਉਹਨੂੰ ਕੀਤਾ, ਮੈਂ ਕਿਹਾ ਤੁਸੀਂ ਮੈਨੂੰ ਏਡੀ ਦੂਰ ਜੂ ਭੇਜਿਆ ਤੇ ਤੁਸੀਂ ਮੈਨੂੰ ਉੱਥੇ ਕਹਿ ਦਿੰਦੇ ਗੱਲ। ਕਹਿੰਦਾ ਯਾਰ ਹੁਣ ਤੂੰ ਇਹਨਾਂ ਦੀ ਦੁਕਾਨ ਤੇ ਬੈਠਾ, ਇਹਨਾਂ ਦਾ ਵੀ ਰਿਜ਼ਕ ਆ, ਤੂੰ ਇਹਨਾਂ ਨੂੰ ਰੁਪਈਆ 200 ਦੇਂਗਾ ਤੇ ਮੈਂ ਤੈਨੂੰ ਦੱਸਿਆ, ਉੱਥੇ ਮੈਂ ਤੈਨੂੰ ਦੱਸ ਦਿੰਦਾ ਤੂੰ ਇੱਥੇ ਆਉਣਾ ਸੀ। ਉਹਨੂੰ ਮੈਂ ਰੁਪਈਆ 200 ਦਿੱਤਾ ਭਾਈ, ਤੇ ਉੱਥੋਂ ਉਹਨੂੰ ਮੈਂ ਪੁੱਛਿਆ ਜੀ ਇੱਕ ਮਿਸਾਲ ਆ, ਮੈਂ ਲੇਟ ਨਾਈਟ ਜਾਗਦਾ ਵਾਂ, ਹਾਂ ਇਹ ਵੀ ਹੋ ਜਾਂਦਾ ਤੇ ਮੈਂ ਹੁਣ 7-8 ਵਜੇ ਦੇ ਇੱਕ ਪੀਸ ਨਾ ਕੀ ਹੋਣਾ, ਸਵੇਰ ਦਾ ਵੀ ਮੈਂ ਕੁਝ ਨਹੀਂ ਖਾਦਾ, ਮੈਂ 12-1 ਵਜੇ ਜਾਗਦਾ, 12-1 ਵਜੇ ਮੈਨੂੰ ਭੁੱਖ ਲੱਗ ਜਾਂਦੀ ਹੈ ਰਾਤ ਨੂੰ। ਹਾਂਜੀ ਰਾਤ ਨੂੰ 12-1 ਵਜੇ ਵੀ ਮੈਨੂੰ ਭੁੱਖ ਲੱਗ ਜਾਂਦੀ। ਤੂੰ ਯਾਰ ਦੇਖ, ਹੁਣ ਮੈਂ ਮੁਤਮਿਨ ਸਾਂ ਕਿ A to Z ਤਰੀਕੇ ਵਾਰਦਾਤ ਦੇ ਨਾਲ ਮੈਨੂੰ ਪੂਰਾ ਹਿਸਾਬ ਮਿਲ ਰਿਹਾ। ਮੈਂ ਅੱਧਾ ਤੇ ਮੈਂ ਠੀਕ ਹੋ ਗਿਆ, ਸਟੈਪ ਬਾਈ ਸਟੈਪ ਹੋ ਰਿਹਾ। ਸਟੈਪ ਭਾਜੀ, ਭਾਵੇਂ ਪੈਸੇ ਮੇਰੇ ਲੱਗ ਗਏ, ਪੈਂਡਾ ਮੇਰਾ ਪੈ ਗਿਆ, ਲੇਕਿਨ ਮੈਨੂੰ ਕਲੀਅਰ ਹੋ ਗਿਆ ਸੀ ਕਿ ਵੀ ਹਰ ਬੰਦਾ ਆਪਣਾ ਐਕਸਪੀਰੀਅੰਸ ਦੱਸ ਰਿਹਾ। ਡਾਕਟਰ, ਇਹ ਡਾਕਟਰ ਵਾਲੀ ਕੋਈ ਸੀਕ੍ਰੀਟ ਏਜੰਸੀ ਹੈ ਡਾਕਟਰਾਂ ਦੀ? ਯਾਰ ਇੱਕ ਬੰਦਾ ਲੱਕੜੀ ਦਾ ਕੰਮ ਕਰਦਾ ਵਾ, ਆਹੋ ਤੂੰ ਉਹਦੇ ਕੋਲ ਲੱਕੜੀ ਦਾ ਮੇਜ਼ ਬਣਵਾ ਲੈਣਾ ਵਾ, ਆਹੋ ਠੀਕ ਹੈ ਜੀ। ਉਹਨੇ ਲੱਕੜੀ ਦਾ ਮੇਜ਼ ਬਣਾਤਾ, ਹੁਣ ਉਹਦੇ ਤੇ ਜਿਹੜਾ ਰੰਗ ਕਰਨਾ ਉਹ ਉਹਨੂੰ ਵੀ ਪਤਾ ਰੰਗ ਕਿੱਦਾਂ ਕਰਨਾ, ਲੇਕਿਨ ਉਹ ਪਾਲਿਸ਼ ਵਾਲੇ ਨੇ ਕਰਨਾ। ਤੂੰ ਮੇਜ਼ ਪਾਲਿਸ਼ ਵਾਲੇ ਕੋਲ ਲੈ ਕੇ ਜਾਣਾ, ਕਿਉਂ ਜਾਣਾ? ਪਾਲਿਸ਼ ਹੋ ਗਈ, ਹੁਣ ਉਹਦੇ ਉੱਤੇ ਸ਼ੀਸ਼ਾ ਆਉਣਾ ਵਾ, ਉਹ ਪਾਲਿਸ਼ ਵਾਲੇ ਨੇ ਵੀ ਪਤਾ ਸ਼ੀਸ਼ਾ ਆਉਣਾ, ਤੂੰ ਉੱਥੋਂ ਮੇਜ਼ ਚੁੱਕ ਕੇ ਸ਼ੀਸ਼ੇ ਵਾਲੇ ਕੋਲ ਲੈ ਕੇ ਜਾਣਾ। ਤੇ ਯਾਰ ਉਹ ਬੰਦਾ ਜਿਹੜਾ ਲੱਕੜੀ ਦਾ ਕੰਮ ਕਰਨ ਡਿਆ, ਉਹ ਮਰੇ 2 ਮਹੀਨੇ ਹੋਰ ਲਾ ਕੇ ਉੱਤੇ ਪਾਲਿਸ਼ ਕਰਨੀ ਸਿੱਖ ਲੈ, ਸ਼ੀਸ਼ਾ ਲਾਉਣਾ ਸਿੱਖ ਲੈ। ਓ ਯਾਰ ਆ ਕੀ ਆ? ਏਦਾਂ ਨਹੀਂ ਹੋਣਾ। ਉਹ ਭਾਈ ਡਾਕਟਰ ਆ ਲਾਉਂਦੇ ਆਵੇ ਹਰ ਸ਼ੋਬੇ ਦਾ ਬੰਦਾ ਲੈਦਾ ਵਾ, ਉਹਨੇ ਕੰਮ ਕਰਨਾ। 12 ਵਜੇ ਵਾਲਾ ਵੇਖੀ ਅੱਗੇ ਭੇਜਣਾ। ਉਹ ਭਾਜੀ ਇੱਕ ਮੋਟਰਸਾਈਕਲ ਬਣਦੀ ਹੈ, ਮੋਟਰਸਾਈਕਲ ਸਾਰੀਆਂ ਚੀਜ਼ਾਂ ਇੱਕੋ ਜਗ੍ਹਾ ਤੇ ਨਹੀਂ ਬਣਦੀਆਂ। ਕੋਈ ਬੰਦਾ ਮੁੱਠਾ ਬਣਾ ਰਿਹਾ ਮੋਟਰਸਾਈਕਲ ਦੀਆਂ, ਕੋਈ ਇਸ਼ਾਰੇ ਬਣਾ, ਕੋਈ ਇਸ਼ਾਰੇ ਬਣ ਰਹੇ, ਕਿਤੇ ਇੰਜਨ ਦੀਆਂ ਚੀਜ਼ਾਂ ਬਣ ਰਹੀਆਂ, ਟਾਇਰ ਲਹਿਦਾ ਬਣ ਰਹੇ ਨੇ, ਸਾਰੀਆਂ ਚੀਜ਼ਾਂ ਆ ਕੇ ਇਕੱਠੀਆਂ ਇੱਕ ਜਗ੍ਹਾ ਤੇ ਹੋ ਕੇ ਇੱਕ ਮੋਟਰਸਾਈਕਲ ਤਿਆਰ ਹੋਈ। ਹੁਣ ਇਹ ਇੱਕ ਤਿਆਰ ਹੋ ਰਿਹਾ ਸੀ ਇਨਸਾਨ, ਚੀਜ਼ਾਂ ਮੁxtਲਿਫ ਜਗ੍ਹਾ ਤੋਂ ਇਕੱਠੀਆਂ ਕਰਕੇ, ਕੋਈ ਮਰਜ਼ੀਪੁਰੋਂ ਲੱਭ। ਯਾਰ ਅੱਗੇ ਪਹੁੰਚੋ, ਸਾਦਕ ਕੋਲ ਬੈਠੇ ਸਾਦਕ ਨੇ ਕੀ ਕਿਹਾ? ਹੁਣ ਉਹਨੇ ਰਾਤ ਵਾਲੇ ਤੇ ਤਾਲੇ ਤੇ ਯਾਰ ਸਾਦਕ ਨੇ ਤਾਂ ਮੈਨੂੰ ਦੱਸਤਾ ਵੀ ਤੂੰ ਸਾਦਕ ਨੇ ਤੁਹਾਨੂੰ ਬਾਲੇ ਨੇ ਦੱਸਿਆ? ਬਾਲੇ ਨੇ ਸਾਦਕ ਦੀ ਦੁਕਾਨ ਤੇ ਬੈਠੇ ਦੱਸਿਆ। ਸਾਦਕ ਦੀ ਵਿਸਾਸਤ ਨਾਲ ਮੁझे ਪਤਾ ਲੱਗਾ, ਰੈਫਰੈਂਸ ਨਾਲ ਪਤਾ, ਉਹਦੇ ਨਾਲ ਮੁझे ਪਤਾ ਲੱਗਾ ਨਾ, ਠੀਕ ਆ। ਉਸ ਤੋਂ ਬਾਅਦ ਉਹਨੂੰ ਮੈਂ ਸਾਦਕ ਨੂੰ ਪੁੱਛਿਆ ਕਿ ਜੇਕਰ ਰਾਤ ਨੂੰ ਮੈਂ 11-12 ਵਜੇ ਤੱਕ ਜਾਗਦਾ ਤੇ ਉਦੋਂ ਮੈਂ ਕੀ ਖਾਣਾ, ਠੀਕ ਆ ਜੀ। ਉਹਨੇ ਕਿਹਾ ਭੈਣ ਸਵੇਰ 6:30 ਵਜੇ ਟ੍ਰੇਨ ਜਾਂਦੀ ਖਾਨੇਵਾਲ। ਸਰ ਜੀ ਪਤਾ ਕੀ ਕਰ ਲਓ,
ਅਸੀਂ ਸਾਰੇ ਪਲਾਨ ਕਰਕੇ ਬੈਠੇ ਸੀਗੇ ਉਸਤਾਦ ਜੀ ਆਉਣਗੇ ਨਾ ਤੇ ਅਸੀਂ ਬੜੀਆਂ ਅੱਛੀਆਂ ਗੱਲਾਂ ਯਾਦ ਕੀਤੀਆਂ ਸੀ। ਠੀਕ ਆ ਵੀ ਉਹਨੇ ਕਿੱਥੇ ਉਹ ਪਰਚਾ ਜਾ ਅੱਛਾ ਚੱਲ ਤੂੰ ਮੈਨੂੰ ਇਹ ਹੁੰਦਾ ਵਾ, ਚੱਲ ਤੂੰ ਮੈਨੂੰ ਇਹ ਤਾਂ ਪੁੱਛ, ਤੂੰ ਇਹ ਤਾਂ ਪੁੱਛ ਕਿ ਉਸਤਾਦ ਜੀ ਫਿਰ ਐਂਡ ਕੀ ਬਣਿਆ, ਫਿਰ ਤੁਸੀਂ ਸ਼ੁਰੂ ਕੀਤਾ, ਇਹ ਤਾਂ ਪੁੱਛ। ਇਹ ਤਾਂ ਅਸਲ ਤੇ ਆਹ ਗੱਲ ਆ। ਸਹੀ ਗੱਲ। ਹੁਣ ਕਿਸੇ ਪਾਸੇ ਆਉਣਾ ਨਾ ਵਿੱਚੇ ਤੇ ਮੈਂ ਛੱਡ ਨਹੀਂ ਸਕਦਾ। ਚਲੋ ਮੈਂ ਅਗਲਾ ਸਫ਼ਰ ਆਪਣਾ ਖਤਮ ਕਰ ਦਿੰਨਾ। ਐਂਡ ਤੇ ਆਓ, ਐਂਡ ਤੇ ਵੀ ਕੀ ਸਾਰਾ ਕੁਝ ਜਦੋਂ ਮੈਨੂੰ ਪਤਾ ਲੱਗ ਗਿਆ ਨਾ, ਉਸਤਾਦ ਜੀ ਮੈਂ ਘਰ ਆਇਆ ਵਾਂ। ਖਾਨੇਵਾਲ ਵਾਲੀ ਸਟੋਰੀ ਮਜ਼ੇਦਾਰ ਹੋਣੀ, ਦੇਖ ਲਈ। ਅੱਛਾ ਮੈਂ ਜਦੋਂ ਐਂਡ ਉਸਤਾਦ ਹਾਂਜੀ ਮੈਂ ਘਰ ਆ ਗਿਆ ਨਾ। ਯਾਰ ਖਾਨੇਵਾਲ ਤੇ ਜਾਣਦੇ ਯਾਰ। ਉਹ ਯਾਰ ਫੈਸਲ ਸਾਹਿਬ ਐਂਡ ਤੇ ਤੇਰੀ ਮਿਹਰਬਾਨੀ। ਉਹ ਨਹੀਂ ਯਾਰ ਖਾਨੇਵਾਲ ਮੇਰਾ ਫੇਵਰਟ ਸ਼ਹਿਰ ਆ, ਉੱਥੇ ਜਾਣਦੇ। ਭਾਈ ਮੁੱਕਣ ਦੇ ਮੈਨੂੰ ਹਲਕਾ ਯਾਰ ਇਹ ਤੂੰ ਹੁਣ ਨਾ ਖਾਨੇਵਾਲ ਜਾਓ ਉੱਥੇ। ਅੱਛਾ ਟ੍ਰੇਨ ਤੇ ਬਹਿ ਕੇ ਖਾਨੇਵਾਲ। ਖੁਦਾ ਦਾ ਨਾ ਫੈਸਲ ਉਹ ਯਾਰ ਮੇਰਾ ਫੇਵਰਟ ਸ਼ਹਿਰ ਆ, ਐਂਡ ਹੋ ਲੈਂਦੇ ਜਾਣਦੇ ਸ਼ਾਇਦ ਉੱਥੇ ਕੋਈ ਕੰਮ ਦਾ ਡਾਕਟਰ ਹੋਵੇ। ਤੁਹਾਨੂੰ ਕਸਮ ਦੇ ਇਹਨੂੰ ਐਂਡ ਫਰਕ ਕਰਾ ਦਿਓ। ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਜਨਾਬ ਜੀ ਪੱਖਰ ਜਿਹੜਾ ਮੈਂ ਗਿਆ ਡਾਕਟਰ ਉਹ ਸੁਣਾਵਾਂਗੇ, ਉਹ ਵੀ ਰਹਿਣ ਪੱਖਰ ਸਹੀ ਆ, ਕਾਲੂ ਖਾਂ। ਉਸਤਾਦ ਜੀ ਤੁਸੀਂ ਖਾਣੇ ਮੈਂ ਵਾਪਸ ਆ ਗਿਆ, ਖਾਨੇਵਾਲ ਸਾਰਾ ਕਰਕੇ ਮੈਂ ਵਾਪਸ ਆ ਗਿਆ। ਹਾਂਜੀ ਆ ਗਿਆ ਵਾਪਸ। ਇੱਥੇ ਵਾਪਸ ਮੈਂ ਆਇਆ ਭਾਈ। ਹਾਂ ਅੱਗੋਂ ਮੈਂ ਦੇਖਿਆ ਤੇ ਮੇਰੀ ਵਾਲਦਾ ਬੈਠੇ ਸੀ। ਹਾਂ। ਕਿੱਥੋਂ ਆਇਆ? ਕਹਿੰਦੇ 4 ਦਿਨ ਬਾਅਦ। ਮਾਂ ਜੀ ਮੈਂ ਕਿਹਾ ਮਾਂ ਜੀ ਆਹ ਰੌਲਾ ਬਣਿਆ। ਠੀਕ ਹੈ ਜੀ। ਉਹਨੇ ਕਿਹਾ ਪੁੱਤ ਸੌਣ, ਨੀਂਦ ਪੂਰੀ ਕਰ, ਟਾਈਮ ਨਾਲ ਰੋਟੀ ਖਾ। ਇਹ ਹੀ ਹੁੰਦਾ ਨਹੀਂ ਹਾਂ। ਅੰਮੀ ਨੂੰ ਮੈਂ ਕਿਹਾ ਜੀ ਆਹ ਮਸਲਾ। ਅੰਮੀ ਕਹਿੰਦੇ ਤੂੰ ਬੇਵਕੂਫਾ ਤੇ ਫਿਰਨ ਡਿਆ, ਆ ਪਿਛਲੀ ਗਲੀ ਦੇ ਵਿੱਚ ਹਕੀਮ ਆ ਉਹਦੇ ਕੋਲ ਜਾ। ਦੋ ਜਿਹੜੇ ਗੱਲ ਸੁਣ ਲੈ ਪਹਿਲੇ ਪੂਰੀ। ਉਸਤਾਦ ਜੀ ਮੈਂ ਕਿਹਾ ਮੈਂ ਤਾਂ ਤੂੰ ਕਹਿੰਦੀ ਤੂੰ ਦੱਸ ਕੇ ਤੇ ਜਾਂਦਾ, ਆ ਮੇਰੇ ਨਾਲ। ਅੰਮੀ ਨੇ ਜਨਾਬ ਬੁਰਖਾ ਲਿਆ, ਮੇਰੀ ਬਾਂਹ ਫੜੀ, ਪਿਛਲੇ ਹਕੀਮ ਕੋਲ ਚਲੇ ਗਏ। ਠੀਕ ਹੈ ਜੀ। ਉਹ ਉੱਥੇ ਮੈਂ ਬੈਠਾ ਵਾਂ। ਮੈਂ ਕਿਹਾ ਜੀ ਦਵਾਈ। ਉਹਨੇ ਤੇ ਪਹਿਲੇ ਮੇਰੀ ਕੁੱਤਿਆਂ ਵਾਲੀ ਕੀਤੀ ਬਿਸਤੀ। ਕਹਿੰਦਾ ਓਏ ਤੇਰੇ ਕੋਲ ਮਾਂ ਹੈਗੀ ਆ ਤੇ ਤੂੰ ਮੇਰੇ ਕੋਲ ਦਵਾ ਲੈਣ ਆ ਗਿਆ। ਸਮਝਦਾਰ ਬੰਦਾ ਉਹ ਮੈਂ ਉਹ ਕਹਿੰਦਾ ਬੰਦੇ ਨੇ ਨਾ ਤੁਹਾਨੂੰ ਪਾ ਲਿਆ ਉਹ ਯਾਰ ਪੜਿਆ ਲਿਖਿਆ ਨਹੀਂ ਸੀ। ਮੈਂ ਕਿਹਾ ਮੈਂ ਦੁਆ ਨਹੀਂ ਲੈਣ ਆਇਆ, ਮੈਂ ਦਵਾ ਲੈਣ ਆਇਆ, ਦਵਾਈ। ਅੱਛਾ ਕਹਿੰਦਾ ਓਕੇ ਠੀਕ ਹੈ। ਅੱਛਾ ਉਹਨੇ ਮੈਨੂੰ ਕਿਹਾ ਖਾਲਾ ਜੀ ਇਹਨੂੰ ਹੁਣ ਕਿਤੇ ਜਾਣ ਨਾ ਦੇਣਾ, ਇਹਦੀ ਤਬੀਅਤ ਨਹੀਂ ਠੀਕ, ਇਹਨੂੰ ਆਪ ਇੱਥੋਂ ਹੀ ਨਾ ਉਹ ਸਾਹਮਣੇ ਜਿੱਥੇ ਲੱਗਾ ਨਾ ਉਹ ਜਿਹੜਾ ਉੱਪਰ ਖੰਭਾ ਨਹੀਂ ਸੀ ਕੋਈ, ਉਹ ਜਿਹੜਾ ਲੱਗਾ ਬੋਰਡ ਨਹੀਂ ਸੀ ਯਾਰ, ਬੂਟਾ ਟਰਾਂਸਫਾਰਮ। ਟ੍ਰਾਂਸਫਾਰਮ ਵਾਲੀ ਗੱਲ। ਹਾਂ ਉਹ ਉੱਥੋਂ ਤੁਸੀਂ ਖੱਬੇ ਹੱਥੋਂ ਜਿਹੜਾ ਨੁੱਕਰ ਤੇ ਉਸਤਾਦ ਉਹਨਾਂ ਨੇ ਕੱਲ ਦੀ ਉੱਥੇ ਦੁਕਾਨ ਪਾ ਲਈ। ਉਸਤਾਦ ਜੀ ਕਸਮ ਹੈ ਅੱਗੇ ਫਿਰ ਯਾਰ ਫੈਸਲ ਸਾਹਿਬ ਕਸਮ ਐਵੇਂ ਸਟਾਰ ਪਲੱਸ ਵਾਲੀ ਸੀਰੀਅਲ ਤਰ੍ਹਾਂ ਤੁਰੀ ਜਾ ਰਹੀ ਯਾਰ ਮੈਂ ਕਿਹਾ ਅਸੀਂ ਬੱਚਿਆਂ ਦਾ ਰਿਜ਼ਕ ਕਮਾਉਣ ਬੈਠੇ ਆ। ਮੈਂ ਇਮਰਾਨ ਸੀਰੀਅਸ ਤੋਂ ਬਾਹਰ ਬਣਾ ਰਿਹਾ ਬੁਖਾਰ ਸੀਰੀਅਸ। ਚਾਹੀਦਾ ਨੂੰ ਅੱਛਾ ਸ਼ੁਕਰ ਤੋਂ ਲਓ ਉਸਤਾਦ ਜੀ, ਤੁਸੀਂ ਇੰਨੇ ਡਾਕਟਰਾਂ ਕੋਲ ਫਿਰ ਕੇ ਤੁਸੀਂ ਇੱਕ ਬੰਦਾ ਸਿਰਫ ਉਹ ਤੁਹਾਨੂੰ ਮੈਂ ਦੱਸ ਦਿੰਦਾ ਕਸਮ ਉਹਦੇ ਕੋਲ ਜਾਂਦੇ ਗੁਲਾਮ ਰਸੂਲ ਹਕੀਮ ਦਾ ਉਹ ਕਿਆ ਉਹ ਬਾਤ ਗਿਆ ਹੈ। ਮੈਂ, ਉਹ ਤਾਰਕਾ ਬਾਦਲ ਹਾਂਜੀ ਉਹ ਮੈਂ ਗਿਆ ਵਾਂ। ਉਸਤਾਦ ਜੀ ਕੀ ਕਰਦੇ ਪਿਓ? 3 ਪੁੜੀਆਂ ਉਹਨਾਂ ਨੇ ਦਿੱਤੀਆਂ, ਮੈਂ 2 ਖਾਧੀਆਂ, ਮੈਂ ਡਰਾਮ ਆ ਗਿਆ। ਲਓ ਇਹ ਕਾਦੇ ਹਕੀਮ ਨੇ? ਨਾ ਮੈਨੂੰ ਕੋ ਪੁੱਛਿਆ ਨਾ ਕਿਛਿਆ, ਮਾੜਾ ਜਿਹਾ ਇੰਜ ਕੀਤਾ, ਦਵਾਈ ਦਿੱਤੀ, ਮੈਂ ਠੀਕ ਹੋ ਗਿਆ। ਉਹ ਨਾਮ ਹੀ ਚਾਹੀਦਾ ਸੀ। ਓਏ ਮੈਨੂੰ ਸਿਦਕ ਨਹੀਂ ਆਉਂਦਾ ਏਦਾਂ ਸਿਦਕ। ਓਏ ਜਾਨ ਮੈਨੂੰ ਕੋਈ 10-12 ਵਾਰੀ ਬੁਲਾਵੇ, ਦਵਾਈਆਂ ਚੇਂਜ ਕਰੇ, ਪਰਹੇਜ਼ ਕਰੇ, ਮੈਨੂੰ ਪੁੱਛੇ ਤੂੰ ਠੀਕ ਆ, ਮੈਂ ਕਹਾਂ ਨਹੀਂ ਥੋੜਾ ਜਿਹਾ ਠੀਕ ਆ, ਉਹ ਕਹੇ ਅੱਛਾ ਦਵਾਈ ਚੇਂਜ ਕਰਦਾ ਵਾਂ, ਇੰਜ ਕਰ, ਤੇ ਮੈਨੂੰ ਸਿਦਕ ਆਉਂਦਾ ਵਾ। ਹੈ ਕਿ ਵੀ ਤੁਸੀਂ ਹਕੀਮ ਕੋ ਜਾਓ ਤਾਂ 2 ਦਵਾਈਆਂ ਠੀਕ ਹੋ, ਉਹ ਮੋਰਾਂ ਇਹੋ ਜਿਹੇ ਬਿਮਾਰ ਹੋਣ ਤੋਂ ਕੀ ਥੋੜਿਆ। ਉਸਤਾਦ ਜੀ ਹੁਣ ਤੁਸੀਂ ਠੀਕ ਹੋ? ਸ਼ੁਕਰ ਅੱਲਾ ਦਾ, ਹੁਣ ਮੈਂ ਬਹੁਤ ਠੀਕ। ਪਰਫੈਕਟ ਹੋ? ਹਾਂ। ਨਹੀਂ ਠੀਕ ਤੁਸੀਂ ਉਸਤਾਦ ਜੀ, ਕਿਉਂ? ਤੁਹਾਡਾ ਜ਼ਹਨ ਹੀ ਲੱਗਿਆ। ਉਹ ਕਿਦਾਂ? ਮੈਂ ਕਹਿੰਦੇ ਆ ਤੁਸੀਂ ਇੰਜ ਆ ਕੇ ਕਰੋ, ਦੂਜੀ ਵੀ ਕਰੋ। ਨਹੀਂ ਸਹੀ 10 ਵਾਰੀ ਇਧਰ ਆ ਭਾਜੀ ਜਦੋਂ ਇੱਕ ਮਿੰਟ ਤੁਹਾਨੂੰ ਯਾਰ ਕੰਨ। ਹਾਂ ਖੈਰ ਜਮਨ ਉਹ ਨਹੀਂ ਫੈਸਲ ਉਦਾਂ ਹੀ ਉਹ ਨਹੀਂ ਨਹੀਂ ਯਾਰ, ਉਸਤਾਦ ਜੀ। ਇੱਕ ਮਿੰਟ ਖਾਣਾ ਉਸਤਾਦ ਜੀ ਹੱਥ ਖਾਣਾ ਜ਼ਰਾ। ਨਬਜ਼ ਚੱਲਣ ਡਈ ਆ, ਨਹੀਂ ਠੀਕ ਲੈ। ਓਏ ਜਨੂਬੀ ਕੋਰੀਆ ਦਾ ਸਦਰ ਲੱਗਣ ਦੇ ਦੇਖੀ ਕੌਣ? ਕਿਮ ਜੋਂਗ। ਉਹ ਨਹੀਂ ਯਾਰ ਉਸਤਾਦ ਨਹੀਂ ਠੀਕ ਹੈਗਾ, ਮੈਂ ਜੈਨੂਨ ਕਹਿਣ ਡਿਆ ਉਸਤਾਦ ਜੀ ਠੀਕ ਨਹੀਂ ਜੇ ਹੈਗੇ। ਤੁਹਾਨੂੰ ਆਹ ਪਰਵੱਟਾ ਵੇਖ ਲੈ, ਪਰਵੱਟੇ ਵਿੱਚ ਨਾ ਟਾਕਾ ਨਾ ਕੋਈ ਗੱਲ ਨਾ ਕੋਈ ਬਾਤ ਆ, ਵਾਲ ਵੀ ਚਿੱਟੇ। ਪਰ ਵੱਡੇ ਤੇ ਉਸਤਾਦ ਜੀ ਹੁੰਦਾ ਰੌਲਾ। ਅੱਛਾ ਯਾਰ ਹੁਣ ਤੁਸੀਂ ਫਿਰ ਨਹੀਂ ਪੁੱਛਣਾ ਕਿ ਕਿੱਥੋਂ ਮੈਨੂੰ ਰਾਮ ਫਾਈਨਲ? ਅਸੀਂ ਬੈਠੇ ਆ ਨਾ ਸ਼ੋਅ ਕਰਨ ਬੈਠੇ ਆ, ਬਿਮਾਰੀ ਅੱਲਾ ਨੇ ਦਿੱਤੀ, ਅੱਲਾ ਨੇ ਲੈ ਗਿਆ। ਨਹੀਂ ਹੁਣ ਪਤਾ ਕਿ ਮੈਂ ਉਹਨਾਂ ਦਾ ਸਾਰਾ ਹਿਸਾਬ ਫਾਲੋ ਕਰ ਲਿਆ ਨਾ, ਉਹਨਾਂ ਨੂੰ ਡਾਈਟ। ਹੁਣ ਸ਼ੁਕਰ ਅੱਲਾ ਦਾ ਸਵੇਰੇ ਮੈਂ ਉੱਠਦਾ ਵਾਂ, ਠੀਕ ਹੈ ਜੀ, ਉੱਠ ਕੇ ਮੈਂ ਆਰਾਮ ਦੇ ਨਾਲ ਮੋਟਰਸਾਈਕਲ ਬਾਹਰ ਕੱਢਦਾ ਵਾਂ, ਸਲਮ ਮਾਰਦਾ ਵਾਂ, ਸ਼ੀਸ਼ੇ ਉੱਤੇ ਕਰਦਾ ਵਾਂ, ਪੈਡਲ ਤੇਜ਼ ਮਾਰਦਾ ਮੈਂ। ਉਸਤਾਦ ਜੀ ਮੇਰੀ ਗੱਲ ਸੁਣ ਲਓ, ਅਸੀਂ ਪਾਗਲ ਨਹੀਂ ਆ। ਸਲਮ ਤੋਂ ਬਾਅਦ ਓਏ ਯਾਰ ਜੀ ਕੌਣ ਆ ਭਾਈ, ਕੌਣ ਆ? ਸਵੇਰੇ ਉੱਠਦੇ ਹੋ ਤੁਸੀਂ, ਹਾਂਜੀ ਸਾਈਕਲ ਕੱਢਦੇ ਹੋ, ਮੋਟਰਸਾਈਕਲ ਕੱਢਦਾ ਵਾਂ, ਮੋਟਰਸਾਈਕਲ ਕੱਢਦੇ ਹੋ ਸਲਮ ਮਾਰਦਾ, ਸ਼ੀਸ਼ੇ ਉੱਤੇ ਕਰਦਾ ਤੇ ਪੈਡਲ ਤੇਜ਼ ਮਾਰਦਾ ਨਿਕਲ ਜਾਂਦਾ। ਤੇ ਘੋੜਾ ਇਹ ਨਹੀਂ ਕਰਦਾ। ਇਹ ਮੈਂ ਦੱਸਣਾ ਨਹੀਂ ਸੀ, ਤੁਸੀਂ ਨਜ਼ਰ ਲਾਉਂਦੇ ਮੇਰੇ ਕੋਲ।
ਅੱਗੇ 2 ਘੋੜੇ ਮੈਂ ਇਦਾਂ ਮਰਵਾ ਲਏ ਆਪਣੇ। ਤਾਂ ਜੀ ਤੁਹਾਨੂੰ ਹੋਇਆ ਕੀ ਬੇਸਿਕ ਆ ਦਿਮਾਗ ਤੇਰਾ ਵਾ ਤੈਨੂੰ ਪਤਾ ਨਹੀਂ ਲੱਗਾ ਪਤਾ ਕਿੱਡਾ ਨੀ ਤੇਰਾ ਲੱਗਾ। ਮੂੰਹ ਆ ਫੱਟੇ ਮੂੰਹ ਕਿੱਡਾ ਵਾ ਮੂੰਹ? ਡਾਇਨਾਸੌਰ ਦੇ ਅੰਡੇ ਜਿੱਡਾ ਮੂੰਹ ਆ ਤੇਰਾ। ਬਸ ਯਾਰ ਅੱਛਾ ਤੂੰ ਉਹ ਕਹਿ ਦੇ ਅੱਗੋਂ ਕਿ ਹੈਗਾ ਨਾ ਲੱਗਦਾ ਤੇ ਨਹੀਂ, ਨਹੀਂ। ਮੈਂ ਨਹੀਂ ਕਹਿਣਾ, ਮੈਂ ਅੱਜ ਕਹਿਣਾ ਹੀ ਨਹੀਂ, ਮੈਂ ਅੱਜ ਕਹਿਣਾ ਹੀ ਨਹੀਂ। ਮੈਂ ਨਹੀਂ ਜੀ ਬੇਸਿਕ ਤੌਰ ਤੇ ਨਾ ਉਸਤਾਦ ਜੀ ਕਹਿੰਦੇ ਨੇ ਪਾਰਕ ਆਬਾਦ ਕਰੋ, ਹਸਪਤਾਲ ਵੀਰਾਨ ਹੋ ਜਾਣਗੇ। ਨਹੀਂ ਅਸੀਂ ਨਹੀਂ ਠੀਕ ਕਰਦੇ ਕਰਨੇ ਪੈਣੇ ਆ ਫ੍ਰੀ ਪਾਰਕ ਬਾਦ ਨਹੀਂ ਹੁੰਦੇ ਇਦਾਂ। ਬਾਤ ਕਰਨੇ ਪੈਂਦੇ। ਪਾਰਕ ਤੁਸੀਂ ਇੱਕ ਬੰਦਾ ਲੈ ਜਾਓਗੇ ਸ਼ਾਮ ਨੂੰ, ਉਹਨਾਂ ਫਿਰ ਕੇ ਕਿੱਦਾਂ ਬਾਅਦ 10 12 ਤੁਹਾਡੇ ਕੋਲ ਬੰਦੇ ਹੋਣੇ, ਇੱਕ ਨੂੰ ਸਵੇਰ ਲੈ ਕੇ ਜਾਓ, ਇੱਕ ਨੂੰ ਦੁਪਹਿਰ ਨੂੰ, ਇੱਕ ਨੂੰ ਸ਼ਾਮ ਨੂੰ, ਇੱਕ ਨੂੰ ਰਾਤ ਨੂੰ, ਫਿਰ ਬਾਅਦ ਹੁੰਦੇ ਆ। ਸਾਜੀ ਲਈ ਤਾੜੀਆਂ ਯਾਰ। ਪਾਰਕ ਤੇ क्या खूबसूरत बात की आप। ਕਿਉਂ ਫਰੀ ਸਾਹਿਬ? ਯਾਰ ਹਰ ਬੰਦੇ ਦਾ ਦਿਲ ਕਰਦਾ ਉਹਨਾਂ ਨੂੰ ਲੈ ਕੇ ਫਿਰੋ ਟਰੋ, ਦੋਸਤਾਂ ਨੂੰ ਲੈ ਕੇ ਜਾਓ। ਫੈਸਲ ਸਾਹਿਬ ਇਦਾਂ ਨਹੀਂ ਕਰੋ। ਹਾਂਜੀ ਜਿਨ੍ਹਾਂ ਦਾ ਹੱਕ ਬਣਦਾ ਨਾ ਉਹਨਾਂ ਨੂੰ ਵੀ ਲੈ ਕੇ ਫਿਰੇ ਤੁਰੋ, ਇਸ ਤੋਂ ਪਹਿਲੇ ਕਿ ਉਹ ਹੋਰ ਕਿਸੇ ਨਾਲ ਫਿਰਨ ਤੁਰਨ ਲੱਗ ਪਏ। ਯਾਰ ਜਿਹੜੇ ਡਾਕਟਰਾਂ ਕੋਲ ਇਹ ਗਏ ਨੇ ਨਾ, ਹੁਣ ਡਾਕਟਰ ਦਾ ਪਤਾ ਮੈਂ ਪੱਕਾ ਪੈਂਚਰ ਵੀ ਲਾ ਲੈ। ਇਹਨਾਂ ਉਹੀ ਦੇ ਡਾਕਟਰ ਇਲਾਜ ਕਰਨ ਦੇ ਉਹੀ ਮੇਲੇ 'ਚ ਧੌਣ ਨਾਲ ਸਰੀਆ ਵੀ ਵਿਗੜਿਆ ਕਰਦੇ। ਲੋ ਜੀ, ਮੈਂ ਇੱਕ ਜੈਨੂਇਨ ਐਸੇ ਹਕੀਮ ਨੂੰ ਜਾਣਦਾ ਜੇ। ਕੈਸੇ? ਤੁਸੀਂ ਕਹੋਗੇ ਕਿ ਉਸਤਾਦ ਜੀ ਵਾਕਈ ਆਰਾਮ ਆਵੇ ਨਾ ਆਵੇ, ਠੀਕ ਹੈ ਜੀ, ਸਪੀਡ 190। ਨਹੀਂ ਆਰਾਮ ਆਵੇ ਨਾ ਆਵੇ ਸਾਡੀ ਖੈਰ, ਆਰਾਮ ਆਵੇ ਨਾ ਆਵੇ ਰਾਸਤਾ ਲੈ। ਠੀਕ ਹੈ ਜੀ। ਗੱਲ ਇਹ ਹੈ ਕਿ ਫਰੀਦ ਸਾਹਿਬ ਤੁਸੀਂ ਉਹਨਾਂ ਕੋਲ ਜਾਣਾ, ਉਹਨਾਂ ਨੇ ਤੁਹਾਡੀ ਨਬਜ਼ ਫੜਨੀ ਹੈ, ਤੇ ਜਿਹੜੀਆਂ ਤੇਰੇ ਅੰਦਰ ਗੱਲਾਂ ਨੇ ਨਾ, ਜਿਹੜੀਆਂ ਤੂੰ ਦੱਸੀਆਂ ਵੀ ਨਹੀਂ, ਉਹ ਵੀ ਤੈਨੂੰ ਦੱਸਣਗੇ। ਹਾਂਜੀ, ਲੇਕਿਨ ਸਿਰਫ ਇੱਕ ਪ੍ਰੋਬਲਮ ਆ। ਕਿਹੜੀ? ਉਹ ਫੌਤ ਹੋ ਗਏ, 3 ਸਾਲ ਹੋ ਗਏ ਯਾਰ ਕੀ ਮਸਲਾ ਕੀ? ਫੌਤ ਹੋ ਗਏ ਨੇ। ਆਹੋ ਤਾਂ ਹਕੀਮ ਤੁਫੈਲ ਸਾਹਿਬ ਨਾੜ ਵਾਲੇ ਚੌਕ 'ਚ ਮਸ਼ਹੂਰੋ ਮਾਰੂਫ, ਤੁਹਾਡੇ ਚੋਂ ਬਹੁਤ ਸਾਰੇ ਲੋਕ ਜਾਣਦੇ ਹੋਣੇ ਨੇ ਹਕੀਮ ਤੁਫੈਲ ਸਾਹਿਬ। ਮੇਰੇ ਨਾਨਾ ਅੱਬੂ ਦੇ ਦੋਸਤ ਹੁੰਦੇ ਸੀ ਉਹ, ਔਰ ਉਹ ਮਹੱਲਿਆਂ ਦੇ ਹਕੀਮ ਹੁੰਦੇ ਨੇ ਜਿਨ੍ਹਾਂ ਨੂੰ ਇਹ ਵੀ ਪਤਾ ਵਾ ਕਿ ਇਹਦੇ ਬੱਚੀਆਂ ਪੈਦਾ ਹੋਈਆਂ, ਬੱਚੀਆਂ ਇਹਦੀਆਂ ਜਵਾਨ ਹੋਈਆਂ, ਬੱਚੀ ਇਹਨੇ ਉੱਥੇ ਵਿਆਹੀ ਆ, ਇਹ ਉਸ ਬੱਚੀ ਦਾ ਖਾਵਨ ਦਾ ਉਹ ਹਕੀਮ। ਯਾਨੀ ਮੈਂ ਜਾਣਾ ਤੇ ਉਹਨਾਂ ਨੇ ਮੈਨੂੰ ਕਹਿਣਾ ਮੈਂ ਕਹਿਣਾ ਜੀ ਮੈਂ ਹਾਜੀ ਗਨੀ ਸਾਹਿਬ ਦਾ ਦੋਤਾ ਵਾਂ। ਅੱਛਾ, ਉਹ ਜਿਹੜੀ ਮੁਲਤਾਨ ਵਿਆਹੀ ਗਈ ਸੀ ਬੱਚੀ, ਮੈਂ ਕਹਿਣਾ ਹਾਂਜੀ ਹਾਂਜੀ। ਨਹੀਂ ਪਹਿਲਾਂ ਉਹਨੇ 3 ਇੱਧਰ ਲੈਣੇ, ਜਿਹੜੀ ਗੁਜਰਾਂ ਵਾਲੇ ਵਿਆਹੀ ਗਈ, ਮੈਂ ਨਹੀਂ ਜੀ ਉਹ ਮੇਰੀ ਖਾਲਾ। ਅੱਛਾ, ਜਿਹੜੀ ਉੱਥੇ ਅੱਛਾ ਉਹ ਜਿਹੜੀ ਸਭ ਤੋਂ ਛੋਟੀ ਜਿਹੜੀ ਮੁਲਤਾਨ ਵਿਆਹੀ ਗਈ ਸੀ, ਮੈਂ ਕਹਿਣਾ ਹਾਂਜੀ ਮੈਂ ਅੱਛਾ। ਯਾਨੀ ਉਹ ਹਕੀਮ। ਤਾਜ ਜੀ ਮੈਂ ਜੈਨੂਇਨ ਤੁਹਾਨੂੰ ਗੱਲ ਦੱਸਾਂ, ਮੇਰਾ ਮਿਹਦਾ ਖਰਾਬ, ਏਦਾਂ ਹੀ ਦਿਮਾਗ ਵੀ। ਹਾਂ ਇੱਥੇ ਸਾਰੇ ਨੇ ਨਵਾਬ, ਜਦੋਂ ਹੋਵੇਗਾ ਹਿਸਾਬ ਉਦੋਂ ਦੇਖ ਲਾਂਗੇ। ਮੇਰਾ ਮਿਹਦਾ ਖਰਾਬ। ਯਾਰ ਚਾਚਾ ਬੂਟਾ ਕਿਸ ਟਾਈਮ ਆਉਂਦਾ? ਕੀ ਚਾਚਾ ਬੂਟਾ ਯਾਰ? ਓਏ ਅੱਛਾ ਯਾਰ, ਮੈਂ ਤਾਂ ਖਰਾਬ ਉਸਤਾਦ ਦਾ। ਮੇਰਾ ਮਿਹਦਾ ਖਰਾਬ। ਮੈਂ ਉਹਨਾਂ ਨੂੰ ਪੱਖਾ, ਉਹਨਾਂ ਨੇ ਫੁੱਲ ਗਰਮੀ, ਓ ਯਾਰ ਬੜੇ ਫੁੱਲ ਗਰਮੀ, ਕਿੰਨੀ ਫੁੱਲ ਗਰਮੀ, ਦਸੰਬਰ ਜਨਵਰੀ ਫੁੱਲ ਗਰਮੀ 'ਚ ਉਹਨਾਂ ਨੇ ਪੱਖਾ ਇਦਾਂ ਦਾ ਲਾਇਆ ਕਿ ਤੂੰ ਪਰ ਦੇ ਉੱਪਰ ਨਜ਼ਰ ਟਿਕਾ ਕੇ ਉਹਨੂੰ ਵੇਖ ਸਕਦਾ ਐ ਕਰਕੇ। ਐ ਸਮਝ ਆ ਰਹੀ? ਯਾਨੀ ਪਰ ਪਤਾ ਲੱਗਣ ਦਾ ਕਿ ਆ ਜਾ ਜਿਹੜੀ ਤੂੰ ਇੱਕ ਪਰ ਨੂੰ ਨਜ਼ਰ 'ਚ ਰੱਖ ਲਿਆ, ਤੂੰ ਕਿੰਨੀ ਦੇਰ ਵੇਖ ਵੀ ਸਕਦਾ ਐ। ਤੇ ਤੂੰ ਮਰਨ ਵਾਲਾ ਆਇਆ ਥੱਲੇ, ਤੇ ਤੈਨੂੰ ਇਹ ਵੀ ਆ ਵੀ ਪੱਖਾ ਚੱਲਣ ਦੇ ਆ। ਹਾਏ ਤੇ ਉਹਨਾਂ ਦੀ ਟੈਂਪੋ, ਹਕੀਮ ਤੁਫੈਲ ਸਾਹਿਬ ਦੀ ਮਾਸ਼ਾਅੱਲਾ ਨੂਰਾਨੀ ਚਿਹਰਾ, ਖੂਬਸੂਰਤ, ਤੇ ਨਬਜ਼ ਉਹਨਾਂ ਨੇ ਦੇਖਣੀ ਹੈ। ਉਸ ਤੋਂ ਬਾਅਦ ਉਹਨਾਂ ਨੇ ਦਵਾਈ ਬਣਾਉਣੀ ਆ ਵੀ 40 ਦੀ ਟੈਂਪੋ ਰੱਖੀ ਉਹਨਾਂ ਨੇ, ਯਾਨੀ ਲੋ ਇੰਜ ਕਰਕੇ। ਸਮਝ ਇਹ ਉਹਨਾਂ ਦੀ ਟੈਂਪੋ ਸਲੋਮੋ ਹਕੀਮ। ਮੈਂ ਕਹਿੰਦਾ ਸ਼ਫਾ, ਮੰਜਾਨਾ ਬੱਲਾ। ਸੁਭਾਨ ਅੱਲਾ, ਅੱਲਾ ਨੇ ਬੜੀ ਸ਼ਫਾ ਦਿੱਤੀ। ਕਿਉਂਕਿ ਉਹ ਉਸਤਾਦ ਜੀ ਜਿਹੜੇ ਉਸ ਦੌਰ ਦੇ ਹਕੀਮ ਜਾਂ ਤਬੀਬ ਜਾਂ ਡਾਕਟਰ ਸੀ ਨਾ, 5 ਵਕਤ ਦੇ ਨਮਾਜ਼ੀ, ਉਹਨਾਂ ਨੂੰ ਇਹ ਪਤਾ ਹੁੰਦਾ ਸੀ ਕਿ ਸ਼ਫਾ ਰੱਬ ਨੇ ਦੇਣੀ ਆ, ਤੇ ਅਸੀਂ ਅਗਰ ਰੱਬ ਕੋਲੋਂ ਸ਼ਫਾ ਲੈ ਕੇ ਦੇਣੀ ਹੈ ਨਾ, ਤੇ ਅਸੀਂ ਇਸ ਕਾਬਲ ਹੋਣਾ ਵਾ ਕਿ ਰੱਬ ਸਾਨੂੰ ਸਾਡੇ ਥਰੂ ਸ਼ਫਾ ਦੇਵੇ। ਬਿਲਕੁਲ ਠੀਕ ਹੋ ਗਿਆ। ਬਿਲਕੁਲ ਸਹੀ। ਵਾਹ ਇਸ ਕਾਬਲ ਹੋ ਗਏ। ਉਹ ਇੱਕ ਇੰਡੀਆ ਦੀ ਫਿਲਮ ਸੀ, ਅਮਿਤਾਭ ਬੱਚਨ ਸਾਹਿਬ ਫੁੱਲ ਦਾਰੂ ਪੀ ਕੇ ਜਾ ਕੇ ਦਿਲ ਦਾ ਆਪਰੇਸ਼ਨ ਕਰ ਦੇਣਾ, ਡਾਕਟਰ ਖਾਨ ਪਤਾ ਨਹੀਂ ਇਸ ਤਰ੍ਹਾਂ ਦਾ ਕੋਈ ਸੀ। ਤੇ ਉਹ ਨਹੀਂ, ਯਾਨੀ ਨਮਾਜ਼ੀ ਪ੍ਰੇਗਾ, ਸੁਬਹ ਫਜਰ ਟਾਈਮ ਉੱਠਣਾ। ਹਾਂ, ਔਰ ਉਹ ਹਕੀਮ ਸਾਹਿਬ ਦੀਆਂ ਮੈਂ 2-4 ਗੱਲਾਂ ਸੁਣੀਆਂ ਕਿ ਉਹ ਜੜੀ ਬੂਟੀਆਂ ਲੈਣ ਆਪ ਪਤਾ ਨਹੀਂ ਕਿੱਥੇ ਕਿੱਥੇ ਜਾਂਦੇ ਰਹੇ। ਅਵਾਰਡ ਯਾਫਤਾ ਨੇ ਉਹਨਾਂ ਦੇ, ਉਹ ਲੱਗਾ ਹੁੰਦਾ ਸੀ ਕਿ ਗੌਰਮੈਂਟ ਨੇ ਇਹਨਾਂ ਨੂੰ ਇੱਕ ਅਥੈਂਟਿਕ ਮਤਲਬ ਦਿੱਤਾ ਕਿ ਵੀ ਸੱਚੀ ਮੁੱਚੀ ਵਾਲੇ ਹਕੀਮ ਨੇ। ਸਹੀ ਗੱਲ।
ਜੈਨੂਇਨ ਗੱਲ ਇਹ ਆ ਕਿ ਮੈਂ ਉਹਨਾਂ ਨੂੰ ਨਬਜ਼ ਫੜਾਈ ਤੇ ਮੈਂ ਉਹਨਾਂ ਨੂੰ ਕਿਹਾ ਮੇਰਾ ਮਿਹਦਾ ਨਹੀਂ ਠੀਕ, ਰੋਟੀ ਨਹੀਂ ਹਜ਼ਮ ਹੁੰਦੀ, ਇਹ ਫਲਾਟਿੰਗ ਦਾਣੇ ਮੂੰਹ ਤੇ ਨੇ। ਉਹਨਾਂ ਨੇ ਨਬਜ਼ ਫੜ ਕੇ ਉਹਨਾਂ ਨੇ ਮੈਨੂੰ ਇੱਕ ਐਸੀ ਗੱਲ ਦੱਸੀ, ਇੰਝ ਹੁੰਦਾ ਵਾ। ਉਹ ਮੇਰੇ ਮੌਲਾ ਕੀ ਹੋ ਗਿਆ ਵਾ, ਕੋਈ ਗੰਦੀ ਗੱਲ ਦੱਸਦੀ ਉਹਨਾਂ ਕੀ ਉਸਤਾਦ ਜੀ? ਹਾਂਜੀ। ਅੱਛਾ, ਲੇਕਿਨ ਤੁਸੀਂ ਨਹੀਂ ਮਤਲਬ ਉਹ ਐਡੀ ਗੰਦੀ ਨਹੀਂ, ਮੂਲੀਆਂ ਖਾਣ ਦੀ ਗੱਲ। ਯੂਰਨ ਦੇ ਵਾਲੇ ਨਾ ਕਿ ਤੈਨੂੰ ਇਸ ਤਰ੍ਹਾਂ ਯੂਰਨ ਆਉਂਦਾ। ਮੈਂ ਕਿਹਾ ਹਾਂਜੀ। ਆਹੋ ਤੇ ਮੈਂ ਕਿਹਾ ਕਿ ਇਹਨੂੰ ਕਿੱਦਾਂ ਪਤਾ ਲੱਗਾ? ਕਿਹਨੂੰ ਕਿਤਾ ਪਤਾ? ਉਹ ਇਹ ਨਹੀਂ ਸੀ ਕਿ ਉਹਦਾ ਰੰਗ ਪੀਲਾ ਜਾਂ ਬਰਾਊਨ ਜਾਂ ਨੀਲਾ ਜਾਂ ਕਿਰਮਚੀ, ਇਹ ਨਹੀਂ, ਹੋਰ ਸੀ ਕੋਈ ਗੇਮ, ਯਾਨੀ ਉਹ ਪੇਚੀਦਾ ਜੀ ਕੋਈ ਗੱਲ। ਹਾਂ। ਮੈਂ ਕਿਹਾ ਨਬਜ਼ ਤੋਂ ਖੈਰ, ਮੈਂ ਕਿਹਾ ਹਾਂਜੀ। ਕਹਿੰਦੇ ਬੇਟਾ ਪਹਿਲੇ ਇਹਦਾ ਇਲਾਜ ਕਰਾ, ਇਹਦੀ ਵਜ੍ਹਾ ਤੋਂ ਸਾਰਾ ਕੁਝ ਹੋ ਰਿਹਾ। ਓਏ ਹੋਏ, ਮੈਂ ਉੱਠਿਆ ਬਾਹਰ, ਮੈਂ ਘਰ, ਮੈਂ ਕਿਹਾ ਜੀ ਮੈਂ ਦੱਸਿਆ ਉਹਦਾ ਮੇਰੇ ਗੱਲ ਦਾ ਭਾਰ ਹੀ ਕੋਈ ਨਹੀਂ ਵੀ ਮੇਰਾ ਮਿਹਦਾ ਖਰਾਬ। ਯਾਰ ਬਾਬੇ ਨਵੀਦ ਤੋਂ ਹੀ ਸਿਆਣਾ ਸੀ। ਨਹੀਂ ਉਹ ਹਕੀਮ ਤੁਫੈਲ ਸਾਹਿਬ ਬਹੁਤ ਜ਼ਬਰਦਸਤ ਹਕੀਮ। ਅੱਜ ਵੀ ਮੈਂ ਤੁਹਾਨੂੰ ਗੱਲ ਦੱਸਦਾ, ਉਹਨਾਂ ਦੇ ਬੇਟੇ ਬੈਠਦੇ ਨੇ, ਉਹ ਵੀ ਮਾਸ਼ਾਅੱਲਾ ਹੁਣ ਜ਼ਈਫ ਹੋਏ ਨੇ। ਉਸਤਾਦ ਜੀ ਮੈਂ ਤੁਹਾਨੂੰ ਇੱਕ ਨੁਸਖਾ ਦੱਸਦਾ, ਉਸ ਮਸਲੇ ਵਾਸਤੇ ਕਦੇ ਕਿਸੇ ਨੂੰ ਮਸਲਾ ਹੋਵੇ ਨਾ ਤਾਂ ਉਹਨਾਂ ਕੋਲ ਲਾਜ਼ਮੀ ਜਾਣਾ। ਜਿਨ੍ਹਾਂ ਦਾ ਨੱਕ ਬੰਦ ਰਹਿੰਦਾ, ਰੇਸ਼ਾ ਨਜ਼ਲਾ ਜ਼ੁਕਾਮ ਰਹਿੰਦਾ, ਔਰ ਇੰਨਾ ਕੁ ਨੱਕ ਬੰਦ ਰਹਿੰਦਾ ਕਿ ਉਹ ਜ਼ਾਈਨੋਸੀਨ ਪਾਉਣ ਲੱਗ ਪਏ ਨੇ, ਜ਼ਾਈਨੋਸੀਨ ਡ੍ਰੌਪ ਹੁੰਦਾ ਇੱਕ, ਉਹਦੇ ਆਦੀ ਹੋ ਗਏ ਨੇ ਜਾਂ ਜ਼ਿਆਦਾ ਬੰਦ ਰਹਿਣ ਲੱਗ ਪਿਆ, ਸਰ ਉਹਨਾਂ ਦੇ ਕੋਲ ਉਹਨਾਂ ਨੂੰ ਜਾ ਕੇ ਕਹਿਣਾ ਜੀ ਮੈਨੂੰ ਉਹ ਜਿਹੜਾ ਨਜ਼ਲੇ ਰੇਸ਼ੇ ਮੈਂ ਦੱਸੋ ਕਿ ਉਹ ਆਪੀ ਤੁਹਾਨੂੰ ਉਹ ਪੁੜੇ ਬਣਾ ਕੇ ਦਿੰਦੇ ਨੇ ਨੇੜੇ, ਉਹਦੇ ਵਿੱਚ ਜਨਾਬ ਜੀ ਅਨਾਬ, ਉਹ ਗੋਲ ਅਨਾਬ, ਉਹਦੇ ਵਿੱਚ ਬਨਫਸ਼ਾ, ਉਹ 'ਚ ਮਲੱਠੀ, ਉਹ 5-6 ਚੀਜ਼ਾਂ ਪਾ ਕੇ ਨਾਲ ਪੁੜੀਆਂ ਦਿੰਦੇ ਨੇ, ਉਹ ਤੁਸੀਂ ਕਾੜ ਕੇ ਪੀਣੀਆਂ ਨੇ। ਉਸਤਾਦ ਜੀ ਤੁਹਾਡੇ ਸਿਰ ਦੇ ਪੈਰਾਂ ਤੋਂ ਲੈ ਕੇ ਨਾ ਉਹ ਪੈਰਾਂ ਦੇ ਵਾਲਾਂ ਤੱਕ। ਹਾਏ ਹਾਏ, ਵਾਲਾਂ ਦੇ ਪੈਰਾਂ, ਯਾਰ ਇੱਕ ਮਿੰਟ ਯਾਰ, ਵਾਲਾਂ ਸਿਰ ਦੇ ਪੈਰਾਂ ਤੋਂ ਲੈ ਕੇ ਤੇ ਅੰਗੂਠਿਆਂ ਦੇ ਵਾਲਾਂ ਤੱਕ ਰੇਸ਼ਾ। ਨਹੀਂ ਯਾਰ, ਉਸਤਾਦ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੇ ਵਾਲਾਂ ਤੱਕ ਹੁੰਦਾ ਵਾ। ਔਰ ਨਹੀਂ ਜੇ ਸਿਰ ਦੇ ਨੋਹਾਂ ਤੋਂ ਲੈ ਕੇ ਪੈਰਾਂ ਦੇ ਵਾਲਾਂ ਤੱਕ ਇਹ ਹੁੰਦਾ ਵਾ। ਯਾਰ ਤੂੰ ਕਿੱਡਾ ਬੇਵਕੂਫ ਯਾਰ। ਅੱਛਾ, ਏਦਾਂ ਹੀ ਆ। ਸਾਡਾ ਰੇਸ਼ਾ ਨਜ਼ਲਾ ਜ਼ੁਕਾਮ ਬਾਹਰ ਨਿਕਲ ਆਏਗਾ। ਅੱਛਾ, ਇੱਕ ਜ਼ਿਆਦਤੀ ਤੁਸੀਂ ਕਰਨ ਦੇ, ਭਲਾ ਕਿਉਂ? ਇਹ ਜਿਹੜਾ ਤੁਸੀਂ ਕਰਨ ਦੇ ਸਿਰਫ ਫੈਸਲਾਬਾਦ ਦੇ ਕੁਝ ਲੋਕਾਂ ਲਈ, ਯਾਨੀ ਲੱਖ ਬੰਦਾ ਵੇਖ ਲੇਗਾ। ਉਹ ਯਾਰ ਨਹੀਂ, ਬਿਹਤਰ ਪਤਾ ਕੀ ਕਿ ਤੁਸੀਂ ਇੱਕ ਨੁਸਖਾ ਉਹਨਾਂ ਦੇ ਕੋਲੋਂ ਹੀ ਭਾਵੇਂ ਨਹੀਂ ਇੱਕ ਜੇ ਨਹੀਂ, ਉਹ ਨਹੀਂ ਨੁਸਖਾ ਨਹੀਂ, ਉਹਨਾਂ ਦੇ ਹੱਥ 'ਚ ਸ਼ਿਫਾ ਵੀ ਹੁੰਦੀ ਕਈਆਂ ਦੇ। ਉਹ ਯਾਰ ਸਿਰਫ ਉੱਥੇ ਜਾਣਾ ਬਹਿਣਾ, ਉਹਨਾਂ ਨੂੰ ਦੱਸਣਾ ਜ਼ਰੂਰੀ ਨਹੀਂ ਉਹਨੂੰ ਕੋਈ ਹੋਰ ਮਸਲਾ ਹੋਵੇ ਮੈਂ ਐਵੇਂ ਨੁਸਖਾ ਦੇਈ ਜਾਵਾਂ। ਮਕਸਦ ਇਹ ਕਿ ਇੰਨਾ ਕੁ ਉਹਦੇ ਟੌਂਸਸ ਹੋਣ, ਜਿਹੜੇ ਡਾਕਟਰਾਂ ਨੇ ਆਪਰੇਸ਼ਨ ਦੱਸਿਆ, ਜੋ ਵੀ ਉਹਦਾ ਕੋਈ ਹੋਰ ਇਲਾਜ ਹੋਵੇ। ਮਕਸਦ ਮੈਂ ਗੱਲ ਕਰਨਾ ਕਿ ਜ਼ਰੂਰੀ ਨਹੀਂ, ਮਤਲਬ ਮੈਂ ਮੇਰੀ ਕੰਡੀਸ਼ਨ ਇਹ ਸੀ ਵੀ ਨਾਜ਼ਰੀਨ ਕਿ ਨੱਕ ਬੰਦ ਰਹਿਣ ਲੱਗ ਪਿਆ, ਤੇ ਇੰਨਾ ਕੁ ਬੰਦ ਰਹਿਣ ਲੱਗ ਪਿਆ ਕਿ ਦਵਾਈਆਂ ਨੱਥੀ ਹੋ ਗਈਆਂ, ਖਤਮ। ਤੇ ਉਸ ਤੋਂ ਬਾਅਦ ਜ਼ਾਈਨੋਸੀਨ ਪਾਉਣ ਲੱਗ ਪਿਆ ਤੇ ਦਿਮਾਗ ਇੱਥੋਂ ਵੱਜਾ ਰਹਿਣਾ, ਨੱਕ ਬੰਦ ਰਹਿਣਾ। ਜ਼ਾਈਨੋਸੀਨ ਤੋਂ ਬਗੈਰ ਮੇਰੀ ਜ਼ਿੰਦਗੀ ਬਰਬਾਦ ਸੀ। ਅੰਮੀ ਨੇ ਮੈਨੂੰ ਕਿਹਾ, ਕਿਉਂਕਿ ਹੁਣ ਮੇਰੇ ਨਾਨਾ ਅਬੂ ਦੇ ਦੋਸਤ, ਅੰਮੀ ਕਹਿੰਦੇ ਜਾ ਹਕੀਮ ਤੁਫੈਲ ਸਾਹਿਬ ਕੋ ਜਾ, ਉਹਨਾਂ ਨੂੰ ਮੇਰਾ ਦੱਸੀ, ਨਾਨੇ ਆਪਣੇ ਦਾ ਦੱਸੀ। ਤਾਂ ਜੀ ਉਹਨਾਂ ਨੇ ਉਹ ਦਿੱਤੇ ਨੇ ਨਿਜ਼ਾਮ। ਉਹ ਸਾਫੀ ਨਹੀਂ ਹੁੰਦੀ, ਸਾਫੀ ਕਿੰਨੀ ਕੌੜੀ ਹੁੰਦੀ, ਉਹ ਜਦੋਂ ਬਣ ਜਾਂਦਾ ਉਹਨੂੰ ਸਾਫੀ ਟੈਪ ਹੋ ਜਾਂਦਾ, ਉਹ ਨਹੀਂ ਪੀਤਾ ਜਾਂਦਾ। ਉਹਦੇ ਨਾਲ ਕੀ ਹੁੰਦਾ, ਤੁਹਾਨੂੰ ਮਹਿਸੂਸ ਹੋਣ ਲੱਗ ਪੈਂਦਾ ਕਿ ਮੇਰਾ ਜਿਹੜਾ ਨਜ਼ਲਾ ਜ਼ੁਕਾਮ ਨਾ ਅੰਦਰ ਨਿਜ਼ਾਮ ਇਹ ਪਤਲਾ ਹੋਣ ਲੱਗ ਪਿਆ। ਬਿਲਕੁਲ ਪਾਣੀ ਉਹਨਾਂ ਨੇ ਕਰ ਦੇਣਾ, ਉਹਨਾਂ ਨੇ ਇਹ ਨਹੀਂ ਕਰਨਾ ਕਿ ਸਾੜਨਾ ਜਾਂ ਨਹੀਂ। ਉਹ ਯਾਰ ਉਹ ਬਹੁਤ ਆਲਾ ਚੀਜ਼ ਆ। ਫਿਰ ਉਹਨਾਂ ਦੇ ਬੇਟੇ ਜਿਹੜੇ ਉਹ ਵੀ ਬਹੁਤ ਅੱਛੇ ਨੇ, ਕਿਉਂਕਿ ਉਹਨਾਂ ਨਾਲ ਹੀ ਉਹ ਰਹੇ ਨੇ। ਮੈਂ ਚੱਲ ਜਾਵਾਂ ਫਿਰ, ਮੇਰਾ ਕਿੰਨੇ ਦਿਨਾਂ ਦਾ ਹੋ ਹੀ ਨਹੀਂ ਰਿਹਾ ਸਹੀ ਨਾ। ਹਾਂ ਜਾ ਉਹਨਾਂ ਕੋ ਕੀਮਤ ਫੈਸਲਾ। ਚਲੋ ਨਹੀਂ ਤੇਰਾ ਡਿਗਰੀ ਤੂੰ ਅਗਲੀ ਤਿਆਰੀ ਕਰ, ਹੁਣ ਬਸ ਬਹੁਤ ਹੋ ਗਿਆ। ਇੰਨੇ ਜਾ ਕੇ ਕੀ ਨਹੀਂ ਮਾਰ ਦੇਣਾ। ਹੁਣ ਪਤਾ ਕੀ ਗੱਲ ਉਸਤਾਦ ਜੀ, ਮੇਰਾ ਇੱਕ ਦੋਸਤ ਹੈਗਾ, ਯਕੀਨ ਕਰੋ, ਉਹਨੇ ਮੈਨੂੰ ਇੱਕ ਨੁਸਖਾ ਦੱਸਿਆ। ਚਾਈਨਾ ਤੋਂ ਉਸਤਾਦ ਜੀ ਉਹਨੇ ਡਿਗਰੀ ਲਈ, MBBS DHMS RH MPQ, ਜਿਹੜੇ ਵੀ ਉਹਨਾਂ ਦੀਆਂ ਡਿਗਰੀਆਂ ਹੁੰਦੀਆਂ ਨੇ ਨਾ, RHMPQ ਠੀਕ ਹੈ, ਉਹਨਾਂ ਦੀਆਂ ਹੁੰਦੀਆਂ, ਉਹਨਾਂ ਨੇ ਕੋਰਸ ਕੀਤੇ ਹੋਏ। ਉਹਨਾਂ ਨੂੰ DHMS ਹੋਰ ਹੈ, MBBS ਹੋਰ, ਉਹਨੇ ਸਾਰੇ ਕੀਤੇ ਆ। ਇਸ ਲਈ ਮੈਂ ਇੱਕੋ ਕੋ ਨਹੀਂ ਜਾਂਦਾ। ਫੇਲ ਠੀਕ ਨਹੀਂ ਉਹਨੇ ਸਾਰੇ ਕੀਤੇ। ਉਹਨੇ ਕਿਹਾ ਯਾਰ ਜ਼ਿੰਦਗੀ ਵਿੱਚ ਤੁਹਾਨੂੰ ਕਦੇ ਕੋਈ ਬਿਮਾਰੀ ਨਹੀਂ ਲੱਗੇਗੀ, ਕਿ ਤੁਹਾਡੇ ਕੋਲ ਨਾ ਪੈਸੇ ਮੁੱਕਣਗੇ, ਨਾ ਕਦੇ ਕੋਈ ਤੁਹਾਨੂੰ ਟੈਨਸ਼ਨ ਆਏਗੀ, ਨਾ ਤੁਹਾਡਾ weight ਵਧੇਗਾ, ਨਾ ਤੁਹਾਡੇ ਯਾਨੀ ਕਿ ਚਰਬੀ ਖੁਰੇਗੀ। ਅੱਛਾ ਜੀ। ਤੁਸੀਂ ਸਿਰਫ ਨਾ ਗਰਮ ਪਾਣੀ ਕਰਕੇ ਨਾ ਉਹਦੇ 'ਚ ਤੁਸੀਂ ਪੀਣਾ ਹੈਗਾ ਸਵੇਰੇ ਨਹਾਰ। ਨਿੰਬੂ ਪਾ ਕੇ ਨਹੀਂ ਪੀਣਾ, ਨਿੰਬੂ ਨਹੀਂ ਪਾਉਣਾ, ਉਹ ਤਾਂ ਮੋਟਾਪੇ ਵਾਸਤੇ ਹੁੰਦਾ ਨਾ। ਅੱਛਾ ਬੜੀ ਨਹੀਂ ਗੱਲ ਬੜੀ ਨਹੀਂ ਕਹਿੰਦਾ ਤੁਸੀਂ ਸੁਬਹ ਨੀਂਦ ਯਾਰ ਸਾਡੇ ਕਰਕੇ ਨੁਸਖਿਆਂ ਦੇ ਨਾ ਤੁਹਾਡੀ ਮਿਹਰਬਾਨੀ ਬਹੁਤ ਨਾ ਗੌਰ ਕਰਨਾ। ਨਹੀਂ ਕਹਿੰਦਾ ਨਾ ਪੇਟ ਵਧੇਗਾ ਤੇ ਨਾ ਚਰਬੀ ਘਟੂਗੀ। ਨਾ ਪੇਟ ਵਧੇਗਾ, ਨਾ ਚਰਬੀ ਘਟੇਗੀ, ਨਾ ਪੈਸੇ ਤੇ ਨਾ ਹਾਂ ਪੈਸੇ ਵੀ ਤੁਹਾਨੂੰ ਆਉਣਗੇ ਜ਼ਿਆਦਾ। ਅੱਖਾਂ ਦਾ ਸੇਕ ਨਾ ਜਾਊਗਾ ਤੇ ਰੋਸ਼ਨੀ ਵੀ ਨਹੀਂ ਵਧਣੀ। ਉਹ ਯਾਰ ਐਡੇ ਐਡੇ ਸਿਆਣੇ, ਇੱਕ ਗੋਜਰੇ 'ਚ ਹਕੀਮ ਹੈਗਾ ਜੀ, ਉਹਦੇ ਕੋਲ ਯਾਨੀ ਕਿ ਗਏ ਆ, ਉਹਨੇ ਮਨਾ ਕੀਤਾ ਸੀ, ਕਹਿੰਦਾ ਚਾਵਲ 7 ਦਿਨ ਨਹੀਂ ਖਾਣੇ। ਉਹ ਗਏ ਆ, ਉਹਨੇ ਫੜ ਲਿਆ, ਕਹਿੰਦਾ ਚਾਵਲ ਖਾ ਕੇ ਆਇਓ ਤੁਸੀਂ।
ਪਰਫੈਕਟ ਉਹਨੇ ਦੱਸਿਆ ਸਰ। ਤੁਹਾਡੀਆਂ ਅੱਛਾ ਪਿੰਡਾਂ ਦਾ ਉਹਦੇ ਐਸੇ ਵੀ ਹਕੀਮ ਹੁੰਦੇ ਆ ਉਹ ਮੂੰਹ ਚ ਦੇਣ ਵਾਲਾ ਨਹੀਂ ਜਿਹੜਾ ਬੁਖਾਰ ਚੈੱਕ ਕਰ ਆ ਮੂੰਹ ਅੱਡੇ ਨਾਲ ਦਾ ਉਹਦਾ ਮੂੰਹ ਅੱਛਾ ਇੱਥੇ ਬੈਠਾ ਨੂੰ ਮੈਂ ਦੁਆਣੇ ਕੱਟ ਕੇ ਦੋ ਦਿਆ ਉਹ ਬਾਹਰ ਦੁਆਣੇ ਕੱਟ ਕੇ ਵੀ ਦੇਣ ਹੁੰਦੇ ਅੱਲਾ ਨਾ ਪੇਸ ਨੂੰ ਅੱਛਾ ਜ਼ਬਾਨ ਕਈ ਇਦਾਂ ਦੇ ਵੀ ਹੁੰਦੇ ਬੰਦੇ ਉਹਨਾਂ ਦੇ ਮੂੰਹ ਚੋਂ ਦਿੰਦੇ ਨੇ ਦੇ ਕੇ ਬੜੇ ਆਵਾਜ਼ ਆਉਂਦੀ ਕ੍ਰੈਕ ਚੱਲ ਆ ਹਕੀਮ ਸਾਹਿਬ ਅਤਰੋ ਯਾਰ ਤਾਂ ਕੋਈ ਮਜ਼ਬੂਤ ਜਿਹਾ ਰੱਖੋ ਕੀ ਉਹਨੇ ਅਗਲੇ ਸੂਏ ਤੋਂ 3 ਨੰਬਰ ਲਿਖੇ ਸੂਹਾ ਮੂੰਹ ਚ ਦੇਖ ਪਏ ਥਰਮਾਮੀਟਰ ਟੁੱਟ ਗਿਆ ਉੱਤੇ ਧਾਗਾ ਲਵੇਟ ਸੂਆ ਚੁੰਡਣ ਦੇ ਨਹੀਂ ਉਹ ਸਾਈ ਇੱਕ ਹਕੀਮ ਚੈੱਕ ਕਰਨ ਆਇਆ ਕਰੈਕਟਰ ਨੂੰ ਤੇ ਉਹਨੂੰ ਚੈੱਕ ਕਰਨ ਡਿਆ ਤੇ ਕਹਿੰਦਾ ਕੇਲੇ ਖਾਦੇ ਸੀ ਰਾਤੀ, ਕਹਿੰਦਾ ਹਾਂਜੀ। ਤੇ ਉਹਦਾ ਭਰਾ ਪਰੇਸ਼ਾਨ ਕਿ ਯਾਰ ਇਹਨੂੰ ਕਿੱਦਾਂ ਪਤਾ ਲੱਗਾ। ਹੁਣ ਵਾਪਸ ਜਾਣੇ ਕਹਿੰਦਾ ਭੈਣ ਤੁਹਾਨੂੰ ਕਿੱਦਾਂ ਪਤਾ ਲੱਗਾ ਇਹਨੇ ਕੇਲੇ ਖਾਦੇ। ਕਹਿੰਦਾ ਤੁਹਾਡੀ ਮੰਜੀ ਤੇ ਲੈਣਾ ਚਿਲਕੇ ਪਏ ਸੀਗੇ ਮੈਨੂੰ ਉਹ ਤੋਂ ਪਤਾ ਲੱਗਾ। ਅੱਛਾ ਜਿਹੜੀ ਬਾਹਰ ਰੇੜੀ ਲੱਗੀ ਨਾ ਜਿੱਥੋਂ ਲੈ ਗਿਆ ਸੀ ਉਹ ਮੈਂ ਹੀ ਲਵਾਈ। ਅੱਛਾ ਇੱਕ ਹੈ ਸੀ ਡੋਬੇ ਵਾਲੀ ਸਾਈਡ ਦਾ ਸੱਚੀ ਮੁੱਚੀ ਦਾ ਡਾਕਟਰ ਸੀ ਉਹ ਸਟਾਵ ਨਹੀਂ ਜਿਹੜੀ ਬਲੱਡ ਪ੍ਰੈਸ਼ਰ ਚੈੱਕ ਕਰਨ ਵਾਲੀ ਉਹ ਟੁੱਟ ਗਈ ਸੀ ਉਹਨੇ ਟੇਚ ਬਟਨ ਲਵਾ ਕੇ ਤੁਰੰਤ ਸੀ ਓਏ ਆ ਯਾਰ ਵਿਚਾਰਿਆਂ ਨੂੰ ਕੀ ਕਰਨ ਉਹਨਾਂ ਨੂੰ 5-7 ਹਜ਼ਾਰ ਰੁਪਏ ਦਾ। ਉਸਤਾਦ ਜੀ ਜਿਹੜੇ ਵੈਂਟੀਲੇਸ਼ਨ ਨਹੀਂ ਹੁੰਦਾ ਵੈਂਟੀਲੇਸ਼ਨ ਜਨਰਲੀ ਉਸਤਾਦ ਜੀ ਉਹ ਯਾਰ ਕਈਆਂ ਕੋ ਇੱਕ ਮਰੀਜ਼ ਮਤਲਬ ਇੰਨਾ ਰਸ਼ ਹੁੰਦਾ ਵਾ ਇੱਕ ਥਰਮਾਮੀਟਰ ਹੈ ਨਾ ਤੂੰ ਮੂੰਹ ਨਾਲ ਜੋੜ ਕੇ ਅੱਧਾ ਇੱਧਰ ਤੇ ਅੱਧਾ ਉੱਧਰ ਦੇ ਕੇ ਮਰੀਜ਼ ਇੰਜ ਕੀਤੇ ਹੁੰਦੇ ਦੋ ਇੱਥੇ ਰਹੋ ਜਲਦੀ ਜਨੇ ਉਹਨੇ ਅੱਧਾ ਇੱਧਰ ਰੱਖ ਕੇ ਨਾ ਉਹਨੇ ਕਿਹਾ ਅੱਧਾ ਤੂੰ ਮੂੰਹ ਚ ਪਾ ਲਾ ਉਹ ਦੋਵੇਂ ਇੰਜ ਮੁੰਮਾ ਟੈਪ ਹੋ ਗਏ ਮਰੀਜ਼ ਤੇ ਦਿਲ ਕਰੇ ਕੱਢ ਕੇ ਪੁੱਠਾ ਗਿਣ ਲਵੇ ਕਿ ਇਹਨੂੰ 120 102 ਆ ਇਹਨੂੰ 99 ਆ ਹੱਥ ਹੀ ਪੁੱਠਾ ਹੋ ਜੇ। ਥਰਮਾਮੀਟਰ ਟੁੱਟ ਗਿਆ ਉੱਤੇ ਧਾਗਾ ਲਵੇਟਿਆ ਇੱਕ ਬੰਦੇ ਨੂੰ ਚੈੱਕ ਕਰਕੇ ਕਹਿੰਦਾ ਤੈਨੂੰ ਇੰਨਾ ਬੁਖਾਰ ਇਹਨੂੰ ਇੰਨਾ ਮੇਰੇ ਤੋਂ ਧਾਗਾ ਲਵੇਟਿਆ ਉਹਨੂੰ ਇੰਜ ਕੀਤਾ ਤੇ ਅੱਧਾ ਉਹ ਭੇਜੇ ਬਾਕੀ ਅੱਧੇ ਤੋਂ ਦੇਖ ਕੇ ਉਹਨੂੰ ਦੱਸਣਗੇ ਕਹਿੰਦਾ ਯਾਰ ਇੱਥੇ 56 ਤੱਕ ਆ ਬਾਕੀ ਉਹਦੇ ਚਾਹ ਟੁੱਟ ਗਿਆ। ਯਾਰ ਅਕਸਰ ਉਸਤਾਦ ਜੀ ਉਹ ਜਿਹੜਾ ਕੱਚ ਚ ਦਿੰਦੇ ਅੱਜ ਕੱਲ ਤੇ ਬੜਾ ਉਹ ਆ ਗਿਆ ਨਾ ਈਜ਼ੀ ਅਸਲ ਉਤੋਂ ਹੀ ਪਤਾ ਲੱਗਦਾ ਵਾ ਕਿ ਬੁਖਾਰ ਦਾ। ਇਹ ਜਿਹੜੇ ਦੂਜੇ ਨਾ ਕਈ ਉਹ ਪੱਤਰੀ ਜੀ ਰੱਖਦੇ ਇੰਜ ਉਹ ਵੀ ਕੋਈ ਬਹੁਤ ਪਰਫੈਕਟ ਨਹੀਂ ਹੈਗਾ। ਜੈਨੂਇਨ ਜਿਹੜੀ ਗੱਲਬਾਤ ਆ ਨਾ ਉਸਤਾਦ ਜੀ ਅੱਜ ਦੇ ਦੌਰ ਤੱਕ ਵੀ ਉਹ ਬਗਲ 'ਚ ਥਰਮਾਮੀਟਰ ਰੱਖਦੇ ਔਰ ਬਗਲ 'ਚ ਬਹੁਤ ਪਤਾ ਲੱਗਦਾ ਬਗਲ ਮੈਂ ਥਰਮਾਮੀਟਰ ਮੂੰਹ ਮੈਂ ਹਾਏ ਹਾਏ। ਉਸਤਾਦ ਜੀ ਜਿਹੜਾ ਹੁਣ ਜਿਹੜੀ ਮਸ਼ੀਨ ਇੱਕ ਨਵੀਂ ਨਿਕਲੀ ਪਿਆਨੋ ਸੀਨ, ਠੀਕ ਹੈ, ਪੇਨ ਦਾ ਪਤਾ ਲੱਗਦਾ ਉਹਦੇ ਨਾਲ, ਠੀਕ ਹੈ ਨਾ। ਪਿਆਨੋ ਸੀਨ ਹੈਗੀ ਹੈ ਯਾਰ ਉਹ ਪੇਨ ਦੇ ਬਾਰੇ 'ਚ ਤੁਸੀਂ ਤੁਹਾਡੇ ਜਿੱਥੇ ਦਰਦ ਹੁੰਦੀ ਹੈ ਨਾ ਉੱਥੇ ਤੁਸੀਂ ਸਿਰਫ ਉਹ ਰੱਖਣਾ ਤੇ ਉਹ ਟੂ 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 ਬੋਲਣ ਲੱਗ ਪਏਗੀ। ਅਗਰ ਤੁਸੀਂ ਝੂਠ ਬੋਲਦੇ ਹੋ ਤਾਂ ਨਹੀਂ ਬੋਲੇਗੀ, ਠੀਕ ਹੈ। 730 ਰੁਪਏ ਦੀ ਹੈ। ਤੇ ਝੂਠ ਬੋਲੇਗਾ ਹਾਂਜੀ ਕੋਈ ਗੱਲ ਦੀ ਲੌਜਿਕ ਤੇ ਲੌਜਿਕ ਹੈਗੀ ਆ। ਤੂੰ ਅਗਰ ਕਹਿੰਦਾ ਮੇਰਾ ਸਿਰ ਦਰਦ ਕਰਦਾ ਬਹਾਨਾ ਕੀਤਾ ਵਾ, ਭਾਵੇਂ ਨੂੰ ਮਸ਼ੀਨ ਲੈਣ 730 ਰੁਪਏ ਦੀ ਆ, ਉਹਦੀ ਸਿਰਫ ਪਿੰਨ ਲਾਣ ਉਹ ਮਸ਼ੀਨ ਬੋਲ ਪਏਗੀ ਕਿ ਹਾਂ ਵੀ ਇਹਦੇ ਸਿਰ ਦਰਦ ਹੋਣ ਡਈ ਜਾਂ ਨਹੀਂ ਹੋਣ ਡਈ। ਉਹ ਯਾਰ ਉਹ ਥੋੜੀ ਏਦਾਂ ਹੁੰਦਾ ਵਾ ਉਹ ਤੇ ਉਹ ਜਿਹੜਾ ਵਾ ਇੱਧਰ ਮਾਮੂ ਕਹਿੰਦੇ ਬੰਦੇ ਨੇ ਲੁਗਾਟ ਦਾ ਬਣਾਇਆ ਵਾ ਉਹਨੇ ਕਹਿੰਦੇ ਲੁਗਾਟ ਨਹੀਂ ਹੁੰਦੀ ਉਹ ਮੂੰਹ 'ਚ ਰੱਖਦੇ ਆ ਜੇ ਮੂੰਹ 'ਚ ਝਿੱਗ ਨਿਕਲਣ ਲੱਗ ਪਏ ਉਹਨੂੰ ਬੁਖਾਰ ਆ। ਸਹੀ ਹੈ। ਉਹ ਵੇਖ ਲੈਂਦੇ ਝਿੱਗ ਕੇ ਹਿਸਾਬ ਦੀ ਉਹਨੂੰ ਤੋੜ ਲੈਂਦੇ ਹੱਥ ਤੇ ਕਹਿੰਦੇ ਵੀ ਤੈਨੂੰ 102 ਬੁਖਾਰ। ਬਈ ਫੈਸਲ ਨੇ ਰੱਖੀ ਜੀ ਉਹ ਹਾਂ ਬਈ ਫੈਸਲ ਨੇ ਉਹ ਰੱਖੀ ਉਹ ਮਸ਼ੀਨ ਕਹਿੰਦੀ ਇਹਦੇ ਦੇਹ 'ਚ ਮੁਨਾਫਕਤ ਚੱਲ ਰਹੀ ਮਸ਼ੀਨਾਂ ਤੱਕ ਪਛਾਣ ਸਿਰਫ ਉਹ ਦਰਦ ਦਾ ਦੱਸਦੀ ਸੀ, ਗੱਲਾਂ ਨਹੀਂ ਸੀ ਦੱਸਦੀ। ਗੱਲਾਂ ਵੀ ਦੱਸ ਦਿੰਦੀ। ਆਹੋ ਮਸ਼ੀਨਾਂ ਤੱਕ ਵੀ ਮੁਨਾਫਕ ਦੱਸਦੀਆਂ ਬੰਦਾ ਸੁਣ ਕੇ ਮਰ ਨਹੀਂ ਜਾਂਦਾ। ਉਸਤਾਦ ਮੈਂ ਟੈਟੀ ਉੱਤੇ ਮੈਨੂੰ ਪਤਾ ਲੱਗਾ ਇੱਕ ਨਾ ਬੰਦਾ ਸੀ ਜਿਹਨੇ ਜਿਹੜੇ ਇਲਮ ਉਲਮ ਨਹੀਂ ਕਰਦੇ ਉਹ ਪਤਾ ਕਰਾਉਂਦੇ ਵੀ ਤੈਨੂੰ ਕੁਝ ਹੋਇਆ ਕਿ ਨਹੀਂ ਹੋਇਆ। ਉਹਨੇ ਉਸਤਾਦ ਜੀ ਕਹਿੰਦੇ ਨੇ ਕਿ ਉਹ ਨਾ ਉਹਨੇ ਕਰੇਲੇ ਕੀਮਾ ਪਕਾ ਕੇ ਨਾ ਬਹੁਤ ਆਲਾ ਕਿਸਮ ਦੇ ਤਾਜ਼ੇ ਰੋਜ਼ ਪਕਾਉਂਦਾ ਸੀ ਹਾਂਡੇ 'ਚ ਤੇ ਪੇਸ਼ੈਂਟ ਹੁੰਦਾ ਸੀ ਨਾ ਕੋਈ ਉਹਦੇ ਕੋਲ ਤੇ ਉਹਨੂੰ ਕਹਿੰਦਾ ਸੀ ਕਿ ਬਾਬਾ ਜੀ ਮੈਨੂੰ ਲੱਗ ਰਿਹਾ ਮੇਰੇ ਤੇ ਕਿਸੇ ਨੇ ਕੁਝ ਕੀਤਾ ਤੇ ਉਹਨੂੰ ਕਹਿੰਦਾ ਸੀ ਠੀਕ ਆ ਤੇ ਉਹ ਕਰੇਲਿਆਂ ਦੀ ਸੋਹਣੀ ਬੁਰਕੀ ਕੀਮੇ ਨਾਲ ਭਰ ਕੇ ਨਾ ਉਹਨੂੰ ਕਹਿੰਦਾ ਸੀ ਇਹ ਮੂੰਹ 'ਚ ਰੱਖਣੀ ਹੈ ਜੇ ਤੂੰ ਨੰਗਾ ਲਈ ਤੇ ਤੇਰੇ ਤੇ ਕੁਝ ਹੋਇਆ ਵਾ ਜੇ ਤੂੰ ਏਦਾਂ ਹੀ ਵਾਪਸ ਕਰਤੀ ਤੇ ਤੂੰ ਠੀਕ ਆ। ਤੇ ਉਸਤਾਦ ਜੀ ਉਸ ਪੂਰੇ ਇਲਾਕੇ ਨੂੰ ਹੀ ਕੁਝ ਹੋਇਆ ਸੀ। ਉਹ ਬੁਰਕੀ ਤੇ ਵਾਪਸ ਆਣੀ ਇਸ ਕਿਸਮ ਦਾ ਭੁਨਵਾ ਕੀਮੇ ਵਾਲਾ ਬੁਰਕੀ ਮੂੰਹ 'ਚ ਰੱਖ ਕੇ ਤੇ ਕਹਿੰਦਾ ਸੀ ਹਾਂਜੀ ਤੇ ਅਗਲਾ ਕਹਿੰਦਾ ਸੀ ਜੀ ਮੈਨੂੰ ਕੁਝ ਹੋਇਆ ਮੈਂ ਖਾ ਲਈ ਤੇ ਜਰਾ ਮੈਨੂੰ ਇੱਕ ਬੁਰਕੀ ਹੋਰ ਲਵਾਓ ਮੈਂ ਦੇਖ ਕਨਫਰਮ ਵੀ ਕਰਨਾ। ਇੱਕ ਮਰੀਜ਼ ਆ ਕਹਿੰਦਾ ਮੇਰਾ ਬੁਖਾਰ ਚੈੱਕ ਕਰੋ ਕਹਿੰਦਾ ਯਾਰ ਅੱਗੇ ਥਰਮਾਮੀਟਰ ਵਿਹਲਾ ਕਰ ਗਏ। ਇੱਕ ਮਰੀਜ਼ ਆਇਆ ਭਾਈ ਕਰੇਲੇ ਮੋਗੇ ਸੀ ਉਹਨੇ ਭਾਈ ਬੁਰਕੀ 'ਚ ਚੂਹਾ ਰੱਖ ਕੇ ਦੇ ਦਿੱਤਾ। ਅੱਛਾ ਉਸਤਾਦ ਜੀ ਜਿਹੜੀਆਂ 3 ਕਿਸਮ ਦੀਆਂ ਦਵਾਈਆਂ ਹੁੰਦੀਆਂ ਹਰ ਡਾਕਟਰ ਦੇ ਹੁੰਦੇ ਜਿਹੜੇ ਸਾਡੇ ਉਹ ਇੱਕ ਲਾਲ ਜੀ ਗੁਲਾਬੀ ਜੀ ਰੰਗ ਦੀ ਉਹ ਲਾਲ ਤੇ ਖਾਂਸੀ ਵਾਲਾ ਸ਼ਰਬਤ ਹੁੰਦਾ ਨਾ
ਹਾਂਜੀ ਪਲਾਸਟਿਕ ਉਹ ਖਾਂਸੀ ਵਾਸਤੇ ਹੁੰਦਾ, ਨਜ਼ਲੇ ਜ਼ੁਕਾਮ ਰੇਸ਼ੇ ਵਾਸਤੇ। ਇੱਕ ਮੈਂ ਵੀ ਬੜੀ ਖਾਂਦਾ ਰਿਹਾ, ਉਹ ਬੁਖਾਰ ਵਾਲੇ ਨੂੰ ਦਿੰਦੇ ਮਿੱਠੀਆਂ ਗੋਲੀਆਂ, ਚਿੱਟੀਆਂ ਚਿੱਟੀਆਂ ਗੋਲ ਗੋਲ ਗੋਲ। ਉਹ ਹੋਮਿਓਪੈਥਿਕ ਗੱਲ ਹੈ। ਹਾਂਜੀ ਹਾਂਜੀ ਉਹ ਡੈਕਸਾ। ਹਾਂ ਪਤਾ ਕੀ ਗੱਲ, ਜਿਵੇਂ ਇੱਕ ਜਿਸਮ ਦਾ ਇੱਕ ਰਿਸ਼ਤਾ ਹੈ, ਠੀਕ ਹੈ ਨਾ, ਜਿਵੇਂ ਕਿ ਹਰ ਇਨਸਾਨ ਦਾ ਇੱਕ ਰਿਸ਼ਤਾ ਹੁੰਦਾ ਹੈ ਕਿ ਅੰਮੀ ਅੱਬੂ ਇਹ ਉਹ, ਐਸੇ ਤਰ੍ਹਾਂ ਨਾ ਜਿਸਮ ਦਾ ਮਿਹਦਾ ਜਿਹੜਾ ਉਹ ਬਾਪ ਹੈ, ਜਿਹਦੇ ਕੋ ਮਰਜ਼ੀ ਪੁੱਛ ਲਓ। ਇਹਦਾ ਤੇ ਜਿੱਡਾ ਮਿਹਦਾ ਹੈ ਉਹ ਫਿਰ ਦਾਦਾ ਲੱਗਾ ਹੈ ਨਾ। ਨਹੀਂ ਮੇਰੇ ਜਿਸਮ ਦਾ ਜਿਹੜਾ ਰਿਸ਼ਤਾ ਨਾ ਮਿਹਦੇ ਦੇ ਨਾਲ, ਉਹ ਬਾਪ ਹੈ। ਬਾਪ ਦਾ ਰਿਸ਼ਤਾ ਵਾ। ਮਾਂ ਵੀ ਦੱਸੀ ਅੱਜ ਪਿਓ ਦਾ। ਜਿਸਮ ਦੀ ਮਾਂ ਕਿਹੜੀ ਹੈ? ਜ਼ੁਬਾਨ, ਜ਼ੁਬਾਨ, ਕਿਡਨੀ। ਜ਼ੁਬਾਨ ਤੇ ਮਾਂ ਭੈਣ ਇੱਕ ਘਰ ਦੀ ਹੈ ਨਾ। ਆਪਣੀ ਮਾਂ ਜਿਸਮ ਦੀ ਮਾਂ ਕਿਹੜੀ ਹੈ? ਜ਼ੁਬਾਨ। ਜ਼ੁਬਾਨ ਜਾਂ ਕਿਡਨੀ ਕਹਿ ਲਓ, ਪਿੰਡਲੀ ਕਹਿ ਲਓ, ਠੀਕ ਹੈ। ਅੱਛਾ ਇਹ ਮਾਂ ਵਾ। ਫਿਕਰਾ ਵੱਡਾ ਮੁੰਡਾ ਹੋਣਾ। ਫੁੱਫੀ ਕਿਹੜੀ ਜਿਸਮ ਦੀ? ਹੈ ਫੁੱਫੀ ਕਿਹੜੀ ਹੈ? ਅੱਖ, ਆਏ ਹਾਏ ਅੱਖ ਹਰ ਨਜ਼ਰ ਪੇ ਖਬਰ। ਬਸ ਫਿਰ ਤੇਰੀ ਫੁੱਫੀ ਚ ਵਾਲ ਹੀ। ਸਾਈ ਲੱਗਿਆ ਨਾ, ਲੋਕਾਂ ਦੇ ਦੁੱਧ ਯਾਰ ਤੁਸੀਂ ਉੱਧਰ ਰੱਖ ਲਓ, ਫਿਰ ਉੱਧਰ ਲੈ ਆਏ। ਇਹ ਕਿਹੜੀ ਗੱਲ ਆ? ਬੰਦਾ ਕਿਸੇ ਕੋਲ ਯਾਰ ਰਾਤੀ ਵੱਡੇ ਭਾਈ ਦੀ ਨਾ ਫੁੱਫੀ ਚ ਮੋਤੀਆ ਉਤਰ ਆਇਆ। ਇਹ ਤਾਂ ਗੱਲ ਗਲਤ ਆ। ਮੇਰੇ ਵੱਲ ਨਾ ਮਾਰ, ਮੈਂ ਤੈਨੂੰ ਕਹਿਣ ਡਿਆ ਵਾਂ। ਜਾਂ ਕਿਸੇ ਨੂੰ ਯਾਰ ਮੈਂ ਮੋਟਰਸਾਈਕਲ ਤੇ ਜਾ ਰਿਹਾ ਸਾਂ, ਮੇਰੀ ਫੁੱਫੀ ਚ ਕੁਝ ਪੈ ਗਿਆ ਲਫਟੇ ਨੂੰ। ਯਾਰ ਏਦਾਂ ਥੋੜੀ ਹੁੰਦਾ ਉਹ ਯਾਰ ਏਦਾਂ ਹੀ ਹੁੰਦਾ ਵਾ, ਜਦੋਂ ਕੋਈ ਮਰਜ਼ੀ ਸਰਚ ਕੀਤੇ ਹੋਏ ਤੁਸੀਂ ਪੜ੍ਹੇ ਹੋ, ਜਿਹੜਾ ਯਾਰ ਏਦਾਂ ਕੋਈ ਮਿਹਦਾ- ਕਹਿ ਸਕਦਾ ਕਿ ਯਾਰ ਮੇਰੀ ਪੱਥਰ ਦੀ ਫੁੱਫੀ ਆ। ਯਾਰ ਜਾਂ ਕਦੀ ਕਿਸੇ ਨੇ ਇਹ ਕਿਹਾ ਵਾ ਕਿ ਯਾਰ ਇਸ ਟਾਈਮ ਮੇਰਾ ਅੱਬਾ ਖਾਲੀ ਆ, ਮੇਰਾ ਟੈਸਟ ਕਰ ਲਓ। ਯਾਰ ਮੇਦਾ ਆ ਕਦੀ ਡਾਕਟਰ ਨੇ ਉਹ ਕਿਹਾ ਸਵੇਰੇ ਖਾਲੀ ਵਾਲਾਂ ਦਾ ਟੈਸਟ ਕਰਾਈ। ਯਾਰ ਏਦਾਂ ਕਦੀ ਕਿਸੇ ਨੇ ਕਿਹਾ ਵੀ ਅੰਮੀ ਤੇ ਦੰਦੀ ਵੱਡੀ। ਏਦਾਂ ਕਦੀ ਕਿਸੇ ਨੇ ਕਿਹਾ ਮੇਰੇ ਜ਼ਬਾਨ ਵੀ ਰੋਟੀ ਪਰ ਰੋਟੀ ਖਾਂਦਿਆਂ ਮੇਰੀ ਅੰਮੀ ਤਾਂ ਦੰਦੀ ਵੱਡੀ ਗਈ। ਯਾਰ ਤੁਸੀਂ ਨਾ ਗਲਤ ਪਾਸੇ ਲੈ ਜਾਂਦੇ। ਨਹੀਂ ਗਲਤ ਗੱਲ ਕੀ ਗਲਤ ਹੈ? ਉਹ ਗਲਤ ਪਾਸੇ ਮਿਹਦਾ ਜਿਹੜਾ ਉਹਦਾ ਇੰਨਾ ਕੁ ਲੈਵਲ ਹੈਗਾ ਵਾ। ਨਹੀਂ ਕਦੀ ਕਿਸੇ ਨੇ ਕਿਹਾ ਕਿ ਓਏ ਅੰਮੀ ਸੰਭਾਲ ਕੇ ਗੱਲ ਕਰੀ। ਜਾਂ ਕਿਸੇ ਨੇ ਪੈਸੇ ਦੇਣ ਲੱਗੇ ਕਿਹਾ ਹੋਵੇ ਕਿ ਮੇਰੇ ਨਾਲ ਇੱਕ ਕੰਮੀ ਕਰੀ, ਇੱਕ ਜ਼ਬਾਨ। ਗੱਲ ਆ ਨਾ। ਉਹ ਯਾਰ ਮੈਂ ਗੱਲ ਇੱਕ ਮਤਲਬ ਇਹਦਾ ਮਤਲਬ ਇਹ ਵੀ ਮਰਦ ਦੀ ਇੱਕ ਅੰਮੀ ਹੁੰਦੀ ਹੈ। ਸਰ ਵੈਸੇ ਮੇਰੇ ਹਿਸਾਬ ਨਾਲ ਮਰਦ ਦਾ ਬਾਪ ਇਹਦਾ ਜਿਸਮ ਦਾ ਓਏ ਉਹਦਾ ਇਕੱਲੇ ਦਾ ਕਰ, ਬਾਕੀ ਛੱਡ ਦੇ ਤੂੰ। ਉਹਦੀ ਦਿਲ ਸੈਂਸ ਹੋਣਾ ਚਾਹੀਦਾ, ਉਹਦੀ ਦਿਲ। ਸੈਂਸ ਆ। ਹੈਂ? ਦਿਲ ਹੋਣਾ ਚਾਹੀਦਾ ਪਿਓ। ਨਹੀਂ, ਦਿਲ ਦੇ ਵਿੱਚ ਜਾਨ ਹੈਗੀ, ਠੀਕ ਹੈ ਨਾ। ਤੇ ਕਿਹਦੇ ਚ ਜਾਨ ਨਹੀਂ ਹੁੰਦੀ? ਦਿਲ ਜਿਹੜਾ ਨਾ, ਮੇਰੀ ਗੱਲ ਤਾਂ ਸੁਣੋ ਨਾ, ਦਿਲ ਜਿਹੜੀ ਹੈ ਨਾ, ਯਾਰ ਤੂੰ ਜੀ ਕਿਤੇ ਚ ਨਹੀਂ ਜਾਣ ਵੈਸੇ ਲੋਕ ਦੱਸ। ਖਾਲੂ ਕੌਣ ਆ ਫਿਰ ਜਿਸਮ ਦਾ? ਕੀ ਜੀ, ਜਿਸਮ ਦਾ ਖਾਲੂ ਕੌਣ ਆ? ਨੱਕ, ਨੱਕ ਜਿਹੜਾ ਖਾਲੂ ਹੈ। ਬਸ ਫਿਰ ਤੇਰੇ ਖਾਲੂ ਦੇ ਵਾਲ ਬਹੁਤ ਵਧੇ, ਇਹਨੂੰ ਘਟਾ। ਜਾਂ ਖਾਲੂ ਸਾਫ ਤੇਰੇ ਕਾਲੂ ਚ ਭੂਕ ਆਊਗੀ। ਉਹ ਨਹੀਂ ਪਾਗਲ ਹੋ ਗਿਆ, ਮੈਂ ਬਿਮਾਰ ਸੀ ਨਾ ਤਾਂ ਨਹੀਂ ਖਾਲੂ ਸਾਹਿਬ ਡਾਕਟਰ ਕੋਲ ਜਾ ਕੇ ਬੈਠਾ ਕਹਿੰਦਾ ਆ ਡਾਕਟਰ ਸਾਹਿਬ ਮੇਰਾ ਖਾਲੂ ਬੰਦ ਹੋਇਆ ਕੱਲ। ਜਾ ਕੇ ਯਾਰਾਂ ਦੋਸਤਾਂ ਚ ਕਹਿੰਦੇ ਯਾਰ ਇਸ ਵਾਰੀ ਵਿਆਹ ਤੇ ਖਾਲੂ ਘਟਾ ਆਏ। ਕਹਿੰਦਾ ਯਾਰ ਮੈਂ ਅੱਜ ਖਾਲੂ ਦੀਆਂ ਨਕੀਰਾਂ ਕੱਢਣੀਆਂ। ਖਾਲੂ ਨਾਲ ਨਕੀਰਾਂ ਕੱਢ ਦਿੱਤੀ। ਮੈਂ ਜੈਨਵਨ ਕਹਿਣ ਡਿਆ ਫਰੀਦ, ਤੁਸੀਂ ਨਹੀਂ ਮੰਨ ਰਹੇ ਨਾ ਮੰਨੋ। ਜਿਹੜਾ ਦਿਲ ਹੈ ਨਾ, ਦਿਲ ਤੁਹਾਡੀ ਬੀਵੀ ਹੈ। ਸਾਂਢੂ ਕੌਣ ਨੇ ਜਿਸਮ ਦੇ? ਸਾਂਢੂ ਸਾਂਢੂ ਵਾਲ ਹੈਗੇ ਨੇ ਤੁਹਾਡੇ। ਤੁਹਾਡਾ ਤੇ ਮਿੰਟ ਤੇ ਫਿਰ ਤੂੰ ਸਾਂਢੂ ਛੋਟੇ ਛੋਟੇ ਕਰਾ ਲੈਂਦੇ। ਨਹੀਂ ਉਸਤਾਦ ਜੀ, ਯਾਰ ਕੀ ਅੱਛਾ ਤੇਰੇ ਵਿੱਚ ਉਹ ਜਿਸਮ ਦਾ ਰਿਸ਼ਤਾ ਵਾ, ਰਿਸ਼ਤਾ ਆ। ਤੇਰੇ ਵਿੱਚ ਸਾਂਢੂ ਚਿੱਟੇ ਵੀ ਆਏ। ਤੇਰੇ ਸਾਂਢੂਆਂ ਚ ਜੂਆ ਆਈ। ਯਾਰ ਕਦੀ ਕਿਸੇ ਨੇ ਕਿਹਾ ਯਾਰ ਮੇਰੇ ਸਾਂਢੂ ਸਿੱਧੇ ਕਰ ਦੇ। ਆ ਮੇਰੇ ਸਾਂਢੂ ਇਹਨੇ ਨੇ ਕਰ ਲੈ ਖਸ ਖਸ। ਯਾਰ ਮੈਂ ਤੁਹਾਨੂੰ ਕਹਿਣ ਡਿਆ ਵਾਂ ਕਿ ਬਾਪ ਜਿਹੜਾ ਹੁੰਦਾ ਕਿਸੇ ਨਾ, ਬੰਦੇ ਨੇ ਦੇਖਿਆ ਸਾਂਢੂਆਂ ਦਾ ਚੀਰ ਕੇ ਬਾਪ ਨੇ ਸਾਂਢੂਆਂ ਤੋਂ ਫੜ ਕੇ ਚਪੇੜਾ ਮਾਰੀਆਂ। ਕਹਿੰਦੇ ਇਹਨੇ ਬੰਦੇ ਨੇ ਕਿਹਾ ਮੇਰਾ ਸਾਂਢੂ ਕਰਜ਼ੇ ਚ। ਯਾਰ ਮੈਰੀ ਤਾਂ ਤੁਸੀਂ ਮਿਸਾਲ ਨੂੰ ਯਾਰ ਇੱਧਰ ਉਹ ਯਾਰ ਏਦਾਂ ਹੁੰਦਾ ਫੈਸਲਾ। ਯਾਰ ਭਰਾਵਾ ਜਿਹੜਾ ਵਿੱਚ ਪੰਗਾ ਨਵਾਂ ਹੀ ਪਾ ਲੈਣਾ। ਉਸਤਾਦ ਜੀ ਮੇਦਾ ਜਿਹੜਾ ਇਹ ਬਾਪ ਦੀ ਮਾਨਾਂ ਦੇ, ਤੇ ਬਸ ਆਪਣੇ ਬਾਪ ਦੀ ਕਦਰ ਕਰੋ। ਰਾਤੀ ਇੱਕ ਬੰਦਾ ਕਹਿੰਦਾ ਮੇਰੇ ਬਾਪ ਨੂੰ ਵੱਟ ਫਿਰਨ ਦਿਆ। ਮੇਦੇ ਨੂੰ ਤੁਸੀਂ ਜਦੋਂ ਮੇਨਟੇਨ ਰੱਖਣਾ ਨਾ, ਮੇਦਾ ਤੁਸੀਂ ਸਹੀ ਰੱਖਣਾ, ਤੇ ਤੁਹਾਨੂੰ ਜ਼ਿੰਦਗੀ 'ਚ ਕਦੇ ਕੋਈ ਬਿਮਾਰੀ ਨਹੀਂ। ਭਾਜੀ ਸਿਆਣੇ ਕਹਿੰਦੇ ਨੇ 1000 ਬਿਮਾਰੀ ਬਾਪ ਤੋਂ ਲੱਗਦੀ। ਸਹੀ ਗੱਲ ਸਹੀ। ਕਿਹੜੇ ਬਾਪ ਤੋਂ ਲੱਗਦੀ? ਮੇਦੇ ਤੋਂ। ਆਹ ਤੇ ਮੇਦਾ ਕਹੋ ਨਾ, ਤੁਸੀਂ ਬਾਪ ਕਹੀ ਜਾਣ। ਯਾਰ ਮੇਰੇ ਹਫਤਾ ਹੋ ਗਿਆ ਪਿਓ ਚ ਗਰਮੀ ਹੋਈ। ਸੁਬਹ ਉੱਠ ਕੇ ਨਹੀਂ ਯਾਰ ਤੇਰੇ ਪਿਓ 'ਚ ਪਾਣੀ ਪਿਆ ਜੀ, ਪਾਣੀ ਪੀ ਕੇ। ਤੇਰੇ ਪਿਓ 'ਚ ਪਾਣੀ ਪਿਆ ਜੀ। ਨਹੀਂ ਯਾਰ ਅੱਲਾ ਮਾਫੀ। ਚਲੋ ਜਿਸਮ ਦਾ ਭਰਾ ਕਿਹੜਾ ਵਾ ਫਿਰ? ਜਿਹੜੇ ਕੰਨ ਹੈਗੇ ਨੇ, ਇਹ ਦੋ ਭਰਾ ਨੇ। ਇਹ ਦੋ ਭਰਾ ਨੇ, ਤੁਹਾਡੀ ਹਰ ਅੱਛੀ ਬੁਰੀ ਗੱਲ ਸੁਣਦੇ ਨੇ ਭਰਾ। ਹਾਂ ਸਹੀ ਗੱਲ। ਇਹ ਰਿਸ਼ਤੇ ਆ ਯਾਰ, ਮੈਨੂੰ ਗੱਲ ਇਹਦਾ ਪਰਲਾ ਭਰਾ 24 ਪਿਆ ਸੀ ਪਰਸੋਂ। ਇਹਦੇ ਏਡੇ ਗੰਦੇ ਭਰਾ ਵਾ, ਪਾਈਆ ਮੈਲ ਨਿਕਲਦੀ ਇੱਕ ਭਰਾ ਚ। ਯਕੀਨ ਕਰ, ਝੰਗ ਬਾਜ਼ਾਰ ਵਾਲਾ ਨਹੀਂ ਉਹ ਬੈਠਾ ਦਾ ਭਰਾ ਸਾਫ਼ ਕਰਨ ਵਾਲਾ, ਘੰਟਾ ਘਰ ਬੈਠੇ ਹੁੰਦੇ ਨਾ,
ਉਹਦੇ ਕੋ ਗਿਆ ਵਾ, ਉਹਨੇ ਇੰਜ ਦੇਖਿਆ ਤੇ ਉਹ ਉੱਠਣ ਲੱਗ ਪਿਆ, ਕਹਿੰਦਾ ਇਹ ਕਹਿੰਦਾ ਕਿੱਧਰ, ਕਹਿੰਦਾ ਭਾਜੀ ਮੈਂ ਬੇਲਚਾ ਲੈ ਕੇ ਆਇਆ। ਇੱਕ ਬੰਦਾ ਨੂੰ ਕਹਿੰਦਾ ਓਏ ਉਰੇ ਆ, ਭਰਾ ਚ ਗੱਲ ਸੁਣ। ਇੱਕ ਭਰਾ ਚ ਗੱਲ ਸੁਣ। ਇੱਕ ਬੰਦਾ ਕਹਿੰਦਾ ਮੇਰੇ ਭਰਾ ਖਾਈ ਜਾਂਦੇ ਆ ਪੜੇ। ਯਕੀਨ ਕਰ, ਕੰਨ ਸਾਫ਼ ਕਰਾ ਰਿਹਾ, ਥੋੜੀ ਦੇਰ ਬਾਅਦ ਦੇਖਿਆ ਤੇ ਟ੍ਰੈਫਿਕ ਬਲਾਕ ਹੋਈ, ਵੱਡਾ ਢੇਰ ਲਾਇਆ ਮੈਲ ਦਾ, ਜੋ ਕੱਢੀ ਜਾ ਰਿਹਾ ਨੇ। ਉਹਨੇ ਇੰਨੀ ਮੈਲ ਕੱਢਦੀ, ਫੈਸਲ ਦਾ ਇੰਨਾ ਕਮੂਰ ਹੈ ਜੀ, ਬਾਕੀ ਸਾਰੀ ਮੈਲ ਹੀ ਸੀ ਅੰਦਰ। ਅੱਜ ਨਹੀਂ ਏਦਾਂ ਨਹੀਂ ਹੋਇਆ, ਇਹਨੂੰ ਪੁਲ ਤੋਂ ਇੰਜ ਕਰਕੇ ਨਾ ਉੱਤੋਂ ਥੋੜੇ ਮਾਰਨ ਤੁਸੀਂ ਗੱਲ ਹੀ ਇੱਧਰ ਉੱਧਰ ਲੈ ਜਾਂਦੇ ਹੋ। ਮੈਂ ਗੱਲ ਕਰ ਰਿਹਾ ਕਿ ਜਿਵੇਂ ਬਾਪ ਦੀ ਇਨਸਾਨ ਕਦਰ ਕਰਦਾ ਅੱਛਾ ਬੱਚੇ ਕੀ ਹੁੰਦੇ? ਤਾਂ ਮਿਹਨਤ ਤੇ ਤੁਸੀਂ ਬੇਟੇ ਕੀ ਹੁੰਦੇ ਨੇ? ਬੱਚੇ ਕੀ ਹੁੰਦੇ ਨੇ? ਦੰਦ ਦੰਦ ਜਿਹੜੇ ਨੇ ਤੁਹਾਡੇ ਦੰਦ ਬੱਚੇ ਨੇ, ਔਰ ਇਹ ਦੰਦ ਹੀ ਬੱਚੇ ਨੇ ਬਸ। ਯਾਰ ਚੱਲ ਆਪਣੇ ਬੱਚੇ ਓਏ ਤੇਰੇ ਪਲੇਠੀ ਦੇ ਬੱਚੇ ਚ ਕੀੜਾ ਲੱਗ ਗਿਆ। ਤੇਰੇ 32 ਦੇ 32 ਬੱਚੇ ਬਣ ਗਏ। ਉਹ ਯਾਰ ਜਾ ਯਾਰ। ਅੱਛਾ ਵਿੱਚੋਂ ਨਾ ਤੇਰੀ ਲਾਦ ਉਤਲੀ ਸਾਈਡ ਤੋਂ ਗੰਦੀ ਵੀ ਨਿਕਲ ਆਈ, ਉਹ ਪਲੀਜ਼ ਆ ਤੇਰੀ ਸੱਜੀ ਸਾਈਡ ਤੋਂ ਨਾ ਉਤਲੀ ਔਲਾਦ ਤੇਰੀ ਗੰਦੀ ਨਿਕਲ ਆਈ, ਕੀੜਾ ਲੱਗਾ ਉਹਨਾਂ ਨੂੰ। ਆਪੇ ਤੇਰੇ ਦਰਦ ਰੁਕ ਜਾਏਗੀ, ਵੱਡਾ ਮੁੰਡਾ ਕਢਾ ਦੇ। ਸਹੀ ਗੱਲ ਆ, ਆਪਣੀ ਔਲਾਦ ਤੇ ਮੰਜਣ ਫੇਰ। ਯਾਰ ਤੇਰੇ ਬੱਚੇ ਕਿਤੇ ਪੀਲੇ ਆ। ਆ ਕਿਤੇ ਆ ਇਹਦੇ ਜਿਹੜੇ ਫਰੰਟ ਵਾਲੇ ਬੱਚੇ, ਉਹਨਾਂ ਦੇ ਇੱਕ ਲਸਰ ਵੀ ਬਣੀ ਪਿੱਛੇ ਜੇ ਤੇ ਦੂਰੋਂ ਕਹਿੰਦਾ ਲਸਰ ਨਹੀਂ ਗਈ, ਉਹਨਾਂ ਨੇ ਪੱਟੀ ਬੰਨੀ ਸਿਰ ਤੇ। ਪਿੱਛੇ ਜੇ ਪੈਸੇ ਆਏ ਸੀ, ਸੋਨੇ ਦੇ ਬੱਚੇ ਲਵਾਉਣ ਲੱਗੇ। ਅੱਛਾ ਬੱਚਿਆਂ ਦੇ ਪੇਸਟ ਕਿਹੜਾ ਯੂਜ਼ ਕਰਨਾ? ਉਹ ਯਾਰ ਫਰੀਦ, ਗੱਲ ਇਹ ਵਾ ਕਿ ਤੁਸੀਂ ਨਾ ਗੱਲ ਪੁੱਠੇ ਪਾਸੇ ਲੈ ਜਾਂਦੇ। ਜਿਵੇਂ ਤੁਸੀਂ ਆਪਣੇ ਰਿਸ਼ਤੇਦਾਰਾਂ ਦੀ ਹਿਫਾਜ਼ਤ ਕਰਦੇ ਹੋ ਨਾ, ਇਹਦਾ ਮਤਲਬ ਜਿਹੜਾ ਬੇਲਾਦ, ਬਾਬੇ ਸਾਰੇ ਬੇਲਾਦ ਨੇ। ਯਾਰ ਬਾਬੇ ਸਹੀ ਗੱਲ। ਨਹੀਂ ਹੈ ਬਾਬੇ, ਹੁਣ ਤੇ ਬੱਚੇ ਮਸਨੂਈ ਨਹੀਂ ਲੱਗ ਜਾਂਦੇ, ਬੀੜ। ਹਾਂ ਉਹ ਬੱਚੇ ਵੀ ਲੱਗ ਜਾਂਦੇ। ਜਿਹੜੇ ਲੈ ਪਾਲਕ ਹਾਂਜੀ ਲੈ ਪਾਲਕ ਕਿਸੇ ਦੇ। ਹਾਂ ਅੱਛਾ ਤੇ ਮਾਸੀ ਕਿਹੜੀ? ਮਾਸੀ ਕਾਂ ਜਿਹੜਾ ਤੁਹਾਡਾ ਅੰਦਰ ਨਹੀਂ, ਕਾਂ ਮਾਸੀ ਕਿੱਥੇ ਹੁੰਦੀ? ਘੰਡੀ, ਉਹਦਾ ਮਤਲਬ ਕਹਿੰਦੇ ਘੰਡੀ। ਉਹਨੂੰ ਗੱਲਾਂ ਆਉਂਦੀਆਂ ਨੇ ਘੰਡੀ ਤੇ, ਘੰਡੀ ਆ ਮਾਸੀ। ਜਾ ਮਾਸੀ ਕੰਡੀ। ਹਾਂ ਕੰਡੀ ਯਾਨੀ ਕਿ ਮਾਸੀ। ਕੰਡੀ ਠਾਰ ਯਾਰ ਕੰਡੀ ਬਾਤ, ਕੰਡੀ ਠਾਰ, ਕੰਡੀ ਬਾਤ। ਹਾਂ ਕੰਡੀ ਬਾਤ। ਅੱਛਾ ਸਹੀ। ਅੱਛਾ ਤੇ ਜਿਹੜੇ ਮਤਲਬ ਬਾਕੀ ਬੰਦੇ ਦੇ ਤਲਕ ਵਾਲੇ ਹੁੰਦੇ ਨੇ, ਦੋਸਤ ਯਾਰ ਤੋਂ ਕਿ ਨਾੜਾ, ਆ ਬਾਕੀ ਦੋਸਤ ਯਾਰ ਰਿਸ਼ਤੇਦਾਰੀਆਂ ਕੋਈ ਫਲਾਣਾ, ਇਹ ਸਾਰਾ ਬੰਦੇ ਦਾ ਜਿਸਮ ਚ ਕਿਹੜਾ ਹੁੰਦਾ? ਨਾੜਾਂ ਜਿਹੜੀਆਂ ਹੁੰਦੀਆਂ ਨੇ ਤੁਹਾਡੀਆਂ, ਵੇਨਾਂ ਕਿੰਨੀਆਂ ਬੜੀਆਂ, ਜਿੰਨੀਆਂ ਵੀ ਨੇ, ਇਹ ਸਾਰੇ ਤਲਕ ਵਾਲੇ ਨੇ ਜਿਹੜੇ। ਇਹ ਸਾਰੇ ਤਲਕ ਵਾਲੇ ਨੇ, ਤੁਹਾਡੇ ਦੋਸਤ ਅਹਬਾਬ ਨੇ ਜਿਨ੍ਹਾਂ ਨੇ ਗ੍ਰਿਫਤ ਪਾਈ ਹੋਈ ਹੈ ਤੁਹਾਨੂੰ। ਈਦ ਵਾਲੇ ਦਿਨ ਆਪਣੀਆਂ ਨਾੜਾਂ ਨਾਲ ਫਿਰਨ ਤੁਰਨ ਚਲ ਗਏ। ਨਹੀਂ ਉਦਾਸ ਬੈਠਾ ਮੈਂ, ਕੀ ਹੋਇਆ? ਕਹਿੰਦਾ ਯਾਰ ਮੇਰੀ ਨਾ ਮੇਨ ਖੁਰਾਕ ਵਾਲੀ ਨਾਲੀ ਰੁੱਸ ਗਈ। ਜਵਾਬ ਹੋਏ ਦੋਸਤ। ਇੱਕ ਚੀਜ਼ ਨਹੀਂ ਤੂੰ ਦੱਸ ਰਿਹਾ ਜਿਹੜੀ ਤੂੰ ਬਚਾ ਰਿਹਾ, ਅਸੀਂ ਉਹ ਪੁੱਛਣਾ ਚਾਹ ਰਹੇ। ਜਿਸਮ ਦਾ ਮਾਮਾ ਕਿਹੜਾ ਵਾ? ਗੁਰਦਾ। ਗੁਰਦਾ? ਗੁਰਦਾ ਜਿਹੜਾ ਗੁਰਦਾ ਮਾਮਾ ਮਾਮਾ ਵਾਰੀ ਮਾਮਾ ਕਹੋ ਤੇ ਇੱਕ ਗੁਰਦਾ ਬਣਦਾ ਹੀ। ਉਹ ਦੋ ਵਾਰੀ ਗੁਰਦਾ ਕਹੋ, ਇੱਕ ਵਾਰੀ ਮਾਮਾ। ਸਿਗਰਟਾਂ ਪੀ ਕੇ ਨੇ ਆਪਣੇ ਮਾਮੇ ਤਬਾਹ ਕਰ ਲਏ। ਸਹੀ ਗੱਲ। ਓਏ ਸ਼ਰਾਬ ਨਾ ਪੀਆ ਕਰ, ਮਾਮਿਆਂ ਤੇ ਇਫੈਕਟ ਪੈਂਦਾ ਹੀ। ਤੇਰੇ ਮਾਮੇ ਚ ਪੱਥਰੀ ਆ। ਕਿਹੜੀ? ਤੇਰੇ ਮਾਮੇ ਤੇਰੇ ਮਾਮੇ ਚ ਪੱਥਰੀ ਹੈਗੀ। ਨਹੀਂ, ਉਹ ਮੈਂ ਉਹੀ ਕਹਿਣਾ ਕਿ ਜਿਵੇਂ ਚਾਚੀ ਕਿਹੜੀ ਹੈ? ਪਿੱਤਾ। ਇਹਨੇ ਕੋਈ ਹੋਰ ਹੀ ਦੱਸਣੀ, ਵੇਖੀ ਉਹ ਤੇ ਨਹੀਂ ਦੱਸਣੀ। ਤੂੰ ਜਿੰਨਾ ਮਰਜ਼ੀ ਪੁੱਛ ਲੈ। ਮੇਨ ਰਿਸ਼ਤੇਦਾਰ ਤੂੰ ਆਪਣੀ ਦੱਸ ਹੀ ਨਹੀਂ ਰਿਹਾ। ਜਿਸਮ ਦਾ ਸਭ ਤੋਂ ਸਕਾ ਰਿਸ਼ਤਾ ਕਿਹੜਾ ਵਾ? ਯਾਰ ਸਾਰਾ ਹੀ ਜਿਸਮ ਜਿਹੜਾ, ਵੇਖਣਾ ਤੇਰੇ ਨਾਖੂਨ ਤੇ ਅਗਰ ਚੋਟ ਲੱਗੀ ਏ ਤੇ ਅੱਖਾਂ ਤੇਰੀਆਂ ਸੌਣ ਹੀ ਨੜੀਆਂ, ਨੀਂਦ ਹੀ ਨਹੀਂ ਆ ਰਹੀ। ਮੇਰੇ ਨਾਖੂਨ ਤੇ ਚੋਟ ਲੱਗੀ, ਮੈਂ ਸੋ ਗਿਆ। ਉਹ ਮੈਂ ਜਿਹੜਾ ਕੱਟ ਕੇ ਸੁੱਟਿਆ ਉਹਦੇ ਤੇ ਲੱਗੀ। ਆਹੋ ਝੂਠੇ ਪੈ ਗਏ ਉਹ। ਅੱਛਾ, ਨੀਂਦ ਨਾਖੂਨ ਤੇ ਚੋਟ ਲੱਗਣ ਦੀ ਵਜ੍ਹਾ ਤੋਂ ਨਹੀਂ ਆਉਂਦੀ, ਨੀਂਦ ਦਰਦ ਦੀ ਵਜ੍ਹਾ ਤੋਂ ਨਹੀਂ ਆਉਂਦੀ। ਦਰਦ ਹੋਰ ਚੀਜ਼ ਆ। ਮੈਂ ਉਹੀ ਤਾਂ ਕਹਿਣ ਡਿਆ ਹੁਣ ਇੱਕ ਨਾ, ਬੰਦੇ ਦਾ ਬਾਂਹ ਫਾਲਜ ਆ, ਉਹਦੇ ਤੇ ਭਾਵੇਂ ਅੱਗ ਲਾ ਦੇ ਤੂੰ ਉਹਨੂੰ ਪਤਾ ਨਹੀਂ ਲੱਗਣਾ, ਉਹਨੇ ਸੌਂ ਜਾਣਾ। ਸਹੀ ਗੱਲ। ਮੈਂ ਗੱਲ ਕਰ ਇਸ ਰਿਹਾ। ਤੋਂ ਦਰਦ ਦਾ ਅਹਿਸਾਸ ਜਿਹੜਾ ਨਾ, ਉਹਦੀ ਵਜ੍ਹਾ ਤੋਂ ਨੀਂਦ ਨਹੀਂ ਆਉਂਦੀ। ਨਹੀਂ ਆਉਂਦੀ। ਆਹੋ, ਤੇ ਅੱਖਾਂ ਦਾ ਕੀ ਕਸੂਰ ਹੈ ਉਸਤਾਦ ਜੀ? ਜੇ ਸਾਡਾ ਅੱਖਾਂ ਦਾ ਹੀ ਤੇ ਕਸੂਰ ਹੁੰਦਾ ਸਾਰਾ। ਅੱਖਾਂ ਦਾ ਕੀ ਕਸੂਰ ਹੁੰਦਾ ਉਸਤਾਦ ਜੀ? ਅੱਖਾਂ ਤੋਂ ਹੀ ਤਾਂ ਸ਼ੁਰੂ ਹੁੰਦਾ ਕੰਮ। ਨਹੀਂ ਇਹ ਧੁੰਨੀ ਕੀ ਹੈ? ਫੈਸਲ ਸਾਹਿਬ ਧੁੰਨੀ ਮੇਨ ਰਿਸ਼ਤੇਦਾਰੀ ਦਾ ਗਾਠ ਆ। ਅੱਛਾ ਜੀ। ਹਾਂਜੀ ਧੁੰਨੀ ਬੇਸਿਕ ਤੌਰ ਤੇ ਨਾ ਤੁਹਾਡੀ ਭਰਜਾਈ ਵੀ ਹੋ ਸਕਦੀ ਹੈ। ਇਹਦਾ ਮਤਲਬ ਜਿੰਨੀ ਦੇਰ ਤੇਰੇ ਭਰਾ ਦਾ ਵਿਆਹ ਨਹੀਂ ਸੀ ਹੋਇਆ, ਤੇਰੇ ਢਿੱਡ ਤੇ ਧੁੰਨੀ ਹੈ ਨਹੀਂ ਸੀ। ਲੱਗ ਲੜ ਜਿਹੜਾ ਬੰਦਾ ਅਕਲੋਤਾ ਹੁੰਦਾ, ਉਹ ਧੁੰਨੀ ਤੋਂ ਬਗੈਰ ਹੁੰਦਾ। ਫਿਟੇ ਮੂੰਹ ਉਸਤਾਦ ਜੀ ਬਾਤ ਕਰ। ਭਰਜਾਈ ਗੋਡੇ ਕੀ ਆ? ਹਾਲੀ ਹੈ।
ਗੋਡੇ ਕੀ ਹੈ? ਗੋਡੇ ਤੇ ਕੁਝ ਵੀ ਨਹੀਂ। ਗੱਲ ਹੀ ਹੈ ਭਾਈ। ਨਹੀਂ ਇਹ ਜਿਹੜੇ ਬਾਜ਼ੂ ਤੇ ਤੁਹਾਡੇ ਭਰਾ ਨੇ ਯਾਰ, ਓਏ ਨਾਲੇ ਕੰਨ ਭਰਾ ਨੇ ਯਾਰ, ਇੱਕ ਗੱਲ ਤੇ ਤੇਰਾ 4 ਭਰਾ ਹੋਣਗੇ, 2 ਬਾਜ਼ੂ ਤੇ 2 ਕਰ। ਰੱਤ ਕੀ ਆ? ਟੁੱਟੀ ਹੈ ਜ਼ਬਾਨ ਕੀ? ਗੰਦੀ, ਪੈਰ ਕੀ? ਕਾਲੇ ਤੇ ਨੀਲਾ ਮੂੰਹ। ਨਸਲ ਕੀ ਹੈ? ਉਹ ਨਸਲ ਹੈ ਹੀ ਕੁਛ ਵੀ ਨਹੀਂ। ਕਾਲੇ ਪੈਰ ਨੀਲਾ ਮੂੰਹ। ਲੋ ਜੀ ਨਾਜ਼ਰੀਨ, ਆ ਬੜੀ ਦੇਰ ਬਾਅਦ ਅੱਜ ਮੇਰੀ ਵਜ੍ਹਾ, ਮੇਨ ਐਵੇਂ ਨਹੀਂ ਕਹਿੰਦੇ, ਮੇਨ ਭਾਜੀ ਮੈਂ ਨਹੀਂ ਹੈ ਨਾ, ਮੇਨ ਐਵੇਂ ਨਹੀਂ ਕਹਿੰਦੇ ਕਿਸੇ ਨੂੰ। ਕੱਲ ਮੈਂ ਕਲੈਪ ਕਰੋ, ਕਲੈਪ। ਰੌਣਕ ਆ ਗਈ ਕਸਰ। ਇਹ ਬੋਲਣ ਨਾ ਬੋਲਣ ਮੈਨੂੰ ਕੋਈ ਭਾਰ ਨਹੀਂ। ਸਹੀ ਗੱਲ ਆ, ਸਹੀ ਗੱਲ, ਮੇਨ ਹੀ ਹੁੰਦਾ ਵਾ। ਸ਼ੁਕਰ ਹੈ। ਜਦੋਂ ਮੇਨ ਸੁੱਚ ਚੁੱਕਿਆ ਜਾਏ ਨਾ, ਫਿਰ ਨਿੱਕੀ ਨਿੱਕੀ ਮਾਇਸਾ ਮੂਸਾ ਅਗਰਬੱਤੀਆਂ ਮੋਮਬੱਤੀਆਂ ਬਾਲ ਕੇ ਬੰਦਾ ਗੁਜ਼ਾਰਾ ਕਰਦਾ। ਸਹੀ ਗੱਲ। ਅਸੀਂ ਉਹ ਇੰਜਨ, ਅਸੀਂ ਆ ਬੋਗੀਆਂ। ਹਾਂ ਤੁਸੀਂ ਬੋਗੀਆਂ ਮਾਰਦੇ ਆ ਬਹੁਤ ਵੈਸੇ। ਲੋ ਜੀ, ਨਹੀਂ ਸਾਰੇ ਹੀ ਠੀਕ ਨੇ ਆਪਣੀ ਆਪਣੀ ਜਗ੍ਹਾ ਤੇ। ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ। ਲਵ ਯੂ, ਥੈਂਕ ਯੂ, ਬਹੁਤ ਸ਼ੁਕਰੀਆ। ਮੁਲਕੀ ਹਾਲਾਤ ਕੁਛ ਐਸੇ ਹੋਏ ਨੇ, ਉਹਦੀ ਵਜ੍ਹਾ ਨਾਲ ਕੁਝ ਡਿਸਟਰਬਿੰਗ ਬਹੁਤ ਜ਼ਿਆਦਾ ਦਿਨ ਬ ਦਿਨ ਵੱਧ ਰਹੀ ਆ, ਬਹੁਤ ਜ਼ਿਆਦਾ ਡਿਪਰੈਸ਼ਨ 'ਚ ਕੌਮ ਜਾ ਰਹੀ ਆ। ਇਹ ਤੇ ਆਪਣੀ ਜਗ੍ਹਾ ਤੇ ਆ ਨਾ, ਵੀ ਖਾਣ ਨੂੰ ਹੈ ਨਹੀਂ ਜਾਂ ਕੰਮ ਹੈ ਨਹੀਂ ਜਾਂ ਮਹਿੰਗਾ, ਇਹ ਆਪਣੀ ਜਗ੍ਹਾ ਤੇ। ਇੱਕ ਬਹੁਤ ਵੱਡਾ ਨੁਕਸਾਨ ਜਿਹੜਾ ਨਾ, ਕਿ ਕੌਮ ਦੇ ਬੱਚੇ, ਕੌਮ ਦੇ ਅਫਰਾਦ ਡਿਪਰੈਸ਼ਨ 'ਚ ਜਾ ਰਹੇ ਨੇ। ਇਹ ਖੁਦਾ ਨਾ ਖਾਸਤਾ ਇਹਦੀ ਰਿਕਵਰੀ ਬਹੁਤ ਮੁਸ਼ਕਿਲ ਹੁੰਦੀ। ਠੀਕ ਆ ਜੀ, ਤੁਹਾਡੇ ਘਰ ਰਾਸ਼ਨ ਹੈ ਨਹੀਂ ਨਾ, ਤੇ ਜਾਂ ਕੋਈ ਹੈ ਨਹੀਂ ਤੇ ਲਿਆਓ, ਪੈਸੇ ਹੁੰਦੇ ਨੇ ਤੇ ਅੱਧੇ ਘੰਟੇ 'ਚ ਰਾਸ਼ਨ ਲਿਆਓ। ਲੇਕਿਨ ਇਹ ਅਗਰ ਕਿਤੇ 19 ਕੀ ਹੋ ਜਾਏ ਨਾ, ਜਾਂ ਜ਼ਿਆਦਾ ਦੇਰ ਰਵੇ, ਇਹਦੀ ਰਿਕਵਰੀ ਬਹੁਤ ਔਖੀ ਹੁੰਦੀ। ਆਪਣੇ ਆਪ ਨੂੰ ਸਟਰੋਂਗ ਰੱਖੋ, ਇਹਨੂੰ ਸਿਰਫ ਮਹਿਫੂਜ਼ ਰੱਖਣਾ, ਆਪਣੇ ਆਪ ਨੂੰ ਈਜ਼ੀ ਰਹਿਣਾ, ਕੋਈ ਟੈਨਸ਼ਨ ਨਹੀਂ, ਅੱਲਾਹ ਪਾਕ ਖੈਰ ਕਰੇਗਾ। ਠੀਕ ਆ ਜੀ, ਇਹਦੇ ਤੇ ਨਾ ਅਸਰ ਹੋਵੇ, ਨਹੀਂ ਤੇ ਬਹੁਤ ਕੰਮ ਖਰਾਬ ਹੋਣਾ ਜੇ। ਇਹਨੂੰ ਸਟਰੋਂਗ ਰੱਖੋ ਬਸ, ਕਿ ਕੁਛ ਨਹੀਂ ਹੁੰਦਾ। ਜੋ ਸਾਡੇ ਮੁਕੱਦਰਾਂ 'ਚ ਆ, ਜੋ ਵੀ ਸਾਡਾ ਮੁਲਕ ਆ, ਚੰਗੇ ਵੀ ਤਾਂ ਇੱਥੇ ਹੀ ਦਿਨ ਦੇਖੇ ਨੇ ਨਾ ਅਸੀਂ। ਜੇ ਅਸੀਂ ਕਹਿੰਦੇ ਆ ਜੀ 5 ਰੁਪਏ ਕਿਲੋ ਆਟਾ ਸੀ, ਤੇ ਉਹ ਵੀ ਤਾਂ ਅਸੀਂ ਖਾਧਾ ਨਾ, ਫਲਾਣੀ ਚੀਜ਼ ਨਹੀਂ ਸੀ। ਤੇ ਇਨਸ਼ਾਅੱਲਾ ਫਿਰ ਅੱਛੇ ਦੀ ਉਮੀਦ ਰੱਖੋ, ਫਿਰ ਇਨਸ਼ਾਅੱਲਾ ਤਾਲਾ ਸਾਰਾ ਕੁਝ ਠੀਕ ਹੋ ਜਾਏਗਾ। ਰੱਬ ਜ਼ਰੂਰ ਠੀਕ ਕਰੇਗਾ। ਅਸੀਂ ਤਾਂ ਰੱਬ ਨੂੰ ਹੀ ਕਹਿਣਾ, ਕਿਉਂਕਿ ਉਹਨੇ ਠੀਕ ਕਰਨਾ। ਠੀਕ ਹੈ ਨਾ, ਤੇ ਰੱਬ ਠੀਕ ਕਰੇਗਾ ਇਨਸ਼ਾਅੱਲਾ। ਤੇ ਆਪਣਾ ਬਹੁਤ ਖਿਆਲ ਰੱਖਣਾ। ਥੈਂਕ ਯੂ, ਲਵ ਯੂ। ਅਸੀਂ ਕੁਛ ਇਸ ਵਜ੍ਹਾ ਤੋਂ ਵੀ ਜ਼ਿਆਦਾ ਥੋੜ੍ਹਾ ਜਿਹਾ ਨਾ ਬੌਂਗੀਆਂ ਸ਼ੌਂਗੀਆਂ ਜ਼ਿਆਦਾ ਮਾਰਨੇ, ਕਿ ਜੁਗਤਾਂ ਸ਼ੁਗਤਾਂ, ਕਿ ਯਾਰ ਤੁਸੀਂ ਸਾਡਾ TV ਵੇਖੋ, ਤੇ ਬਾਕੀ ਜਿੱਥੇ ਵੀ ਤੁਸੀਂ ਵੇਖ ਰਹੇ ਹੋ, ਹਰ ਜਗ੍ਹਾ 'ਤੇ ਇਹੀ ਹੋ ਰਿਹਾ, ਇਹ ਹੋ ਗਿਆ, ਉਹ ਹੋ ਗਿਆ, ਖਤਰੇ ਮੇਂ ਹੈ, ਦੀਵਾਲੀਆ ਹੈ, ਫਲਾਣਾ ਹੈ, ਢੀਂਗੜਾ। ਤੇ ਅਸੀਂ, ਸਾਨੂੰ ਵੀ ਪਤਾ, ਲੇਕਿਨ ਅਸੀਂ ਇਸ ਹਾਲਾਤ 'ਚ ਵੀ ਤੁਹਾਨੂੰ ਕਹਿ ਰਹੇ, ਅਸੀਂ ਉਹ ਵਾਇਲਨ ਵਾਲੇ ਆ, ਟਾਈਟੈਨਿਕ ਤਾਂ ਨਹੀਂ ਜਿਹੜੇ, ਅਸੀਂ ਉਹ ਵਾਇਲਨ ਵਾਲੇ ਜਿਹੜੇ ਕੋਈ ਭਾਰ ਨਹੀਂ, ਉਹ ਆਪਣਾ ਵਾਇਲਨ ਵਜਾਈ ਜਾ ਰਹੇ ਨੇ। ਠੀਕ ਹੈ ਨਾ, ਤੇ ਉਹ ਤੇ ਜੇ ਡੁੱਬਾਂਗੇ ਇਨਸ਼ਾਅੱਲਾ, ਜੇ ਅੱਲਾ ਨੇ ਡੋਬਣਾ ਵਾ, ਤੇ ਫਿਰ ਅਸੀਂ ਵੀ ਐਂਡ ਦੇ ਨਾਲ ਹੀ ਡੁੱਬਾਂਗੇ ਆਖਰ। ਲੇਕਿਨ ਇਨਸ਼ਾਅੱਲਾ ਇੱਦਾਂ ਹੁੰਦਾ ਨਹੀਂ, ਕਿਉਂਕਿ ਪਾਕਿਸਤਾਨ ਬਹੁਤ ਇਹਦੇ 'ਚ ਬੜੇ ਬੜੇ ਦੁਆਵਾਂ ਨੇ, ਪੂਰੀ ਦੁਨੀਆ ਵੱਲੋਂ ਦੁਆਵਾਂ ਨੇ। ਠੀਕ ਹੈ ਜੀ, ਤੇ ਜਿਨ੍ਹਾਂ ਨੂੰ ਅਸੀਂ ਮਤਲਬ ਕਿ ਸਮਝਦੇ ਹਾਂ ਕਿ ਇਹ ਸਾਡੇ ਨਹੀਂ, ਸਾਡੇ ਮੁਲਕ ਦੇ ਨਹੀਂ, ਠੀਕ ਆ, ਉਹ ਵੀ ਦਿਲੋਂ ਦੁਆ ਕਰਦੇ ਨੇ ਸਾਡੇ ਆਸ। ਠੀਕ ਹੈ ਨਾ, ਤੇ ਅੱਲਾਹ ਪਾਕ ਜ਼ਰੂਰ ਸੁਣੇਗਾ, ਔਰ ਬਹੁਤ ਜਲਦ ਹਾਲਾਤ ਸਾਰੇ ਠੀਕ ਹੋਣਗੇ। ਆਪਣਾ ਬਹੁਤ ਖਿਆਲ ਰੱਖਣਾ। ਥੈਂਕ ਯੂ, ਲਵ ਯੂ, ਅੱਲਾਹ ਹਾਫਿਜ਼।